ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜੁਨ ਬਿਗਨਨ ਕੇ ਨਾਸ਼ਕ ਜੀ ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ। ਧੰਨ ਗੁਰੂ ਪੂਰਨ ਪ੍ਰਭੂ ਨਰ ਕਹਿ ਆਪਸ ਮਾਹੇ। ਰਾਮਚੰਦ ਕੀ ਪੌਰ ਜਿਮ ਮ੍ਰਿਤਕ ਵਿਪਰ ਸੁਤ ਜਾਹੇ। ਧੰਨ ਗੁਰੂ ਪੂਰਨ ਪ੍ਰਭੂ ਨਰ ਕਹਿ ਆਪਸ ਮਾਹੇ। ਰਾਮਚੰਦ ਕੇ ਪੌਰ ਜਿਮ ਮ੍ਰਿਤਕ ਵਿਪਰ ਸੁਤ ਜਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਦਇਆ ਨਿਧ ਕਿਰਪਾ ਦੇ ਖਜ਼ਾਨੇ ਭਗਤ ਵਛਲ ਹਾਜ਼ਰਾ ਹਜੂਰ ਜਹਰਾ ਜਹੂਰ
ਲੋਕ ਪਰਲੋਕ ਦੇ ਰੱਖਿਅਕ ਸੱਚੇ ਪਾਤਸ਼ਾਹ ਜੀ, ਧੰਨ 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 ਸਾਹਿਬ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁੰਦਰ ਸੰਧਿਆ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੇ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਮਹਾਨ ਕਿਰਪਾ ਦਇਆ ਸਦਕਾ ਨਿਤਾ ਪ੍ਰਤੀ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਨਾਲ ਜੁੜ ਬੈਠਦੇ ਹਾਂ। ਉਮਰ ਸੋਈ ਵਿੱਚ ਲੇਖੇ ਜੋ ਯਾਦ ਸਾਈਂ ਦੀ ਗੁਜਰੇ, ਪੈਂਦੀ ਮੁਜਰੇ। ਬਹੁਤ ਮੇਰ ਤਰਸ ਕਰਕੇ ਸਤਿਗੁਰਾਂ ਮਹਾਰਾਜ ਜੀਆਂ ਨੇ ਮਨੁੱਖਾ ਜਾਮੇ ਅੰਦਰ ਅਮੋਲਕ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਬਖਸ਼ਿਸ਼ ਕੀਤਾ ਹੈ। ਲੜੀਵਾਰ ਰੂਪ ਅੰਦਰ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅਰ ਪਵਿੱਤਰ ਜੀਵਨ ਦੀ ਅੰਮ੍ਰਿਤ ਰੂਪ ਕਥਾ ਆਪ ਸਰਬੱਤ ਸੰਗਤਾਂ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਸਰਵਣ ਕਰਕੇ ਆਪਣੇ ਲੋਕ ਅਰ ਪਰਲੋਕ ਨੂੰ ਸਫਲ ਬਣਾਉਂਦੇ ਹੋ। ਜਥਾ ਪ੍ਰਸੰਗ ਪਿਛਲੇ ਦੀ ਬਾਣ ਵਿੱਚ ਆਪਾਂ ਸਰਵਣ ਕੀਤਾ ਹੈ ਕਿ ਸਤਿਗੁਰੂ ਹਰਿ ਰਾਏ ਸਾਹਿਬ ਜੀ ਦੁਆਬੇ ਦੇ ਅੰਦਰ ਕਰਤਾਰਪੁਰ ਸਾਹਿਬ ਦੇ ਨਗਰ ਨੂੰ ਭਾਰੀ ਭਾਗ ਰੰਗ ਲਾ ਰਹੇ ਹੈ। ਬੇਅੰਤ ਸੰਗਤਾਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਰਹੀਆਂ ਹਨ। ਵਿਸਾਖੀ ਦੇ ਜੋੜ ਮੇਲੇ ਗੁਰਮੁਖ ਪਿਆਰੀ ਸਾਧ ਸੰਗਤ ਨੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਨਾਲ ਜੁੜ ਕਰਕੇ ਕਰਤਾਰਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਪਰ ਮਨਾਏ ਹਨ। ਇਸ ਤਰ੍ਹਾਂ ਸਮਾਂ ਲੰਘਦਾ ਗਿਆ। ਇੱਕ ਦਿਨ ਕਰਤਾਰਪੁਰ ਨਿਵਾਸੀ ਬਜ਼ੁਰਗ ਬ੍ਰਾਹਮਣ, ਜਿਸ ਦਾ 12 ਕੁ ਵਰ੍ਹਿਆਂ ਦਾ ਪੁੱਤਰ ਹੈ ਸੀ, ਅਚਾਨਕ ਕਿਸੇ ਕਾਰਨ ਪਰਮੇਸ਼ਰ ਨੂੰ ਪਿਆਰਾ ਹੋਇਆ ਚੜ੍ਹਾਈ ਕਰ ਗਿਆ ਤੇ ਇਕੱਲਾ ਹੋਣ ਕਰਕੇ ਬੜਾ ਵਿਰਾਗ ਕੀਤਾ। ਉਹ ਬਜ਼ੁਰਗ ਬ੍ਰਾਹਮਣ ਬ੍ਰਾਹਮਣੀ ਨੇ ਗੋਦੀ ਵਿੱਚ ਚੁੱਕ ਪੁੱਤਰ ਨੂੰ ਤੇ ਗੁਰੂ ਹਰਿ ਰਾਏ ਸਾਹਿਬ ਦਾ ਜੋ ਪਾਵਨ ਸਥਾਨ ਹੈ ਮਹਾਰਾਜ ਦੇ ਮਹਿਲਾਂ ਦੇ ਡਿਉੜੀ ਵਿੱਚ ਦਰਵਾਜ਼ੇ ਤੇ ਜਾ ਟਿਕਾਇਆ ਹੈ। ਇੱਥੇ ਬਹਿ ਕੇ ਭਾਰੀ ਰੋਂਦੇ ਆ ਤੇ ਹੱਥੜ ਮਾਰਦੇ ਪਿੱਟ ਸਿਆਪਾ ਕੀਤਾ। ਸਤਿਗੁਰੂ ਪਾਤਸ਼ਾਹ ਦੇ ਸਿੱਖਾਂ ਨੇ ਬੜਾ ਵਰਜਿਆ ਕਿ ਬ੍ਰਾਹਮਣ ਜੀ, ਇਹ ਕਰਨੀ ਯੋਗ ਨਹੀਂ ਹੈ। ਆਪ ਜੀ ਸਿਆਣੇ ਵਿਦਵਾਨ ਹੋ, ਇਸ ਪੁੱਤਰ ਨੂੰ ਆਪ ਜੀ ਲੈ ਜਾਓ ਤੇ ਲਿਜਾ ਕਰਕੇ ਇਹਦਾ ਸੰਸਕਾਰ ਕਰਨਾ ਚਾਹੀਦਾ ਹੈ। ਉਹ ਬ੍ਰਾਹਮਣ ਨੇ ਆਖਿਆ ਵੀ ਇਹ ਗੁਰੂ ਹਰਿ ਰਾਏ ਸਾਹਿਬ ਦੀ ਸੇਵਾ ਵਾਸਤੇ ਅਸੀਂ ਪਾਲਿਆ। ਬਚਪਨ ਤੋਂ ਹੀ ਇਹਦੀ ਅਰਦਾਸ ਕਰ ਦਿੱਤੀ ਸੀ ਵੀ ਮਹਾਰਾਜ ਤੁਹਾਡਾ ਦਸੌਂਧੀਆ ਹੈ, ਅਸੀਂ ਇਹਦੇ ਤੋਂ ਕੋਈ ਛਾਸ ਨਹੀਂ ਰੱਖਾਂਗੇ। ਪਰ ਫਿਰ ਵੀ ਵੇਖੋ ਮਹਾਰਾਜ ਨੇ ਸਾਡੇ ਪੁੱਤਰ ਦੀ ਮੌਤ ਤੋਂ ਰੱਖਿਆ ਨਾ ਕੀਤੀ। ਹੁਣ ਅਸੀਂ ਗੁਰੂ ਹਰਿ ਰਾਏ ਸਾਹਿਬ ਤੋਂ ਬਿਨਾਂ ਕਿਸੇ ਦਾ ਓਟ ਆਸਰਾ ਮੰਨਦੇ ਜਾਂ ਤੱਕਦੇ ਨਹੀਂ। ਇਸ ਲਈ ਅਸੀਂ ਹੁਣ ਜਾਈਏ ਤੇ ਜਾਈਏ ਕਿੱਧਰ, ਸਾਨੂੰ ਰਾਹ ਦੱਸ ਦਿਓ। ਜਾਓ ਸਤਿਗੁਰੂ ਹਰਿ ਰਾਏ ਸਾਹਿਬ ਨੂੰ ਆਖੋ ਜਾਂ ਸਾਡੇ ਪੁੱਤਰ ਨੂੰ ਜਿਉਂਦਾ ਕਰਨ, ਨਹੀਂ ਤਾਂ ਅਸੀਂ ਦੋਵੇਂ ਹੀ ਮਹਾਰਾਜ ਦੇ ਦਰਵਾਜ਼ੇ 'ਤੇ ਪ੍ਰਾਣ ਤਿਆਗ ਦਿਆਂਗੇ। ਸਾਡਾ ਪੱਕਾ ਪਰਣ ਹੈ, ਟਿਠਤਾਈ ਹੈ। ਸਿੱਖਾਂ ਨੇ ਜਾ ਕੇ ਗੁਰੂ ਹਰਿ ਰਾਏ ਸਾਹਿਬ ਨੂੰ ਬੇਨਤੀ ਕੀਤਾ, ਮਹਾਰਾਜ ਉਹ ਬ੍ਰਾਹਮਣ ਤੇ ਬ੍ਰਾਹਮਣੀ ਭਾਰੀ ਹੱਠ ਕਰਕੇ ਤੇ ਆਪ ਜੀ ਕੇ ਦਰਵਾਜ਼ੇ ਉੱਪਰ ਮੋਏ ਹੋਏ ਪੁੱਤਰ ਨੂੰ ਪਾਈ ਬੈਠੇ ਤੇ ਇੱਥੋਂ ਜਾਣ ਬਾਬਤ ਮਹਾਰਾਜ ਉਹ ਨਹੀਂ ਮੰਨ ਰਹੇ ਹਨ ਤੇ ਆਪ ਜੀ ਕੋਈ ਕਿਰਪਾ ਕਰੋ। ਸਤਿਗੁਰੂ ਨੇ ਸਮਝਾਇਆ ਵੀ ਸਿੱਖੋ, ਇਹ
ਮੌਤ ਜਿਹੜੀ ਹੈ ਉਹ ਪਰਮੇਸ਼ਰ ਦਾ ਹੁਕਮ ਹੈ, ਤੇ ਅਕਾਲ ਪੁਰਖ ਦੇ ਅੱਗੇ ਤੁਹਾਡਾ ਸਾਡਾ ਕਿਸੇ ਦਾ ਕੋਈ ਚਾਰਾ ਨਹੀਂ ਚੱਲਦਾ। ਸੰਸਾਰ 'ਤੇ ਜਿਹੜਾ ਪੈਦਾ ਹੋਇਆ ਉਹਨੇ ਜਾਣਾ ਹੀ ਹੈ, ਕੋਈ ਪਹਿਲਾਂ ਚੱਲ ਜਾਂਦਾ, ਕੋਈ ਮਗਰੋਂ। ਤਿੰਨ ਜਿਹੜੇ ਕਾਰਨ ਜੀਵਨ ਦੀਆਂ ਘਟਨਾਵਾਂ ਉਹ ਪਿਛਲੇ ਕਰਮਾਂ 'ਤੇ ਆਧਾਰਿਤ ਹਨ। ਪਹਿਲਾ ਵੀ ਜੇ ਚੰਗੇ ਕਰਮ ਕੀਤੇ ਆ ਕੋਈ ਪਿਛਲੇ ਜਾਮੇ 'ਚ, ਜਾਂ ਮਾੜੇ ਕੀਤੇ, ਉਹ ਕਰਮਾਂ ਦੇ ਸਦਕਾ ਹੀ ਜਨਮ ਹੋਣਾ, ਵੀ ਉੱਚੀ ਕੁੱਲ ਵਿੱਚ ਹੋਣਾ ਕਿ ਨੀਵੀਂ ਕੁੱਲ ਵਿੱਚ ਹੋਣਾ। ਅਤੇ ਕਰਮਾਂ ਦੇ ਅਨੁਸਾਰ ਹੀ ਇਹ ਫਲ ਮਿਲਦਾ ਹੈ ਕਿ ਕਿੰਨੇ ਦੁੱਖ ਮਿਲਣਗੇ, ਕਿੰਨੇ ਸੁੱਖ ਮਿਲਣਗੇ ਜੀਵਨ ਦੇ ਵਿੱਚ। ਤੀਜਾ, ਕਿੰਨੇ ਸਾਹ ਮਿਲਣੇ ਹੈ, ਕਿੰਨੀ ਉਮਰਾਂ ਭੋਗਣੀ ਹੈ, ਕਿੱਥੇ ਚੜ੍ਹਾਈ ਕਰਨਾ ਹੈ, ਸਭ ਕੁਝ ਪਿਛਲੇ ਕੀਤੇ ਹੋਏ ਕਰਮਾਂ ਦਾ ਫਲ ਹੈ। ਇਸ ਲਈ ਮਨ ਵਿੱਚ ਨਹੀਂ ਸ਼ੰਕਾ ਲਿਆਉਣਾ ਚਾਹੀਦਾ। ਬ੍ਰਾਹਮਣ ਅਤੇ ਬ੍ਰਾਹਮਣੀ ਨੂੰ ਆਖੋ ਵੀ ਆਪਦਾ ਕੋਈ ਪ੍ਰਬੰਧ ਕਰ ਲੈਣ, ਭਾਈ ਇਹਦਾ ਸੰਸਕਾਰ ਕਰੋ, ਇਹ ਹੁਣ ਜਿਉਂ ਨਹੀਂ ਸਕਦਾ ਹੈ। ਤੋ ਇੱਦਾਂ ਮਹਾਰਾਜ ਦੇ ਮੁੱਖੋਂ ਸੁਣ ਕੇ ਸਿੱਖਾਂ ਨੇ ਜਾ ਸਮਝਾਇਆ, ਪਰ ਉਹ ਬ੍ਰਾਹਮਣ ਮੰਨੇ ਕਿੱਥੇ। ਉਹਨੇ ਹਿੰਡ ਧਾਰੀ ਹੋਈ ਵੀ ਅਸੀਂ ਦੋਵੇਂ ਜੀ ਪ੍ਰਾਣ ਤਿਆਗ ਦਿਆਂਗੇ ਜੇ ਸਾਡੇ ਲਾਲ ਨੂੰ ਸਤਿਗੁਰਾਂ ਜਿਉਂਦੇ ਨਾ ਕੀਤਾ। ਤੋ ਇੱਦਾਂ ਮਹਾਰਾਜ ਫਿਰ ਜਦੋਂ ਦਿਨ ਇਹ 2:30 ਪਹਿਰ ਉਹ ਆਪਣੇ ਪੁੱਤਰ ਨੂੰ ਇੱਦਾਂ ਹੀ ਮਹਾਰਾਜ ਦੀ ਡਿਊੜੀ 'ਤੇ ਲੰਮੇ ਪਾ ਛੱਡਿਆ। ਸੰਧਿਆ ਸਮਾਂ ਹੋਇਆ, ਸਤਿਗੁਰੂ ਨੇ ਦੀਵਾਨ ਸਜਾਉਣ ਦਾ ਸਮਾਂ ਜਾਣ ਕੇ ਇਸ਼ਨਾਨ ਪਾਣ ਕੀਤਾ ਅਤੇ ਮਹਾਰਾਜ ਦੀਵਾਨ 'ਚ ਪਹੁੰਚ ਗਏ। ਜਦੋਂ ਦੀਵਾਨ 'ਚ ਪਹੁੰਚੇ, ਇੱਥੇ ਮਹਾਰਾਜ ਦੇ ਦਰਸ਼ਨ ਕਰਨ ਨੂੰ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਇਕੱਤਰ ਹੋ ਰਹੀ ਹੈ। ਇੱਥੇ ਵੀ ਉਹ ਫਿਰ ਜਿਹੜੇ ਮਸੰਦ ਸਿੱਖ ਸਨਗੇ, ਜ਼ਿੰਮੇਵਾਰ ਉਹਨਾਂ ਨੇ ਮਹਾਰਾਜ ਨੂੰ ਹੱਥ ਜੋੜੇ ਵੀ ਪਾਤਸ਼ਾਹ ਆਪ ਜੀ ਨੂੰ ਪਹਿਲਾਂ ਵੀ ਉਹ ਬ੍ਰਾਹਮਣ ਜੀ ਬਾਬਤ ਦੱਸਿਆ ਹੋਇਆ ਹੈ, ਅਤੇ ਕਰੋ ਕਿਰਪਾ ਮਹਾਰਾਜ ਦਾ ਪੁੱਤਰ ਜਿਉਂਦਾ ਕਰ ਦਈਏ। ਮਹਾਰਾਜ ਚੁੱਪ ਰਹੇ, ਕੋਈ ਹੋਰ ਪ੍ਰਸੰਗ ਛੇੜ ਲਿਆ ਕਰਨ। ਫਿਰ ਉਹ ਥੋੜ੍ਹੇ ਸਮੇਂ ਬਾਅਦ ਪਾਤਸ਼ਾਹ ਜੀ ਉਹਨੂੰ ਹੋਰ ਕੋਈ ਆਸਰਾ ਹੀ ਨਹੀਂ ਤੁਹਾਡੇ ਬਿਨਾਂ, ਜੇ ਆਪ ਜੀ ਨੇ ਕੌਤਕ ਨਾ ਕੀਤਾ ਅਤੇ ਵੇਖੋ ਬਾਹਮਣ ਅਤੇ ਬਾਹਮਣੀ ਚੜ੍ਹਾਈ ਕਰ ਜਾਣਗੇ, ਅਤੇ ਉਹ ਕਿੱਡਾ ਵੱਡਾ ਮਹਾਰਾਜ ਨਿੰਦਾ ਹੋਏਗੀ ਗੁਰੂ ਘਰ ਦੀ ਵੀ। ਵੇਖੋ ਇਹਨਾਂ ਨੇ ਗੁਰੂ ਸਾਹਿਬ ਦਾ ਆਸਰਾ ਤੱਕਿਆ ਅਤੇ ਮਹਾਰਾਜ ਨੇ ਇਹਨਾਂ ਦੀ ਬਾਂਹ ਨਾ ਫੜੀ। ਇੱਦਾਂ ਵਾਰ-ਵਾਰ ਜਦੋਂ ਨਾ ਹਟੇ, ਫਿਰ ਮਹਾਰਾਜ ਥੋੜ੍ਹਾ ਵੀਰ ਰਸ ਵਿੱਚ ਆਏ। ਮੱਥੇ ਵੱਟ ਪਾ ਕੇ ਮਹਾਰਾਜ ਨੇ ਆਸਣ ਤੋਂ ਖੜ੍ਹੇ ਹੋ ਕੇ ਉੱਚੀ ਆਵਾਜ਼ ਵਿੱਚ ਆਖਿਆ ਵੀ ਜ਼ਰੂਰ ਪਰਉਪਕਾਰ ਕਰਨਾ ਚਾਹੀਦਾ, ਸਾਨੂੰ ਵੀ ਚਾਹੀਦਾ, ਤੁਹਾਨੂੰ ਵੀ ਚਾਹੀਦਾ। ਭਾਈ ਸਾਹਿਬ ਭਾਈ ਬਾਬਾ ਜੀਵਨ ਜੀ ਬਰਾਜ ਗਏ ਪਰਾਲੀ ਦਾ ਆਸਣ ਲਾ ਕੇ, ਕੱਪੜਾ ਲੈ ਕੇ ਆਪਦੇ ਸਰੀਰ 'ਤੇ ਚਾਦਰਾ ਤਾਣ ਲਿਆ। ਗੁਰੂ ਹਰਿਰਾਏ ਸਾਹਿਬ ਦੇ ਚਰਨੀ ਅਰਦਾਸ ਕਰਕੇ ਸਾਧ ਸੰਗਤ ਜੀ ਅਤੇ ਪ੍ਰਾਣ ਤਿਆਗ ਦਿੱਤੇ ਬਾਬਾ ਜੀਵਨ ਜੀ ਨੇ। ਇੱਦਾਂ ਇੱਧਰ ਪ੍ਰਾਣ ਤਿਆਗਣ ਦੀ ਦੇਰ ਸੀਗੀ। ਬ੍ਰਾਹਮਣ ਦਾ ਪੁੱਤਰ ਮਹਾਰਾਜ ਦੀ ਡਿਊੜੀ 'ਤੇ ਜਿਹੜਾ 3 ਪਹਿਰਾਂ ਤੋਂ ਪਿਆ ਹੋਇਆ ਮੁਰਦਾ, ਉਹ ਜਿਉਂਦਾ ਹੋਇਆ। ਮਾਂ ਬਾਪ ਬੜੇ ਪ੍ਰਸੰਨ ਹੋਏ। ਇੱਦਾਂ ਸਾਧ ਸੰਗਤ ਜੀ ਪਿੱਛੇ ਆਪਾਂ ਪ੍ਰਸੰਗ ਜਿਹੜਾ ਉਹ ਬ੍ਰਾਹਮਣ ਦੇ ਮੋਏ ਪੁੱਤਰ ਜਿਉਂਦੇ ਹੋਣ ਦਾ ਸਰਵਣ ਕਰ ਚੁੱਕੇ ਹਾਂ। ਅਗਲਾ ਜਿਹੜਾ ਪ੍ਰਸੰਗ ਹੈ, ਜਿਵੇਂ ਫਿਰ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਜਦੋਂ ਪਤਾ ਲੱਗਿਆ ਪਾਤਸ਼ਾਹ ਨੂੰ ਵੀ, ਕਿਉਂਕਿ ਮਹਾਰਾਜ ਨੇ ਸ਼ਰਤ ਪਤਾ ਲੱਗ ਹੀ ਗਈ ਵੀ ਬ੍ਰਾਹਮਣ ਦਾ ਪੁੱਤਰ ਜਿਉਂਦਾ ਹੋ ਜਾਏ, ਕੋਈ ਉਮਰ ਦੇ ਦੇ। ਜਦੋਂ ਫਿਰ ਮਹਾਰਾਜ ਨੂੰ ਜਿਵੇਂ ਅੱਗੇ ਪਤਾ ਲੱਗਿਆ ਬ੍ਰਾਹਮਣ ਦੇ ਪੁੱਤਰ ਜਿਉਂਦਾ ਹੋਣ ਦਾ, ਮਹਾਰਾਜ ਕਹਿੰਦੇ ਪਤਾ ਕਰੋ ਵੀ ਕਿਹੜਾ ਸਿੱਖ ਜਿਹਨੇ ਸਾਡਾ ਬਚਨ ਮੰਨ ਕੇ ਅਤੇ ਸਵਾਸ ਦੇ ਦਿੱਤੇ। ਉਹ ਜਿਵੇਂ ਸਾਧ ਸੰਗਤ ਜੀ ਬਾਬਾ ਜੀਵਨ ਜੀ ਨੂੰ ਫਿਰ ਮਹਾਰਾਜ ਨੇ ਜਦੋਂ ਪਤਾ ਲੱਗਿਆ, ਫਿਰ ਬੜੇ ਵਰਦਾਨ ਦਿੱਤੇ। ਐਸੀ ਮਹਾਨ ਜਿਹੜੀ ਕਥਾ ਗੁਰਮੁਖ ਪਿਆਰੇ ਬਾਬਾ ਜੀਵਨ ਜੀ ਦੇ ਜੀਵਨ ਦੀ ਚਿੱਤ ਬਿਰਤੀ ਨੂੰ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਟਿਕਾਉਂਦੇ ਹੋਏ ਸਭ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ। ਧੰਨ ਗੁਰੂ ਪੂਰਨ ਪ੍ਰਭੂ। ਜਦੋਂ ਸਾਧ ਸੰਗਤ ਜੀ ਇਦਾਂ ਧੰਨ ਗੁਰੂ ਹਰਿ ਸਾਹਿਬ ਮਹਾਰਾਜ ਦੇ ਤੱਕ ਖਬਰ ਪਹੁੰਚੀ, ਜਦੋਂ ਬ੍ਰਾਹਮਣ ਦਾ ਪੁੱਤਰ ਜਿਉਂਦਾ ਹੋਇਆ, ਸਿੱਖ ਨੇ ਆ ਕੇ ਆਖਿਆ, ਹੇ ਧੰਨ 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 ਗੁਰੂ ਹਰਿ ਸਾਹਿਬ ਜੀ ਮਹਾਰਾਜ ਦੀ ਸੋਭਾ ਜਿਹੜੀ ਵਡਿਆਈ, ਸਾਰੇ ਪਾਸੇ ਕਰਤਾਰਪੁਰ ਸਾਹਿਬ ਵਿੱਚ ਰੌਲਾ ਪੈ ਗਿਆ ਬ੍ਰਾਹਮਣ ਦੇ ਪੁੱਤਰ ਜਿਉਂਦੇ ਹੋਏ ਦਾ। ਸਭ ਸੰਗਤਾਂ ਸਤਿਗੁਰੂ ਹਰਿ ਸਾਹਿਬ ਮਹਾਰਾਜ ਦੀ ਜੈ ਜੈਕਾਰ ਕਰਦੀਆਂ। ਮਹਾਰਾਜ ਆਪ ਪਰਿਪੂਰਨ ਹੋ, ਖਟ ਭਗਾ ਸੰਪੰਨ, ਸਾਖਸ਼ਾਤ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹੋ। ਸਤਿਗੁਰੂ ਹਰਿ ਸਾਹਿਬ ਜੀ ਮਹਾਰਾਜ ਤੁਹਾਡੀ ਜੈ ਜੈਕਾਰ, ਤੁਹਾਡੀ ਧੰਨ ਹੈ ਆਪ ਜੀ, ਧੰਨ ਹੋ ਧੰਨ ਹੋ ਧੰਨ ਹੋ ਜੀ। ਨਰਕ ਹੈ ਆਪ ਸਮਾਹੇ। ਇਸ ਤਰ੍ਹਾਂ ਸਾਧ ਸੰਗਤ ਜੀ ਕਰਤਾਰਪੁਰ ਸਾਹਿਬ ਦੀਆਂ ਸੰਗਤਾਂ ਸਤਿਗੁਰੂ ਹਰਿ ਸਾਹਿਬ ਮਹਾਰਾਜ ਜੀ ਦੀ ਬੜੀ ਜੈ ਜੈਕਾਰ ਕਰਦੀਆਂ, ਆਪਸ ਵਿੱਚ ਪਾਤਸ਼ਾਹ ਜੀ ਦੀ ਬੜੀ ਸੋਭਾ ਗਾਉਂਦੀਆਂ ਹਨ। ਰਾਮਚੰਦ ਕੇ ਪੌਰ ਜਿਨ। ਉਹ ਸੰਗਤਾਂ ਦੇ ਵਿੱਚੋਂ ਜਿਹੜੇ ਕੋਈ ਹਿੰਦੂ ਸਨਗੇ, ਕਿਉਂਕਿ ਮਹਾਰਾਜ ਦੇ ਘਰ ਸਭ ਆਉਂਦੇ, ਉਹ ਹਿੰਦੂ ਫਿਰ ਉਹ ਪ੍ਰਸੰਗ ਯਾਦ ਕਰਦੇ ਰਾਮਚੰਦਰ ਜੀ ਵਾਲਾ ਪੁਰਾਣਾ ਜਿਹੜਾ ਤ੍ਰੇਤੇ 'ਚ ਵਾਪਰੀ ਸੀ ਘਟਨਾ। ਉਹ ਜਦੋਂ ਸਾਧ ਸੰਗਤ ਜੀ ਕਿਸੇ ਬ੍ਰਾਹਮਣੀ ਦਾ ਪੁੱਤਰ ਸ਼੍ਰੀ ਰਾਮਚੰਦਰ ਜੀ ਦੇ ਰਾਜ ਕਾਲ ਦੌਰਾਨ ਚੜ੍ਹਾਈ ਕੀਤਾ, ਅਤੇ ਉਹ ਫਿਰ ਬ੍ਰਾਹਮਣ ਅਤੇ ਬ੍ਰਾਹਮਣੀ ਨੇ ਰਾਮਚੰਦਰ ਦੇ ਚਰਨੀ ਬੇਨਤੀ ਕੀਤੀ, ਅਤੇ ਉਹ ਰਾਮਚੰਦਰ ਜੀ ਨੇ ਫਿਰ ਉਹਦੇ ਪੁੱਤਰ ਨੂੰ ਜਿਉਂਦਾ ਕਰ ਦਿੱਤਾ ਸੀਗਾ। ਜਿਹੜਾ ਕੋਈ ਪ੍ਰਮਾਣ ਹੁੰਦਾ ਉਹਦਾ ਇੱਕ ਪੱਖ ਲੱਗਦਾ ਹੁੰਦਾ, ਅਤੇ ਬ੍ਰਾਹਮਣ ਦੇ ਪੁੱਤਰ ਨੂੰ ਰਾਮਚੰਦਰ ਜੀ ਨੇ ਜਿਵੇਂ ਜਿਉਂਦਾ ਕੀਤਾ ਸੀ, ਉਹ ਘਟਨਾ ਜਿਹੜੀ ਆ ਉਹ ਗੁਰੂ ਹਰਿ ਸਾਹਿਬ ਮਹਾਰਾਜ ਦੀ ਵਡਿਆਈ ਨਾਲ ਮੇਲ ਨਹੀਂ ਖਾਂਦੀ, ਪਰ ਜਿਉਂਦਾ ਕਰ ਦਿੱਤਾ ਸੀ। ਇਹ ਕੇਵਲ ਜਿਹੜਾ ਕੋਈ ਪ੍ਰਮਾਣ ਹੁੰਦਾ ਹੈ, ਉਪਮਾ, ਉਹਦੀ ਇੱਕ ਅੰਗ ਇੱਕ ਪੱਖ ਵੇਖਿਆ ਜਾਂਦਾ। ਜਿਵੇਂ ਕੋਈ ਆਖੇ ਵੀ ਫਲਾਣੇ ਦਾ ਜਿਹੜਾ ਚਿਹਰਾ ਹੈ ਉਹ ਤਾਂ ਕਮਲ ਦੇ ਫੁੱਲ ਵਰਗਾ ਹੈ, ਪਰ ਫਿਰ ਉਹ ਫੁੱਲ ਨਾਲ ਤਾਂ ਕੰਡੇ ਵੀ ਹੁੰਦੇ ਆ, ਇਸ ਕਰਕੇ ਉਹ ਕੰਡੇ ਛੱਡ ਕੇ ਉਪਮਾ ਦੇਣ ਵਜੋਂ ਕੇਵਲ ਫੁੱਲ ਦੀ ਫਿਰ ਸੋਭਾ ਵੇਖੀ ਜਾਂਦੀ, ਉੱਥੇ ਕੰਡੇ ਨਹੀਂ ਗਿਣੇ ਜਾਂਦੇ। ਇਹਨੂੰ ਸਾਧ ਸੰਗਤ ਜੀ ਅਲੰਕਾਰ ਵਿੱਚ ਜਾਂ ਜਿਵੇਂ ਕੋਈ ਉਪਮਾ ਪ੍ਰਮਾਣ ਹੁੰਦਾ ਜਿਹੜਾ ਵਡਿਆਈ ਵਾਸਤੇ ਦਿੱਤਾ, ਉਹਦਾ ਫਿਰ ਇੱਕ ਪੱਖ ਵੇਖਿਆ ਜਾਂਦਾ। ਉਹ ਜਿਹੜੇ ਕੋਈ ਹਿੰਦੂ ਸਨ ਉੱਥੇ ਸਭਾ ਦੇ ਵਿੱਚ ਮਹਾਰਾਜ ਦੀ ਸੁਣੀ ਗੁਰੂ ਹਰਿ ਸਾਹਿਬ ਜੀ ਦੀ ਵੱਡੀ ਵਡਿਆਈ, ਕਹਿਣ ਲੱਗੇ ਜਿਵੇਂ ਤ੍ਰੇਤੇ ਯੁੱਗ ਦੇ ਅੰਦਰ ਰਾਮਚੰਦ ਜੀ ਦੇ ਦਰਵਾਜ਼ੇ ਉੱਪਰ ਮ੍ਰਿਤਕ ਬਿਪਰ ਸੁਤ ਜਾਹੇ। ਇੱਕ ਬ੍ਰਾਹਮਣ ਨੇ ਆਪਦੇ ਮ੍ਰਿਤਕ ਮੁਰਦੇ ਹੋਏ ਪੁੱਤਰ ਨੂੰ ਪਾ ਦਿੱਤਾ ਸੀ, ਲਟਾ ਦਿੱਤਾ ਸੀ। ਚੌਪਈ ਸੁਣੀ ਕਥਾ ਮਹਿ ਦਿਜ ਲਿਹ ਗਇਓ। ਤੇ ਉਹ ਜਿਹੜਾ ਕਈ ਕਹਿੰਦੇ ਵੀ ਅਸੀਂ ਕਥਾ ਸੁਣੀ ਹੋਈ ਹੈ, ਉਸ ਕਥਾ ਦੇ ਵਿੱਚ ਇੱਦਾਂ ਹੋਇਆ ਸੀ ਵੀ ਜਦੋਂ ਬ੍ਰਾਹਮਣ ਰਾਮਚੰਦਰ ਜੀ ਦੇ ਦਰਵਾਜ਼ੇ ਤੇ ਆਪਦੇ ਮੁਰਦੇ ਪੁੱਤਰ ਨੂੰ ਲੈ ਗਿਆ ਸੀ, ਅਧਿਕ ਵਿਰਲਾਪ ਰਾਮ ਦਰ ਕੀਓ। ਤੇ ਰਾਮਚੰਦਰ ਜੀ ਦੇ ਦਰਵਾਜ਼ੇ ਤੇ ਬਹਿ ਕੇ ਉਹਨੇ ਬੜਾ ਵਿਰਲਾਪ ਕੀਤਾ, ਬੜਾ ਰੋਣਾ ਤੇ ਬੜਾ ਕਲੇਸ਼ ਕੀਤਾ ਸੀ। ਤਬ ਰਘੁਬਰ ਬਹੁ ਕਰੇ ਉਪਾਏ। ਤਾਂ ਰਾਘਵ ਕੁਲ ਦੇ ਵੀਰ ਸੂਰਮੇ ਰਾਮਚੰਦਰ ਜੀ ਨੇ ਬੜੇ ਭਾਰੀ ਉਪਾਏ ਕੀਤੇ ਸਨ ਇਹਨੂੰ ਜਿਉਂਦਾ ਕਰਨ ਦੇ। ਜਿਮ ਨਾਰਦ ਮਨ ਦੀਏ ਬਤਾਏ। ਤੇ ਜਿਵੇਂ ਨਾਰਦ ਮਨ ਦੀ ਥਾਂ ਤੇ ਮੁਣ ਹੈ, ਇੱਥੇ ਔਂਕੜ ਮਿਟਿਆ ਹੋਇਆ ਲਾਲਾ, ਜਿਵੇਂ ਨਾਰਦ ਮੁਨ ਨੇ ਫਿਰ ਉਹ ਦੱਸਿਆ ਸੀ ਵੀ ਸ਼ੰਭੂਕ ਨਾਮ ਦਾ ਸ਼ੂਦਰ ਜਿਹਨੂੰ ਵੇਦ ਦੁਆਰਾ ਆਗਿਆ ਨਹੀਂ ਹੈ, ਉਹ ਤਪ ਕਰ ਰਿਹਾ ਪੁੱਠਾ ਲਟਕ ਕੇ, ਤੇ ਰਾਮਚੰਦਰ ਨੇ ਉਹਦਾ ਸਿਰ ਵੱਢ ਕੇ ਬ੍ਰਾਹਮਣ ਦਾ ਪੁੱਤਰ ਜਿਉਂਦਾ ਕੀਤਾ ਹੈ ਸੀ। ਜਿਉਂ ਕਿਉਂ ਕਰ ਤਿਜ ਪੁੱਤਰ ਜਿਵਾਇਓ। ਜਿਵੇਂ ਕਿਵੇਂ ਕਰਕੇ ਰਾਮਚੰਦਰ ਜੀ ਨੇ ਬ੍ਰਾਹਮਣ ਦੇ ਪੁੱਤਰ ਨੂੰ ਜਿਉਂਦਾ ਕੀਤਾ ਸੀ ਤ੍ਰੇਤੇ ਯੁੱਗ ਦੇ ਅੰਦਰ। ਜਿਸ ਤਰ੍ਹਾਂ ਰਾਮਚੰਦ ਨਿਜ ਨੇਮ ਨਿਭਾਹੇ। ਰਾਮਚੰਦਰ ਨੇ ਆਪਣਾ ਨੇਮ ਨਿਭਾ ਦਿੱਤਾ ਸੀਗਾ ਵੀ ਰਾਮਚੰਦਰ ਦੇ ਰਾਜ ਵਿੱਚ ਕੋਈ ਬ੍ਰਾਹਮਣ ਆਦਿਕ ਚੜ੍ਹਾਈ ਨਹੀਂ ਕਰੇਗਾ। ਸੋ ਗਤ ਭਈ ਗੁਰੂ ਦਰਬਾਰ। ਉਹ ਜਿਹੜੇ ਹਿੰਦੂ ਇਹ ਪ੍ਰਮਾਣ ਦਿੰਦੇ ਆ ਵੀ ਭਾਈ ਇਹ ਤਾਂ ਅਸੀਂ ਗੁਰੂ ਹਰਿ ਸਾਹਿਬ ਦਾ ਦਰ ਵੇਖ ਕੇ ਹੈਰਾਨ ਵੀ ਅਸੀਂ ਰਾਮਚੰਦਰ ਜੀ ਦੀ ਕਥਾ ਇੱਦਾਂ ਸੁਣੀ ਸੀ, ਪਰ ਕਲਯੁੱਗ ਵਿੱਚ ਅੱਜ ਤੱਕ ਕਿਸੇ ਨੇ ਇੱਦਾਂ ਕੀਤਾ ਨਹੀਂ। ਧੰਨ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰੂ ਦਰਬਾਰ ਵਿੱਚ ਇੱਦਾਂ ਦੀ ਘਟਨਾ ਸੀ ਵਾਪਰੀ ਵੇਖੀ ਹੈ। ਦਿਜ ਸੰਕਟ ਤੇ ਲੀਨ ਉਬਾਰ। ਪਾਤਸ਼ਾਹ ਸਤਿਗੁਰੂ ਹਰਿ ਸਾਹਿਬ ਨੇ ਦੁਖੀ ਬ੍ਰਾਹਮਣ ਨੂੰ ਪੁੱਤ ਮਰੇ ਤੋਂ ਜਿਹੜਾ ਦੁੱਖ ਹੋਇਆ ਉਹਦੇ ਤੋਂ ਕੱਢ ਲਿਆ, ਉਹਦੇ ਪੁੱਤਰ ਨੂੰ ਜਿਉਂਦਾ ਕੀਤਾ ਹੈ। ਇਵ ਸੰਵਾਦ ਕਰੈ ਨਰ ਨਾਰੀ। ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਕਿ ਹਿੰਦੂ ਲੋਕ ਹੈ ਆਦਿ ਧਰਮ ਦੀਆਂ ਸਾਖੀਆਂ ਯਾਦ ਕਰਦੇ, ਅਵਤਾਰਾਂ ਦੇ
ਗੁਣ ਯਾਦ ਕਰਦੇ ਰਾਮਚੰਦਰ ਜੀ ਵਰਗਿਆਂ ਦੇ। ਹੋਰ ਵੀ ਜਿਹੜੇ ਕੋ ਸਿੱਖ ਹਨਗੇ ਉਹ ਪੁਰਾਤਨ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਆਦ ਜਿਹੜੇ ਕੋ ਕੌਤਕ ਵਰਤੇ ਸੀ, ਉਹ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ ਆਪਸ ਦੇ ਵਿੱਚ ਉਹ ਜਿਹੜੇ ਹਨ ਵਿਚਾਰ ਵਟਾਂਦਰਾ ਕਰਦੇ ਆ। ਗੁਰ ਕੀਰਤ ਕੋ ਕਰੈ ਉਚਾਰੀ। ਇੱਕ ਦੂਜੇ ਦੇ ਨਾਲ ਗੁਰੂ ਨਾਨਕ ਸਾਹਿਬ, ਗੁਰੂ ਹਰਿਰਾਏ ਸਾਹਿਬ ਦੇ ਘਰ ਦੀ ਮਹਾਨ ਸਿਫਤ ਸਲਾਘਾ ਬੜੀ ਭਾਰੀ ਵਡਿਆਈ ਕਰ ਰਹੇ ਹਨ। ਸਭਾ ਬਿਖੈ ਜਬ ਸੁਧ ਚੱਲ ਗਈ। ਇੱਧਰ ਜਦੋਂ ਸਿੱਖ ਆਪਸ ਵਿੱਚ ਰੌਲਾ ਪਿਆ ਹੋਇਆ ਤੇ ਗੁਰੂ ਹਰਿਰਾਏ ਸਾਹਿਬ ਦੀ ਜੈ ਜੈਕਾਰ ਹੁੰਦੀ ਹੈ। ਕਿਸੇ ਸਿੱਖ ਨੇ ਖਬਰ ਕੀਤੀ ਜਾ ਕੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਬਾਹਮਣ ਦੇ ਪੁੱਤ ਜਿਉਂਦੇ ਹੋਣ ਦੀ। ਜਦੋਂ ਪਾਤਸ਼ਾਹ ਮਹਾਰਾਜ ਦੀ ਸਭਾ ਵਿੱਚ ਇਹ ਗੱਲ ਪਹੁੰਚੀ ਹੈ, ਵਿਪਰ ਪੁੱਤਰ ਜੀਵਾਇਓ ਸੁਧ ਭਈ। ਕਿਸੇ ਨੇ ਆਖਿਆ, ਮਹਾਰਾਜ ਪਾਤਸ਼ਾਹ ਜੀ ਆਪ ਜੀ ਬੜੀ ਕਿਰਪਾ ਕੀਤੀ, ਤੁਹਾਡੀ ਦਇਆ ਸਦਕਾ ਮਹਾਰਾਜ ਬ੍ਰਾਹਮਣ ਦਾ ਮੁਰਦਾ ਪੁੱਤਰ ਜਿਉਂਦਾ ਹੋ ਗਿਆ ਹੈ। ਸੁਨਿਓ ਅਚਾਨਕ ਸ੍ਰੀ ਹਰਿ ਰਾਏ। ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਜਦੋਂ ਸਿੱਖ ਦੇ ਮੂੰਹ ਅਚਾਨਕ ਹੀ ਇਹ ਬਚਨ ਸੁਣੇ ਵੀ ਪੁੱਤਰ ਬ੍ਰਾਹਮਣ ਦਾ ਮੋਇਆ ਜਿਹੜਾ ਜਿਉਂਦਾ ਹੋ ਗਿਆ ਹੈ। ਬੂਝਿਓ ਸ਼ੀਘਰ ਕਹਿਓ ਜਬ ਆਏ। ਮਹਾਰਾਜ ਨੇ ਸਾਧ ਸੰਗਤ ਜੀ ਫਿਰ ਇਹ ਨਹੀਂ ਪੁੱਛਿਆ ਵੀ ਉਹ ਪੁੱਤਰ ਕਿੱਥੇ ਜਿਹੜਾ ਜਿਉਂਦਾ ਹੋਇਆ। ਬੜੀ ਛੇਤੀ ਨਾਲ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਸੁਨੇਹਾ ਦੇਣ ਆਏ ਹੋਏ ਸਿੱਖ ਨੂੰ ਪੁੱਛਿਆ ਹੈ। ਕਿਹਾ ਸਿੱਖ ਆਪਨ ਆਰ ਬਲ ਦੀਨ। ਮਹਾਰਾਜ ਕਹਿੰਦੇ ਕਿਹੜੇ ਸਿੱਖ ਨੇ ਆਪਦੀ ਉਮਰਾ ਦਿੱਤੀ ਹੈ। ਸੱਚੇ ਪਾਤਸ਼ਾਹ ਨੇ ਨਹੀਂ ਪੁੱਛਿਆ ਵੀ ਉਹ ਪੁੱਤਰ ਜਿਉਂਦਾ ਹੋਇਆ ਕਿ ਨਹੀਂ। ਮਹਾਰਾਜ ਸਿੱਖ ਜਦੋਂ ਦੱਸਿਆ ਮਹਾਰਾਜ ਉਹ ਬ੍ਰਾਹਮਣ ਦਾ ਪੁੱਤ ਜਿਉਂਦਾ ਹੋਇਆ, ਪਾਤਸ਼ਾਹ ਕਹਿੰਦੇ ਕਿਹੜੇ ਸਿੱਖ ਨੇ ਆਪਦੀ ਉਮਰਾ ਜਿਹੜੀ ਉਹ ਅਰਦਾਸ ਕਰਾ ਦਿੱਤੀ ਹੈ। ਪਰ ਉਪਕਾਰ ਕਿਨਹੋ ਅਸਕੀਨ। ਕਿਹੜਾ ਐਸਾ ਮਹਾਨ ਗੁਰਮੁਖ ਪਿਆਰਾ ਹੈ ਜਿਨੇ ਐਡਾ ਭਾਰੀ ਪਰਉਪਕਾਰ ਕੀਤਾ ਹੈ। ਸੁਨਤ ਸਭਾ ਸਤ ਬਿਸਮਹਿ ਭਏ। ਸਾਰੀ ਸਭਾ ਹੈਰਾਨ ਹੋ ਗਈ ਵੀ ਇੱਥੇ ਤਾਂ ਕੋਈ ਸਿੱਖ ਉੱਠਿਆ ਨਹੀਂ। ਇੰਨੀ ਸਭਾ ਦੇ ਵਿੱਚੋਂ ਕਿਸੇ ਸਿੱਖ ਨੇ ਹਿਆ ਹੀ ਨਹੀਂ ਕੀਤਾ ਵੀ ਮਹਾਰਾਜ ਦੇ ਕਹੇ ਤੇ ਆਪਦੀ ਉਮਰ ਅਰਦਾਸ ਕਰਾ ਦੇਵੇ। ਤਾਂ ਇਹ ਸੁਣ ਕੇ ਮਹਾਰਾਜ ਦੇ ਮੁਖੋਂ ਬਚਨ ਸਾਰੀ ਸਭਾ ਜਿਹੜੀ ਕਰਤਾਰਪੁਰ ਸਾਹਿਬ ਦਾ ਭਰਿਆ ਪੰਡਾਲ ਦੀ ਬਾਣ ਸਜ ਰਹੇ ਹੈ, ਸਭ ਹੈਰਾਨ ਹੁੰਦੇ ਇੱਕ ਦੂਜੇ ਦੇ ਮੁਖ ਵੱਲ ਵੇਂਦੇ ਹਨ। ਚਪਲ ਬਿਲੋਚਨ ਇਤ ਉਤ ਕੀਏ। ਖੱਬੇ ਸੱਜੇ ਸਿੱਖ ਨੇਤਰ ਮਾਰਦੇ ਵੀ ਖਰੇ ਇੱਥੇ ਦੀਵਾਨ 'ਚ ਕੋਈ ਮੁਰਦਾ ਪਿਆ ਹੋਏਗਾ ਜਿਹਨੇ ਆਪਦੀ ਉਮਰ ਜਿਹੜੀ ਅਰਦਾਸ ਕਰਾ ਦਿੱਤੀ ਹੈ, ਖਰੇ ਸਾਡੇ 'ਚੋਂ ਹੀ ਕੋਈ ਸਿੱਖ ਹੋਏਗਾ। ਸਾਰੇ ਪੰਡਾਲ 'ਚ ਝਾਤੀ ਮਾਰੀ ਪਰ ਕਿਤੇ ਵੀ ਕੋਈ ਸਿੱਖ ਲੰਮਾ ਪਿਆ ਹੋਇਆ ਮੁਰਦਾ ਨਹੀਂ ਦਿਸਿਆ ਹੈ। ਨਿਜ ਨਿਜ ਨਿਕਟ ਪਿਖਹਿ ਸਭ ਬੈਸੇ। ਸਭ ਆਪੋ ਆਪਣੇ ਲਾਗੇ ਤਾਗੇ ਵੇਂਦੇ ਆ। ਗੁਰੂ ਕੇ ਸਿੱਖ ਜਿਹੜੇ ਕੋਈ ਦਾਸ ਸੀਗੇ, ਸੇਵਾਦਾਰ, ਉਹ ਵੀ ਸਾਧ ਸੰਗਤ ਜੀ ਖੱਬੇ ਸੱਜੇ ਸਭ ਪਾਸੇ ਪੰਡਾਲ ਵਿੱਚ ਵੇਖ ਰਹੇ ਹਨ। ਮਰਿਓ ਕੌਣ ਵਿਚਾਰਤ ਐਸੇ। ਸਾਰੇ ਵੇਂਦੇ ਆ ਵੀ ਕੌਣ ਮਰਿਆ। ਹੁਣ ਸਿੱਖ ਤਾਂ ਪੰਡਾਲ 'ਚ ਤਾਂ ਦੀਦਾ ਕੋਈ ਨਹੀਂ, ਤੇ ਬਾਹਰਲੇ ਨੂੰ ਕੀ ਪਤਾ ਵੀ ਮਹਾਰਾਜ ਨੇ ਕੀ ਕਿਹਾ ਹੈ ਵੀ ਜਿਹੜਾ ਉਪਕਾਰ ਕਰਨਾ ਤੇ ਆਪਦੀ ਉਮਰ ਦੇ ਦਿਓ, ਅਸੀਂ ਜਿਉਂਦਾ ਕਰ ਦਿੰਦੇ ਹਾਂ ਬਾਹਮਣ ਦੇ ਪੁੱਤ ਨੂੰ। ਤਾਂ ਬਾਹਰ ਕਿਸੇ ਨੂੰ ਪਤਾ ਨਹੀਂ, ਸੁਣਿਆ ਤਾਂ ਪੰਡਾਲ 'ਚ ਹੀ ਹੈ ਨਾ ਸਿੱਖਾਂ ਨੇ। ਪਰ ਪੰਡਾਲ ਦੇ ਵਿੱਚ ਕੋਈ ਸਿੱਖ ਦੀ ਲਾਸ਼ ਨਹੀਂ ਦੀਦੀ, ਕੋਈ ਸਿੱਖ ਚੜ੍ਹਾਈ ਕੀਤਾ ਨਹੀਂ ਦਿਸਦਾ ਹੈ। ਪੁਨః ਸ਼ੀਘ੍ਰ ਗੁਰ ਬੂਝਨ ਕੀਨ। ਫਿਰ ਦੁਬਾਰਾ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਦੂਜੀ ਵਾਰੀ ਫਿਰ ਪੁੱਛਣਾ ਕੀਤਾ ਹੈ। ਕਿਉਂ ਨਾ ਕਹੋ ਕਿ ਨ ਜੀਵਨ ਦੀਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਉਂ ਨਹੀਂ ਬੋਲਦੇ ਸਿੱਖੋ। ਅਸੀਂ ਪੁੱਛਦੇ ਹਾਂ ਵੀ ਬ੍ਰਾਹਮਣ ਦਾ ਪੁੱਤ ਤਾਂ ਜਿਉਂਦਾ ਹੋ ਗਿਆ, ਪਰ ਇਹ ਦੱਸੋ ਵੀ ਕਿਹੜੇ ਸਾਡੇ ਸਿੱਖ ਨੇ ਆਪਦੀ ਉਮਰ ਉਸ ਬੱਚੇ ਨੂੰ ਅਰਦਾਸ ਕਰਵਾਈ ਹੈ। ਛਰੀਦਾਰ ਕਰ ਜੋਰ ਉਚਾਰਾ। ਜਿਹੜਾ ਚੋਬਦਾਰ ਖੜਾ ਸੀ ਨਾ, ਜਿਵੇਂ ਕੋਈ ਦਰਵਾਜ਼ੇ ਤੇ ਦਰਬਾਨ 'ਚ ਹੀ ਖੜੇ ਹੁੰਦੇ ਵੀ ਅੰਦਰ ਕੌਣ ਜਾਂਦਾ, ਜਿਵੇਂ ਹੁਣ ਕੋਈ ਰੋਕ ਟੋਕ ਵਾਸਤੇ ਵੀ ਭਾਈ ਐਸੇ ਕੱਪੜੇ ਪਹਿਨ ਕੇ ਜਾਣੇ ਆ, ਤੇ ਇੱਦਾਂ ਹੁਣ ਤਾਂ ਇੰਨੇ ਸਿੱਖ ਹੀ ਹੈ ਹੀ ਨਹੀਂ, ਚੋਬਦਾਰ ਕਿੱਥੇ ਇੱਥੇ। ਸਾਧ ਸੰਗਤ ਜੀ ਕੋਈ ਮਹਾਰਾਜ ਸੱਚੇ ਪਾਤਸ਼ਾਹ ਦੀ ਅਸਵਾਰੀ ਦਾ ਕੋਈ ਚੌਰ ਸਾਹਿਬ ਨਹੀਂ ਕਰਨ ਵਾਲਾ ਹੁੰਦਾ ਅੰਮ੍ਰਿਤ ਵੇਲੇ। ਤਾਂ ਗੁਰੂ ਧਾਮਾਂ ਦੇ ਵਿੱਚ ਐਸਾ ਹਾਲ ਬਣ ਚੁੱਕਾ। ਉਦੋਂ ਚੋਬਦਾਰ 25 ਸਿੱਖ ਮਹਾਰਾਜ ਦੀ ਸੰਗਤ 'ਚ ਰਹਿੰਦੇ ਸੀ ਚੱਤੇ ਪੈਰ। 10ਵੇਂ ਪਾਤਸ਼ਾਹ ਮਹਾਰਾਜ ਦੇ ਹਜ਼ੂਰੀ ਸਿੰਘ ਹੁੰਦੇ ਸੀ 25। 2 ਚੋਬਦਾਰ ਬਾਹਰਲੇ ਸਾਧ ਸੰਗਤ ਜੀ, 2 ਚੌਰ ਬਰਦਾਰ, 1 ਪੱਖਾ ਚੱਲਣ ਵਾਸਤੇ, 2 ਪੱਖੇ ਚੱਲਣ ਵਾਸਤੇ, 2 4 2 6। ਇਸ ਤਰ੍ਹਾਂ ਸਾਧ ਸੰਗਤ ਜੀ 5 ਅਰਦਾਸੀ ਹੁੰਦੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ। ਤੇ ਇਸ ਤਰ੍ਹਾਂ ਮਹਾਰਾਜ ਦੇ ਫਿਰ ਪਹਿਰੇਦਾਰ ਹੁੰਦੇ ਸਾਰੀ ਸੰਗਤ ਵਿੱਚ ਦੂਰ ਤੱਕ ਖੜ੍ਹੇ ਹੋਏ ਮਹਾਰਾਜ ਦੇ ਮਗਰ ਸੂਰਮੇ। ਗੁਰੂ ਹਰਿਰਾਏ ਸਾਹਿਬ ਦੀ ਸਭਾ 'ਚ 2200 ਸੂਰਮਾ ਹੁੰਦਾ ਸੀ ਜਿਹੜਾ ਹਜ਼ੂਰੀ ਸੀ ਮਹਾਰਾਜ ਦਾ। ਜਦੋਂ ਪਾਤਸ਼ਾਹ ਨੇ ਸਭਾ 'ਚ ਆ ਕੇ ਬਹਿਣਾ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ, ਉਹਨਾਂ ਸਿੱਖਾਂ ਨੇ ਸਾਰੇ ਦੀਵਾਨ ਦੇ ਘੇਰੇ ਕਰੇ ਬਰਸ਼ੇ ਲੈ ਕੇ ਤੇ ਤਿਆਰ ਹੋ ਕੇ ਖੜ੍ਹ ਜਾਣਾ। ਕਿਸੇ ਨੇ ਦਰਵਾਜ਼ੇ ਤੇ 5 7 ਖੜ੍ਹ ਜਾਣਾ।
ਕੁਝ ਮਰਦੇ ਹਜ਼ੂਰੀ 'ਚ ਬਹਿ ਜਾਣੇ ਤਿਆਰ ਬਰ ਤਿਆਰ, ਅਤੇ ਸਾਰਾ ਪੰਡਾਲ ਚਾਰ ਚੁਫੇਰੇ ਉਹ ਖੜ੍ਹੇ ਰਹਿੰਦੇ ਸੀ ਉਹਨਾਂ ਸਮਾਂ, ਜਿੰਨਾ ਸਮਾਂ ਮਹਾਰਾਜ ਦਾ ਪੰਡਾਲ ਸਜਿਆ ਰਹਿੰਦਾ। ਬਹੁਤ ਚੌਕ ਚੁਕੰਨੇ ਹੋ ਕਰਕੇ ਪਹਿਰਾ ਦਿੰਦੇ, ਆਈਆਂ ਸੰਗਤਾਂ ਨੂੰ ਸਾਂਭਦੇ, ਸੇਵਾ ਕਰਦੇ, ਸੰਗਤਾਂ ਨੂੰ ਗੁਰੂ ਘਰ ਦੀ ਮਾਣ ਮਰਿਆਦਾ ਦੱਸਦੇ, ਸਿਖਾਉਂਦੇ ਵੀ ਗੁਰੂ ਘਰ ਵਿੱਚ ਕਿਵੇਂ ਆਈਦਾ, ਕਿਵੇਂ ਬਹੀਦਾ, ਕੀ ਕੁਝ ਕਰਨਾ ਚਾਹੀਦਾ, ਬਿਧ ਕਰਮ ਕਿਹੜੇ, ਨਖਿਧ ਕਰਮ ਕਿਹੜੇ ਹੈ। ਇਸ ਤਰ੍ਹਾਂ ਫਿਰ ਉਹ ਜਿਹੜੇ ਦਰਬਾਨ 'ਚ ਹੀ ਹੁੰਦੇ, ਚੋਭਾਂ ਫੜ ਖੜ ਕੇ ਬਾਹਰ ਖੜ੍ਹੇ ਹੁੰਦੇ ਜਿਹੜੇ ਗੁਰਮੁਖ। ਜਦੋਂ ਮਹਾਰਾਜ ਨੇ ਦੂਜੀ ਵਾਰੀ ਪੁੱਛਿਆ ਵੀ ਸਿੱਖੋ ਬੋਲਦੇ ਕੋਈ ਕਿਉਂ ਨਹੀਂ, ਕੋਈ ਕਿਹੜਾ ਸਿੱਖ ਹੈ ਜਿਹਨੇ ਆਪਦੇ ਪ੍ਰਾਣ ਦਿੱਤੇ, ਭੱਜ ਕੇ ਚੋਬਦਾਰ ਉਹ ਵਹਿੰਦਾ ਪਿਆ ਸੀ। ਉਦੋਂ ਬਾਬਾ ਜੀਵਨ ਜੀ ਉੱਠ ਕੇ ਗਏ। ਉਹ ਦਵਾ ਦਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਪਹੁੰਚਾ, ਹੱਥ ਜੋੜ ਕੇ ਗਰੀਬ ਨਵਾਜ ਮਹਾਰਾਜ ਨੂੰ ਬੇਨਤੀ ਕੀਤੀ ਹੈ। ਮਹਾਰਾਜ ਨਹਿ ਦੁਤੀ ਸਿਧਾਰਾ। ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੋਂ ਕੋਈ ਨਹੀਂ ਗਿਆ ਗਰੀਬ ਨਵਾਜ, ਇੱਥੇ ਸਾਰੇ ਦੇ ਸਾਰੇ ਸਿੱਖ ਬੈਠੇ ਹੋਏ ਆ, ਦੂਜਾ ਤਾਂ ਇੱਥੋਂ ਕੋਈ ਅਸੀਂ ਉੱਠ ਕੇ ਜਾਂਦਾ ਨਹੀਂ ਵੇਖਿਆ ਹੈ। ਇੱਕ ਜੀਵਨ ਭਗਤੂ ਸੁਤ ਗਇਓ। ਭਾਈ ਭਗਤੂ ਜੀ ਬ੍ਰਹਮ ਗਿਆਨੀ ਮਹਾਂਪੁਰਖਾਂ ਦਾ ਛੋਟਾ ਸਾਹਿਬਜ਼ਾਦਾ ਭਾਈ ਸਾਹਿਬ ਭਾਈ ਬਾਬਾ ਜੀਵਨ ਜੀ ਇੱਥੋਂ ਉੱਠ ਕੇ ਜਾਂਦੇ ਅਸੀਂ ਵੇਖੇ ਹੈ। ਉਹਨਾਂ ਤੋਂ ਬਿਨਾਂ ਮਹਾਰਾਜ ਅਸੀਂ ਪਹਿਰੇ 'ਤੇ ਸਾਂ। ਤੁਹਾਡੀ ਸਾਰੀ ਸਭਾ 'ਚੋਂ ਜਦੋਂ ਦਾ ਦੀਵਾਨ ਸਜਿਆ ਕੋਈ ਸਿੱਖ ਉੱਠ ਕੇ ਨਹੀਂ ਗਿਆ ਹੈ ਜੀ। ਹਟ ਕਰ ਸੋ ਨਹਿ ਆਵਤ ਭਇਓ। ਤੇ ਮਹਾਰਾਜ ਫਿਰ ਗਿਆ ਹੈ, ਤੇ ਅਸੀਂ ਆਖਿਆ ਸ਼ਾਇਦ ਕੋਈ ਜਿਹੜਾ ਉਹ ਸ਼ਰਲੇ ਆਦਿਕ ਦੀ ਹੁਜਤ ਆ ਜਾਂਦੀ ਤਾਂ, ਪਰ ਨਹੀਂ ਮਹਾਰਾਜ ਉਹ ਵਾਪਸ ਨਹੀਂ ਜੇ ਆਇਆ। ਭਾਈ ਜੀਵਨ ਜੀ ਗਏ ਹੈ ਤੇ ਪੁਨः ਮੁੜ ਕੇ ਵਾਪਸ ਨਹੀਂ ਆਏ ਹਨ। ਅਪਰ ਸਭਾ ਸਭ ਬੈਠੀ ਹੈ। ਬਾਕੀ ਸਾਰੀ ਸਭਾ ਪਾਤਸ਼ਾਹ ਜੀ ਬੈਠੀ ਹੋਈ, ਇੱਕ ਵੀ ਸਿੱਖ ਬਾਹਰ ਨਹੀਂ ਗਿਆ, ਸਗੋਂ ਬਾਹਰੋਂ ਸੰਗਤ ਅੰਦਰ ਆ ਰਹੀ ਹੈ। ਵਿਪਰ ਪ੍ਰਸੰਗ ਸੁਨਤ ਜਿਹ ਕਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਕੋ ਬ੍ਰਾਹਮਣ ਦੇ ਬੱਚੇ ਜਿਉਣ ਦਾ ਜਿਹੜਾ ਪ੍ਰਸੰਗ ਹੈ ਜੀ, ਸੋ ਰਾਵਤ ਕੇ ਹੁਤੋ ਪਿਛਾਰੀ। ਤੇ ਮਹਾਰਾਜ ਉਹ ਸੁਣਿਆ ਸਾਰਾ। ਬਾਬਾ ਜੀਵਨ ਉਹਦੇ ਇੱਥੇ ਸੀ ਜਦੋਂ ਤੁਸੀਂ ਕਹਿੰਦੇ ਸੀ ਵੀ ਜਿਉਂਦਾ ਤਾਂ ਕਰ ਦਈਏ, ਬਾਹਮਣ ਦਾ ਪੁੱਤ ਕੋਈ ਸਿੱਖ ਆਪਦੀ ਉਮਰ ਦੇ। ਪਾਤਸ਼ਾਹ ਜੀ ਇੱਥੇ ਪਿਛਾਂ ਹੋ ਕੇ ਸੰਗਤ ਤੋਂ ਬਾਬਾ ਜੀਵਨ ਜੀ ਬੈਠੇ ਸਨ, ਬਿਲਕੁਲ ਮਗਰਲੀ ਕਤਾਰ ਵਿੱਚ ਸੁਣ ਰਹੇ ਸਨ। ਨਿਕਸਿਓ ਤੂਛਨ ਬੰਧਨ ਧਾਰੀ। ਤੇ ਉੱਥੋਂ ਹੀ ਪਿਛਾਂ ਹੀ ਸੰਗਤ ਦੇ ਵਿੱਚ ਮੱਥਾ ਟੇਕ ਕੇ ਤੇ ਭਾਈ ਸਾਹਿਬ ਜੀ ਉੱਥੋਂ ਪੰਡਾਲ ਦੇ ਵਿੱਚ ਉੱਠ ਕੇ ਚੁੱਪਚਾਪ ਚਲੇ ਗਏ ਸਨ, ਅਸੀਂ ਵੇਖੇ ਹੈ। ਸੁਨੁ ਗੁਰ ਕਹਿਓ ਸ਼ੀਘਰ ਸੁਤ ਲੀਜੈ। ਮਹਾਰਾਜ ਫਿਰ ਕਹਿੰਦੇ ਅੱਛਾ ਭਾਈ ਜੀਵਨ ਜੀ ਗਏ ਆ, ਛੇਤੀ ਕਰੋ ਖਬਰ ਲਓ ਕਿੱਥੇ ਆ ਬਈ ਭਾਈ ਜੀਵਨ ਜੀ ਕਿੱਥੇ ਹੋਣ। ਹੁਣ ਦਵਾ ਦਵ ਖਬਰ ਕੀਤੀ ਜਾਵੇ, ਲੱਭਿਆ ਜਾਵੇ ਭਾਈ ਜੀਵਨ ਜੀ ਦਾ ਸਰੀਰ ਕਿੱਥੇ ਹੈ। ਤਿਸ ਬੇ ਲੋਕ ਹਮ ਸੰਗ ਕਹੀਜੈ। ਮਹਾਰਾਜ ਕਹਿੰਦੇ ਛੇਤੀ ਵੇਖੋ ਤੇ ਸਾਨੂੰ ਛੇਤੀ ਤੋਂ ਛੇਤੀ ਦੱਸਿਆ ਜਾਏ ਜੀ। ਦੌੜੇ ਦਾਸ ਗਏ ਦੁਇ ਤੀਨ। ਜਿਹੜੇ ਸਿੱਖ ਸੀ ਸਾਧ ਸੰਗਤ ਜੀ ਭੱਜ ਕੇ ਜਿੱਥੇ ਬਾਬਾ ਜੀਵਨ ਜੀ ਦਾ ਡੇਰਾ ਸੀ ਨਾ, ਜਿੱਥੇ ਆ ਕੇ ਉਹਨਾਂ ਨੇ ਟਿਕਾ ਕੀਤਾ ਹੋਇਆ ਸੀ, ਕਿਉਂਕਿ ਕਈ ਦਿਨਾਂ ਤੋਂ ਇੱਥੇ ਰਹਿ ਰਹੇ ਸਨ ਕਿ ਕਰਤਾਰਪੁਰ ਸਾਹਿਬ। ਜਦੋਂ ਇਹਨਾਂ ਨੇ ਸਿੱਖਾਂ ਨੇ ਭਾਈ ਜੀਵਨ ਜੀ ਦੇ ਡੇਰੇ ਵਿੱਚ ਪਹੁੰਚ ਕੀਤੀ ਹੈ। ਡੇਰੇ ਪ੍ਰਥਮ ਜਾਏ ਪਿਖਲੀਨ। ਸਿੱਖਾਂ ਨੂੰ ਪਤਾ ਸੀ ਵੀ ਡੇਰੇ 'ਚ ਹੀ ਹੋਣੇ, ਜਮਾਂ ਜਾ ਕੇ ਸਿੱਧਾ ਜਿੱਥੇ ਉਹਨਾਂ ਦਾ ਤੰਬੂ ਲੱਗਾ ਹੋਇਆ, ਸਿੱਖ ਜਾ ਕੇ ਉੱਥੇ ਪਹੁੰਚੇ ਤੇ ਜਾਂਦਿਆਂ ਕੀ ਵੇਖਿਆ ਹੈ। ਬਸਤਰ ਅਛਾਦਤ ਤ੍ਰਿਨਨ ਭਰਿਓ ਕਿ ਹੈ। ਬਾਬਾ ਜੀਵਨ ਜੀ ਬਰਾਜੇ ਹੋਇਆ ਤੇ ਸਾਰੇ ਸਰੀਰ ਦੇ ਉੱਪਰ ਚੰਗਾ ਚਿੱਟਾ ਵੱਡਾ ਖੁੱਲਾ ਚਾਦਰਾ ਲਿਆ ਹੋਇਆ, ਸਾਰਾ ਸਰੀਰ ਇਹਨਾਂ ਦਾ ਢਕਿਆ ਹੋਇਆ ਹੈ। ਦੇਖ ਉਘਾਰ ਬਿਨ ਪ੍ਰਾਨ ਮਰਿਓ ਹੈ। ਤੇ ਸਾਧ ਸੰਗਤ ਜੀ ਸਵਾਸ ਨਹੀਂ ਹੈ ਇਹਦੇ, ਪਰ ਪਤਾ ਪ੍ਰਤੱਖ ਹੋ ਗਏ ਜਦੋਂ ਨਾ ਕਪੜਾ ਚੁੱਕ ਕੇ ਬਸਤਰ ਵੇਖਿਆ ਤੇ ਬਾਬਾ ਜੀਵਨ ਜੀ ਦੇ ਸਰੀਰ ਵਿੱਚ ਕੋਈ ਸਾਹ ਨਹੀਂ ਚੱਲਦਾ, ਕੋਈ ਪ੍ਰਾਣ ਨਹੀਂ ਹਨ, ਚੜਾਈ ਕੀਤੇ ਹੋਏ ਹੈ। ਦੌੜੇ ਗਏ ਗੁਰੂ ਸੰਗ ਕਹਿਓ। ਗੁਰਮੁਖ ਪਿਆਰੇ ਸਿੱਖ ਦੌੜੇ ਗਏ ਤੇ ਸਤਿਗੁਰੂ ਹਰਿ ਸਾਹਿਬ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਬੇਨਤਾ ਕੀਤਾ ਹੈ। ਜੀਵਨ ਜਾਏ ਅਜੀਵਨ ਲਹਿਓ। ਮਹਾਰਾਜ ਤੁਹਾਡੇ ਦਰ ਕਰਦੇ ਗੁਰਮੁਖ ਪਿਆਰੇ ਲਾਡਲੇ ਭਾਈ ਬਾਬਾ ਜੀਵਨ ਜੀ ਨੇ ਆਪਣਾ ਜੀਵਨ ਦੇ ਦਿੱਤਾ, ਪਾਤਸ਼ਾਹ ਜੀ ਆਪਦੀ ਉਮਰ ਦੇ ਦਿੱਤੀ ਤੇ ਅਜੀਵਨ ਲਹਿਓ। ਅਸੀਂ ਉਹਨਾਂ ਨੂੰ ਮੁਰਦਾ ਵੇਖ ਕੇ ਆਏ ਹਾਂ। ਬਸਤਰ ਅਛਾਦ ਦੇਹ ਪਰ ਸਾਰੇ। ਅਸੀਂ ਵੇਖਿਆ ਮਹਾਰਾਜ ਉਹ ਸਾਰੀ ਦੇਹੀ ਉੱਪਰ ਤੰਬੂ 'ਚ ਜਦੋਂ ਵੜੇ ਤੇ ਸਰੀਰ ਉੱਪਰ ਉਹਨਾਂ ਨੇ ਚਾਦਰਾ ਤਾਣਿਆ ਹੋਇਆ ਸੀ। ਦੇਜ ਸੁਤ ਹਿਤ ਦੀਏ ਪ੍ਰਾਨ ਨਿਕਾਰੇ। ਮਹਾਰਾਜ ਵੇਖੋ ਤੁਹਾਡਾ ਬਚਨ ਮੰਨ ਕੇ ਪਰਉਪਕਾਰ ਕਰਦੇ ਹਾਂ। ਬਾਬਾ ਭਾਈ ਜੀਵਨ ਜੀ ਨੇ ਆਪਦੇ ਪ੍ਰਾਣ ਦੇ ਦਿੱਤੇ ਤੇ ਬ੍ਰਾਹਮਣ ਦਾ ਪੁੱਤਰ ਜਿਉਂਦਾ ਹੋ ਗਿਆ ਹੈ। ਸੁਨਤ ਦਿਸੇ ਗੁਰ ਸਭਿਨ ਸੁਨਾਇਓ। ਮਹਾਰਾਜ ਬਹੁਤ ਗੁੱਸੇ 'ਚ ਹੋਏ ਗੁਰੂ ਹਰਿ ਸਾਹਿਬ ਪਾਤਸ਼ਾਹ ਜੀ ਸੁਣ ਕੇ, ਜਿਹੜੇ ਸਿਫਾਰਸ਼ਾਂ ਕਰਦੇ ਸਨ ਨਾ ਵੀ ਮਹਾਰਾਜ ਆਪ ਜੀ ਕੋਲ ਤਾਂ ਸਭ ਕੁਝ ਹੈ, ਇਹਦਾ ਪੁੱਤ ਜਿਉਂਦਾ ਕਰ ਦਿਓ। ਮਾਰਨ ਦੇ ਨੇਤਰ ਲਾਲ ਹੋ ਗਏ, ਬਹੁਤ ਗੁੱਸੇ ਨਾਲ ਮਾਰਨ ਜਿਹੜੇ ਮਸੰਦ ਸਿਫਾਰਸ਼ ਕਰਦੇ ਸੀ।
ਪਾਤਸ਼ਾਹ ਨੇ ਬੜੇ ਗੁੱਸੇ ਨਾਲ ਉਹਨਾਂ ਮਸੰਦਾਂ ਵੱਲ ਤੱਕਿਆ ਹੈ। ਮਾਮਾ ਸੋਤ ਹੱਥ ਤੇਜ ਪੁੱਤਰ ਜੀਵਾਇਓ। ਮਹਾਰਾਜ ਕਹਿੰਦੇ ਸਾਡਾ ਪੁੱਤ ਮਰਵਾ ਕੇ ਤੇ ਤੁਸੀਂ ਬਾਹਮਣ ਦਾ ਪੁੱਤ ਜਿਉਂਦਾ ਕਰ ਲਿਆ। ਹੁਣ ਪੈ ਗਈ ਠੰਡ ਤੁਹਾਡੇ ਸਾਰਿਆਂ ਦੇ ਕਲੇਜੇ ਵਿੱਚ। ਅਬ ਭਾਣੇ ਕੋ ਮਨ ਨਾਹੀ। ਮਹਾਰਾਜ ਕਹਿੰਦੇ ਵੀ ਪਰਮੇਸ਼ਰ ਦਾ ਭਾਣਾ, ਤੁਸੀਂ ਸਿੱਖ ਹੋ ਕੇ ਗੁਰੂ ਕੇ ਤੇ ਤੁਹਾਨੂੰ ਅਜੇ ਭਾਣਾ ਨਾ ਮੰਨਣਾ ਆਇਆ ਪਰਮੇਸ਼ਰ ਦਾ, ਵੀ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਬਾਣੀ ਵੀ ਤੁਸੀਂ ਪੜ੍ਹਦੇ ਹੋ, ਸਾਡੀ ਸੰਗਤ ਵੀ ਕਰਦੇ ਹੋ, ਸਾਨੂੰ ਮੱਥੇ ਵੀ ਟੇਕਦੇ ਹੋ, ਚੌਰ ਸਾਹਿਬ ਵੀ ਕਰਦੇ ਹੋ, ਬੜਾ ਪ੍ਰੇਮ ਵੀ ਸਾਡੇ ਨਾਲ ਕਰਦੇ ਹੋ, ਰੋ ਦੋ ਵੇਲੇ ਸੰਗਤ ਕਰਨ ਵਾਲੇ ਹੋ। ਪਰ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਕੇ ਵੀ ਤੁਹਾਨੂੰ ਇਹ ਨਾ ਪਤਾ ਲੱਗਿਆ ਵੀ ਰਾਣਾ ਰਾਉ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ, ਜੈਸਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਬਾਲੇ ਬੂਢੇ ਤਰਨੇ ਪਈਆ ਸਭ ਹੂ ਜਮ ਲੈ ਜਈ ਹੈ ਰੇ। ਤੋ ਤੁਹਾਨੂੰ ਇਹ ਨਹੀਂ ਪਤਾ ਲੱਗਿਆ ਵੀ ਜਿਹੜਾ ਹੈ ਮਾਨਸ ਬੱਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ, ਵੀ ਮੌਤ ਸਭ ਤੇ ਅਟਲ ਹੈ। ਵੱਡੇ ਰਾਜੇ ਮਹਾਰਾਜੇ ਰੰਗ ਤੁੰਗ ਨੰਗ ਫਕੀਰ ਸਭ ਨੂੰ ਇਸ ਸੰਸਾਰ ਤੋਂ ਜਾਣਾ ਪੈਂਦਾ। ਤੁਸੀਂ ਸਾਡੇ ਸਿੱਖ ਹੋ, ਬਾਣੀ ਸੁਣਦੇ ਬਾਣੀ ਪੜ੍ਹਦੇ ਹੋ, ਦਰਸ਼ਨ ਵੀ ਸਾਡੇ ਕਰਦੇ, ਸੰਗਤ ਵੀ ਕਰਦੇ ਹੋ, ਪਰ ਸਿੱਖੋ ਤੁਹਾਨੂੰ ਅਜੇ ਤੱਕ ਭਾਣਾ ਮੰਨਣ ਦੀ ਜਾਚ ਨਾ ਆਈ। ਤੁਸੀਂ ਵਾਰ-ਵਾਰ ਇੱਥੇ ਬੇਨਤੀਆਂ ਕਰਦੇ ਰਹੇ ਹੋ ਵੀ ਮਹਾਰਾਜ ਕੀ ਹੋਣ ਲੱਗਾ, ਉਹਦਾ ਪੁੱਤਰ ਜਿਉਂਦਾ ਕਰ ਦਿਓ। ਸੀ ਵਾਰ-ਵਾਰ ਤੁਹਾਨੂੰ ਰੋਕਦੇ ਰਹੇ ਸਾਂ ਵੀ ਇਹ ਪਰਮੇਸ਼ਰ ਦੀ ਕਲਾ ਹੈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਤੋ ਜੋ ਲਿਖਿਆ ਕਰਤਾਰ ਲੇਖ ਨਾ ਮਿਟਾਈ ਹੈ ਸਖੀ, ਜੋ ਲਿਖਿਆ ਕਰਤਾਰ, ਜੋ ਪਰਮੇਸ਼ਰ ਨੇ ਲੇਖ ਲਿਖਿਆ ਉਹ ਮਿਟੇਗਾ ਨਹੀਂ। ਜੇ ਮਿਟਣਾ ਤੇ ਉਹਦੇ ਵਰਗਾ ਕਰਮ ਦੇਣਾ ਪਏਗਾ। ਇਹਨੂੰ ਸਵਾਸ ਦਿੱਤੇ ਬਿਨਾਂ, ਨੂੰ ਪ੍ਰਾਣ ਦਿੱਤੇ ਬਿਨਾਂ ਕਿਵੇਂ ਜਿਉਂਦਾ ਹੋ ਸਕਦਾ? ਜਦੋਂ ਸਾਹ ਹੀ ਪੂਰੇ ਹੋ ਗਏ, ਕੋਈ ਆਪਦੇ ਦੇ ਦੇਵੇ ਤੇ ਲੱਖ ਜਿਉਂਦਾ ਹੋ ਜਾਵੇ। ਤੁਸਾਂ ਸਾਡਾ ਪੁੱਤ ਦੇ ਸਦਰਸ ਭਾਈ ਜੀਵਨ ਮਰਵਾ ਦਿੱਤਾ ਤੇ ਹੁਣ ਤੁਹਾਨੂੰ ਸ਼ਾਂਤੀ ਆ ਗਈ। ਸਿੱਖ ਹੋ ਕੇ ਤੁਹਾਨੂੰ ਅਜੇ ਭਾਣੇ ਨਹੀਂ ਮੰਨਣੇ ਆਏ ਤੇ ਕਾਹਦੀ ਸਿੱਖੀ ਸਿੱਖੋ ਤੁਹਾਡੇ ਪਾਸ। ਮਹਾਰਾਜ ਜੀ ਗੱਜ ਕੇ ਬੋਲੇ ਆ, ਬੋਲਾ ਨਿਕਟ ਸਿਪਾਰਸ ਮਾਹੀ। ਮਹਾਰਾਜ ਕਹਿੰਦੇ ਤੁਸੀਂ ਵਾਰ-ਵਾਰ ਖੇੜੇ ਪੈ ਕੇ ਸਿਫਾਰਸ਼ਾਂ ਕਰਦੇ ਰਹੇ ਹੋ। ਇਤੇ ਆਦਿਕ ਬਚਪਨੇ ਕਨੇਰੇ। ਬੜੇ ਗੁੱਸੇ ਦੇ ਨਾਲ ਹੋਰ ਬੜੇ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਗਰੀਬ ਨਵਾਜ ਨੇ ਡਾਂਟ ਪਾਈ ਸਾਰੀ ਸਿਫਾਰਸ਼ੀ ਸੰਗਤ ਨੂੰ ਵੀ ਜਿਹੜੀ ਗੱਲ ਦਾ ਗਿਆਨ ਨਹੀਂ ਉਹਦੀ ਬਾਬਤ ਨਹੀਂ ਕਹਿਣਾ ਚਾਹੀਦਾ। ਵਾਰ-ਵਾਰ ਤੁਸੀਂ ਤੁਹਾਡੇ ਕਹਿਣ 'ਤੇ ਹੁਣ ਕੀ ਭਾਣਾ ਵਾਪਰਿਆ। ਇੱਦਾਂ ਮਹਾਰਾਜ ਨੇ ਵਾਰ-ਵਾਰ ਸਾਧ ਸੰਗਤ ਦੀ ਜਿੰਨੀ ਸੰਗਤ ਸਿਫਾਰਸ਼ਾਂ ਪਈ ਕਰਦੀ ਸੀ, ਜਿਹੜੇ ਖਾਸ ਕਰਕੇ ਜ਼ਿੰਮੇਵਾਰ ਮੋਹਤਵਾਰ ਮਸੰਦ ਸਨਗੇ, ਸਤਿਗੁਰਾਂ ਸਭ ਨੂੰ ਬੜੀ ਝਾੜ ਪਾਈ ਹੈ। ਪਠੇ ਦਾਸ ਪੁਨ ਤਿਸ ਕੇ ਡੇਰੇ। ਫਿਰ ਮਹਾਰਾਜ ਕਹਿੰਦੇ ਚਲੋ ਬਾਬਾ ਜੀਵਨ ਜੀ ਦੇ ਡੇਰੇ ਮਹਾਰਾਜ ਨੇ ਕੁਝ ਸਿੱਖ ਭੇਜੇ ਹਨ ਜੀ। ਹੋਏ ਪੁੱਤਰ ਇਸ ਕੋ ਲੈ ਆਵਹੁ। ਤੇ ਮਹਾਰਾਜ ਕਹਿੰਦੇ ਵੀ ਪਾਤਸ਼ਾਹ ਕਹਿੰਦੇ ਵੀ ਹੁਣ ਅੰਤਮ ਕਿਰਿਆ ਅਸੀਂ ਆਪ ਹੱਥੀਂ ਕਰਾਂਗੇ ਬਾਬਾ ਜੀਵਨ ਜੀ ਦੀ। ਤੇ ਪਾਤਸ਼ਾਹ ਕਹਿੰਦੇ ਭਾਈ ਸੰਗਤ ਵਿੱਚ ਕੋਈ ਸਿੱਖ ਦੇ ਪਰਿਵਾਰ ਨੂੰ ਜਾਣਦਾ ਹੋਵੇ, ਜਾਓ ਬਾਬਾ ਜੀਵਨ ਜੀ ਦਾ ਪੁੱਤ ਜਿਹੜਾ ਨਾ ਅੱਗੇ ਹੋਵੇਗਾ ਕੋਈ ਧੀ ਪੁੱਤਰ, ਉਹਨੂੰ ਸਾਡੇ ਕੋਲ ਲੈ ਕੇ ਆਓ ਜੀ। ਸੀਗਰ ਜਾਏ ਸਭ ਸੁਧ ਕੋ ਪਾਵਹੁ। ਤੇ ਛੇਤੀ ਖਬਰ ਕਰੋ ਵੀ ਸੰਗਤ ਵਿੱਚ ਆਇਆ ਪੁੱਤਰ ਉਹਦਾ ਕਿ ਘਰ ਹੈ, ਜੇ ਇੱਥੇ ਤੇ ਹੁਣ ਲਿਆਓ, ਜੇ ਘਰ ਹੈ ਤੇ ਉਹਨੂੰ ਖਬਰ ਭੇਜੋ ਤੇ ਛੇਤੀ ਸਾਡੇ ਪਾਸ ਲੈ ਕੇ ਆਓ। ਉਤੇ ਬਿਰਾੜ ਕੁਛ ਕਤਹ ਮਿਲੇ। ਉਹ ਬਰਾੜ ਜਿਹੜੇ ਸੀ ਸਾਧ ਸੰਗਤ ਜੀ ਭਾਈ ਭਗਤੂ ਜੀ ਦੇ ਪਰਿਵਾਰ ਨਾਲ ਬੜਾ ਪ੍ਰੇਮ ਸੀਗਾ, ਕਿਉਂਕਿ ਭਾਈ ਭਗਤੂ ਜੀ ਨੇ ਹੀ ਬਰਾੜਾਂ ਨੂੰ ਸਿੱਖੀ ਦਵਾਈ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦੇ ਲੜ ਲਾਉਣ ਵਾਲੇ ਬਰਾੜ ਸਿੱਖਾਂ ਨੂੰ ਭਾਈ ਭਗਤੂ ਜੀ ਸਨਗੇ, ਕਿਉਂਕਿ ਮਾਲ ਵਿੱਚ ਸਿੱਖੀ ਹੈ ਨਹੀਂ ਸੀ। ਭਾਈ ਬਾਬਾ ਆਦਮ ਜੀ ਗੁਰੂ ਰਾਮਦਾਸ ਮਹਾਰਾਜ ਦੇ ਚਰਨੀ ਜਦੋਂ ਗਏ ਹੈ, ਪੁੱਤ ਦੀ ਇੱਛਾ ਰੱਖ ਕੇ 72 ਵਰ੍ਹੇ ਉਮਰ ਤੋਂ ਇਹਨਾਂ ਦੇ ਘਰ ਬਾਬਾ ਭਗਤੂ ਜੀ ਨਾਮ ਦੇ ਪੁੱਤਰ ਹੋਏ ਸੀ। ਗੁਰੂ ਰਾਮਦਾਸ ਮਹਾਰਾਜ ਦੀ ਭਗਤੀ ਦੀ ਅੰਸ਼ ਚੋਂ ਜਿਨ੍ਹਾਂ ਲੜੀਵਾਰ ਕਥਾ ਸੁਣੀ ਹੈ, ਉਹ ਇਹ ਪ੍ਰਸੰਗ ਨੂੰ ਭਲੀ ਵਿਧ ਬੁੱਝ ਲੈਣਗੇ, ਜਾਣ ਲੈਣਗੇ। ਫਿਰ ਉਹ ਭਾਈ ਭਗਤੂ ਜੀ ਮਾਲ ਵਿੱਚ ਰਹੇ, ਇੱਧਰ ਦੇ ਸਨ ਪੁੱਚੋ ਮੰਡੀ ਦੇ, ਜਾਂ ਕੱਚੀ ਪੁੱਚੋ ਵੀ ਕਹਿ ਦਿੰਦੇ ਆ। ਇੱਥੋਂ ਦੇ ਹੋਣ ਕਰਕੇ ਫਿਰ ਜਿਹੜਾ ਇਲਾਕਾ ਸੀ ਸਾਰਾ ਇਹ ਜੰਗਲ ਦੇਸ਼ ਕਹਿੰਦੇ ਸੀ। ਇਹ ਸਾਰੇ ਮਾਲਵੇ ਨੂੰ ਵਿਸ਼ੇਸ਼ ਕਰਕੇ ਬਰਾੜ ਬਹੁਤੇ ਰਹਿੰਦੇ ਸਨਗੇ। ਇਹਨਾਂ ਨੂੰ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਦੇ ਚਰਨੀ ਲਾਉਣ ਵਾਲੇ, ਗੁਰੂ ਰਾਮਦਾਸ ਮਹਾਰਾਜ ਦੇ ਘਰ ਲਿਜਾਣ ਵਾਲੇ ਭਾਈ ਭਗਤੂ ਜੀ ਇੱਥੋਂ ਸੰਗਤਾਂ ਨੂੰ ਪ੍ਰੇਰ ਕੇ ਲੈ ਕੇ ਜਾਂਦੇ ਉੱਧਰ। ਤੇ ਮਾਲ ਵਿੱਚ ਕਾਲ ਪਿਆ ਹੋਇਆ ਸੀ, ਕਿਉਂਕਿ ਇੱਥੇ ਅੰਨ ਦੀ ਬੇਦਬੀ ਹੋਈ ਸੀ, ਤਾਂ ਇੱਥੇ ਫਸਲ ਨਹੀਂ ਸੀ ਹੁੰਦਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਮੇਂ ਤੱਕ ਵੀ ਨਹੀਂ ਹੁੰਦਾ ਰਿਹਾ। ਇਹ ਕਿਸੇ ਕਾਰਨ ਸਾਧ ਸੰਗਤ ਜੀ ਇੱਥੇ ਕਿਸੇ ਰਾਜੇ ਦੁਆਰਾ ਦੱਸਦੇ ਆ ਵੀ ਸਤਜੁਗ ਕੇ ਕਿਸੇ ਯੁੱਗ ਵਿੱਚ ਇੱਥੇ ਅੰਨ ਦੀ ਬਹੁਤ ਬੇਦਬੀ ਹੋਈ ਸੀ ਮਾਲਵੇ ਦੇਸ਼ ਅੰਦਰ। ਤੇ ਜਿੱਥੇ ਅੰਨ ਦੀ ਬੇਦਬੀ ਹੁੰਦੀ ਉੱਥੇ ਫਿਰ ਸਾਧ ਸੰਗਤ ਜੀ ਉਹ ਕੰਡ ਕਰ ਜਾਂਦਾ। ਅੰਨ ਵੀ ਦੇਵਤਾ, ਮਹਾਰਾਜ ਨੇ ਆਖਿਆ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ,
ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਫਿਰ ਉਹ ਜਦੋਂ 10ਵੇਂ ਪਾਤਸ਼ਾਹ ਇੱਧਰ ਆਏ ਮਾਲਵੇ ਨੂੰ, ਫਿਰ ਉਦੋਂ ਬਹੁਤ ਹੀ ਜਿਹੜੇ ਕੋਈ ਮਾੜੀ ਮੋਟੀ ਰਹਿ ਗਈ ਸੀ ਕੱਚ, ਉਹ 10ਵੇਂ ਪਾਤਸ਼ਾਹ ਨੇ ਸਾਰੀ ਪੂਰੀ ਕਰ ਦਿੱਤੀ। ਤੇ ਭਾਈ ਭਗਤੂ ਜੀ ਨੇ ਬਹੁਤ ਬਰਕਤਾਂ ਲਿਆਂਦੀਆਂ ਸੀ ਮਾਲਵੇ ਦੇ ਅੰਦਰ, ਬਰਾੜਾਂ ਨੂੰ ਸਾਰਿਆਂ ਨੂੰ ਲੜ ਲਾਇਆ ਮਹਾਰਾਜ ਦੇ। ਤੋ ਸਾਧ ਸੰਗਤ ਜੀ, ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਜਦੋਂ ਬਚਨ ਕੀਤਾ ਵੀ ਉਹਦੇ ਪੁੱਤਰ ਨੂੰ ਲਿਆਓ ਬਾਬਾ ਜੀਵਨ ਜੀ ਨੂੰ, ਭਾਈ ਭਗਤੂ ਦੇ ਪੋਤਰੇ ਨੂੰ, ਤਾਂ ਜਿਹੜੇ ਬਰਾੜ ਸਿੱਖ ਉਹ ਪਰਿਵਾਰਾਂ 'ਚ ਵਰਤਦੇ ਹੀ ਸੀ ਭਾਈ ਭਗਤੂ ਜੀ ਦੇ ਬਾਬਾ ਜੀਵਨ ਜੀ, ਇਹਨਾਂ ਨੂੰ ਬਾਬਾ ਜੀਵਨ ਹੀ ਲੈ ਕੇ ਆਏ ਹੋਏ ਸੀ ਇੱਥੇ। ਉਹ ਨਾਲ ਦੀ ਜਿਹੜੀ ਸੰਗਤ ਆਈ ਸੀ ਬਾਬਾ ਜੀਵਨ ਜੀ ਦੇ, ਉਹਦੇ 'ਚੋਂ ਬਰਾੜ ਸਿੱਖਾਂ ਨੇ ਖੜੇ ਹੋ ਕੇ ਮਹਾਰਾਜ ਨੂੰ ਬੇਨਤੀ ਕੀਤੀ ਹੈ। ਬੂਝਾ ਸਕਲ ਜਾਏ ਕਰ ਭਲੇ। ਮਹਾਰਾਜ ਸੱਚੇ ਪਾਤਸ਼ਾਹ ਨੇ ਬਰਾੜਾਂ ਨੂੰ ਵੀ ਵਿਸ਼ੇਸ਼ ਕਰਕੇ ਆਖਿਆ ਹੈ, ਤੇ ਉਹ ਸਾਰੇ ਸਾਧ ਸੰਗਤ ਜੀ ਇਸ ਤਰ੍ਹਾਂ ਦੱਸਿਆ ਹੈ। ਗੁਰੂ ਹਕਾਰਤ ਸੁਤ ਇਸ ਜੋਏ। ਉਹ ਬਰਾੜਾ ਨੂੰ ਸੱਦ ਕੇ ਨਾ, ਤੇ ਉਹ ਕਿਸੇ ਸਿੱਖ ਨੇ ਆਖਿਆ ਵੀ ਤੁਸੀਂ ਆਓ, ਬਾਬਾ ਜੀਵਨ ਜੀ ਚੜ੍ਹਾਈ ਕਰ ਗਏ ਜਿਹੜੇ ਤੁਹਾਡੇ ਮੁਖੀ ਲੈ ਕੇ ਆਏ ਤੁਹਾਨੂੰ। ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਉਹਨਾਂ ਦੇ ਪੁੱਤਰ ਨੂੰ ਸੱਦ ਰਹੇ, ਤੇ ਬਰਾੜਾਂ ਨੂੰ ਪਤਾ ਹੈ ਉਹਨਾਂ ਦੇ ਪਰਿਵਾਰ 'ਚ ਕੌਣ ਕੌਣ ਹੈ। ਤੇ ਜਿਹੜੇ ਬਰਾੜ ਆਏ ਇਹਨਾਂ ਦੇ ਨਾਲ ਅੱਗੇ ਹੋ ਕੇ ਮਹਾਰਾਜ ਦੇ ਪੇਸ਼ ਹੋਵੋ ਜੀ। ਇਹਾਂ ਕਿਧੋ ਘਰ ਮਹਿ ਜੇ ਹੋਏ। ਸਤਿਗੁਰੂ ਕਹਿੰਦੇ ਆ ਵੀ ਦੱਸੋ ਦਾ ਪੁੱਤਰ ਇੱਥੇ ਤੇ ਇੱਥੇ ਲੈ ਉਹ ਜੇ ਘਰੇ ਆ, ਤੇ ਬਰਾੜਾਂ ਨੂੰ ਭੇਜੋ ਉਹਦੇ ਘਰੋਂ ਸੁਨੇਹਾ ਲਾ ਕੇ ਤੇ ਪੁੱਤਰ ਨੂੰ ਲੈ ਕੇ ਆਉਣਾ। ਸ਼ੀਘਰ ਚਲਹੁ ਲੈ ਕਿਧੋ ਹਕਾਰਹੁ। ਵੀ ਛੇਤੀ ਤੋਂ ਛੇਤੀ ਜਾਂ ਸੱਦ ਲਓ, ਜੇ ਇੱਥੇ ਹੈ ਤੇ ਲੈ ਚੱਲੀਏ। ਸਤਿਗੁਰਾਂ ਨੇ ਭਾਈ ਜੀਵਨ ਜੀ ਦੇ ਪੁੱਤ ਨੂੰ ਸਭਾ ਵਿੱਚ ਸੱਦਿਆ ਹੈ। ਗੁਰ ਸੋ ਮਿਲ ਪੁਨ ਇਸ ਸੰਸਕਾਰ ਹੋ। ਤੇ ਬਰਾੜੋ ਲਿਆਓ ਉਹਨਾਂ ਦੇ ਪੁੱਤਰ ਨੂੰ। ਤੇ ਉਹ ਮਹਾਰਾਜ ਕਹਿੰਦੇ ਵੀ ਪਹਿਲਾਂ ਪੁੱਤਰ ਨੂੰ ਸਾਡੇ ਨਾਲ ਮਿਲਾਓ ਲਿਆ ਕੇ ਬਾਬੇ ਜੀਵਨ ਦੇ, ਫਿਰ ਅਸੀਂ ਰਲ ਮਿਲ ਕੇ ਸਾਰੇ ਤੇ ਇਸ਼ਨਾਨ ਅੰਤਮ ਕਰਾ ਕੇ ਤੇ ਭਾਈ ਜੀਵਨ ਜੀ ਦਾ ਅੰਤਮ ਸੰਸਕਾਰ ਕਰਾਵਾਂਗੇ। ਦਾਸਨ ਸੋ ਬਿਰਾੜ ਚੱਲ ਆਏ। ਜਦੋਂ ਇਹ ਪਤਾ ਲੱਗਿਆ, ਜਿਹੜੇ ਬਰਾੜ ਸੀ ਸਾਧ ਸੰਗਤ ਜੀ, ਉਹਨਾਂ ਨੂੰ ਪਤਾ ਹੀ ਸੀਗਾ ਸਾਰਾ ਇਹਦੇ ਪਰਿਵਾਰ ਦਾ, ਭਾਈ ਜੀਵਨ ਜੀ ਦੇ ਹੱਥ ਜੋੜ ਕੇ ਜਿੰਨੇ ਬਰਾੜ ਸਤਿਗੁਰੂ ਹਰਿਰਾਏ ਸਾਹਿਬ ਦੇ ਚਰਨੀ ਪੇਸ਼ ਹੋਏ ਐ, ਠਾਡੇ ਹੋਏ ਹਜੂਰ ਬਤਾਏ। ਸਤਿਗੁਰੂ ਹਰਿਰਾਏ ਸਾਹਿਬ ਦੇ ਪਵਿੱਤਰ ਚਰਨਾਂ ਦੇ ਅੱਗੇ ਖੜੇ ਹੋ ਕੇ ਇਹਨਾਂ ਸਭ ਨੇ ਬੇਨਤਾ ਕੀਤਾ, ਮਹਾਰਾਜ ਨੂੰ ਦੱਸਿਆ ਹੈ। ਬਰਖ ਅਸ਼ਟਦਸ ਕੋ ਇਹ ਭਇਓ। ਮਹਾਰਾਜ ਵੀ ਜਿਹੜਾ ਇਹ ਭਾਈ ਹੈ ਨਾ ਜੀਵਨ ਜੀ, ਤੇ ਮਸਾਂ ਮਹਾਰਾਜ 18 ਕੁ ਵਰੇ ਗਰੀਬ ਨਵਾਜ ਉਮਰ ਹੈ ਜੀ। ਅਬ ਕੇ ਇਨ ਮੁਕਲਾਵਾ ਲਿਓ। ਤੇ ਬਸ 18 ਕੁ ਵਰਿਆਂ ਦੀ ਉਮਰ ਹੈ, ਤੇ ਅਜੇ ਹੁਣੇ ਹੀ ਮੁਕਲਾਵਾ ਲਿਆ, ਭਾਵ ਹੁਣੇ ਵੀ ਇਹਨਾਂ ਦਾ ਆਨੰਦ ਕਾਰਜ ਹੋਏ ਨੂੰ ਕੋਈ ਬਹੁਤਾ ਸਮਾਂ ਨਹੀਂ ਹੋਇਆ, ਕੋਈ ਦੇਰ ਨਹੀਂ ਹੋਈ, ਹਜੇ ਸਜਰੇ ਵਿਆਹੇ ਹੋਏ ਹਨ। ਅਬ ਲੋ ਪੁੱਤਰ ਨਾ ਜਨਮੇ ਹੋ ਕੋਈ। ਇਸ ਕਰਕੇ ਕੋਈ ਔਲਾਦ ਨਹੀਂ ਮਹਾਰਾਜ ਬਾਬਾ ਜੀਵਨ ਦੇ ਘਰ, ਨਵੇਂ ਵਿਆਹੇ ਹੋਣ ਕਰਕੇ ਪਾਤਸ਼ਾਹ ਜੀ ਅਜੇ ਥੋੜਾ ਸਮਾਂ ਵਿਵਾਹ ਨੂੰ ਹੋਇਆ, ਕੋਈ ਔਲਾਦ ਨਹੀਂ, ਕੋਈ ਧੀ ਨਹੀਂ, ਕੋਈ ਪੁੱਤਰ ਨਹੀਂ ਇਹਨਾਂ ਦੇ ਗ੍ਰਹਿ ਵਿਖੇ ਜੀ। ਗਰਭਵਤੀ ਇਸ ਕੇ ਘਰ ਜੋਏ। ਪਰ ਏਦਾਂ ਸੁਣੀਦਾ ਪਾਤਸ਼ਾਹ ਜੀ ਵੀ ਬੱਚਾ ਹੋਣ ਵਾਲਾ, ਇਹਦੇ ਪਰਿਵਾਰ ਦੇ ਘਰ ਇਹਦੀ ਪਤਨੀ ਦੇ ਪੇਟ ਅੰਦਰ ਮਹਾਰਾਜ ਕੋ ਛੋਟਾ ਬੱਚਾ ਬਾਬਾ ਜੀਵਨ ਜੀ ਦੀ ਅੰਸ਼ ਪਲ ਰਹੀ ਹੈ ਜੀ। ਗੁਰ ਦਰਸ਼ਨ ਹਿਤ ਚਲ ਕਰ ਆਇਓ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਬਾਬਾ ਜੀਵਨ ਜੀ ਆਨੰਦ ਕਾਰਜ ਕਰਾਉਣ ਤੋਂ ਕੁਝ ਮਹੀਨੇ ਬਾਅਦ ਬਰਾੜਾਂ ਨੂੰ ਲੈ ਕੇ ਤੇ ਪੁਰਬ ਹੋਣ ਕਰਕੇ ਪਾਤਸ਼ਾਹ ਜੀ ਵਿਸਾਖੀ ਦਾ ਤੇ ਇੱਥੇ ਕਰਤਾਰਪੁਰ ਸਾਹਿਬ ਮਹਾਰਾਜ ਤੁਹਾਡੇ ਦਰਸ਼ਨ ਕਰਨ ਵਾਸਤੇ ਇਕੱਲਾ ਆਇਆ ਹੋਇਆ ਸੀ। ਗੁਰੂ ਬਾਕ ਤੇ ਤੁਰਤ ਸਮਾਇਓ। ਤੇ ਮਹਾਰਾਜ ਚਲੋ ਜਿਵੇਂ ਆਪ ਜੀ ਦਾ ਹੁਕਮ ਹੋਇਆ ਵੀ ਕੋਈ ਸਿੱਖ ਆਪਦੀ ਉਮਰਾ ਦੇ ਦੇਵੇ ਤੇ ਅਸੀਂ ਬਾਹਮਣ ਦਾ ਪੁੱਤ ਜਿਉਂਦਾ ਕਰ ਦਿਆਂਗੇ, ਉਹ ਤੁਹਾਡਾ ਬਚਨ ਮੰਨ ਕੇ ਬਾਬਾ ਜੀਵਨ ਜੀ ਪਾਤਸ਼ਾਹ ਜੀ ਆਪ ਵਿੱਚ ਅਭੇਦ ਹੋ ਗਏ, ਉਹਨਾਂ ਪ੍ਰਾਣ ਦੇ ਦਿੱਤੇ ਹੈ, ਤੁਹਾਡਾ ਬਚਨ ਮੰਨਿਆ ਹੈ। ਇਸ ਲਈ ਮਹਾਰਾਜ ਪੁੱਤਰ ਉਹਨਾਂ ਦਾ ਕੋਈ ਧੀ ਪੁੱਤਰ ਨਹੀਂ, ਪੇਟ ਵਿੱਚ ਬਾਲਕ ਜ਼ਰੂਰ ਹੈ, ਕੋਈ ਅੰਸ਼ ਪਲ ਰਹੀ ਹੈ ਇਹ ਭਾਈ ਜੀਵਨ ਜੀ ਦੀ ਪਤਨੀ ਦੇ, ਤੇ 18 ਕੁ ਵਰਿਆਂ ਦੀ ਉਮਰ ਇਹਨਾਂ ਦੀ, ਅਜੇ ਸਜਰੇ ਵਿਆਹੇ, ਤੇ ਥੋੜ੍ਹੇ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਹੀ ਆਪ ਜੀ ਦੇ ਦਰਸ਼ਨਾਂ ਨੂੰ ਆਏ ਸਨ। ਇੱਥੇ ਆ ਕੇ ਮਹਾਰਾਜਾ ਭਾਣਾ ਵਾਪਰ ਗਿਆ ਹੈ। ਸ੍ਰੀ ਹਰਿ ਰਾਏ ਸੁਨਤ ਪੁਨ ਕਹੈ। ਸੁਣ ਕੇ ਸਾਧ ਸੰਗਤ ਜੀ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਫਿਰ ਵਰਦਾਨ ਦਿੱਤਾ ਬਾਬਾ ਜੀਵਨ ਦੇ ਪਰਿਵਾਰ ਦੇ ਤਾਈ, ਜੋ ਇਸ ਤ੍ਰਿਆ ਗਰਭ ਮਹਿ ਹੈ। ਮਹਾਰਾਜ ਕਹਿੰਦੇ ਜੋ ਵੀ ਅੰਸ਼ ਬਾਲਕ ਇਸ ਬਾਬਾ ਜੀਵਨ ਜੀ ਦੀ ਪਤਨੀ ਦੀ ਪੇਟ ਵਿੱਚ ਜਿਹੜੇ ਵੀ ਅੰਸ਼ ਜਿਹੜਾ ਵੀ ਜੀਵ ਪਲ ਰਿਹਾ ਹੈ ਜੀ, ਸੰਤ ਦਾਸ ਤਿਨ ਨਾਮ ਰਖੀਜੈ। ਮਹਾਰਾਜ ਕਹਿੰਦੇ ਪੁੱਤਰ ਹੋਵੇਗਾ। ਸੰਗਤ ਚ ਪਾਤਸ਼ਾਹ ਬੋਲੇ, ਮਹਾਰਾਜ ਕਹਿੰਦੇ ਪੁੱਤ ਹੋਵੇਗਾ, ਤੇ ਉਹਦਾ ਨਾਮ ਜਿਹੜਾ ਹੈ ਉਹ ਸੰਤ ਦਾਸ ਕਰਕੇ ਇਹਨਾਂ ਨੂੰ ਆਖੋ ਰੱਖਣਾ ਜਦੋਂ ਪੁੱਤਰ ਜਨਮੇਗਾ। ਅਧਿਕ ਬੰਸ ਜੁਤ ਹੋਏ ਜਨੀਜੈ। ਤੇ ਬਾਬਾ ਜੀਵਨ ਜੀ ਦੇ ਪਰਉਪਕਾਰ ਨੂੰ ਮੁੱਖ ਰੱਖਦਿਆਂ ਮਹਾਰਾਜ ਕਹਿੰਦੇ ਸਾਡਾ ਵਰਦਾਨ ਹੈ, ਸੰਸਾਰ ਵੇਖੇਗਾ। ਹੁਣ ਠੀਕ ਹੈ, ਸਭ ਨੂੰ ਲੱਗ ਰਿਹਾ ਵੀ ਬਾਬਾ ਜੀਵਨ ਦਾ ਬਿਲਕੁਲ ਪਰਿਵਾਰ ਖਤਮ ਹੋ ਗਿਆ, ਕੋਈ ਨਹੀਂ ਰਹਿ ਗਿਆ ਬਾਬੇ ਜੀਵਨ ਦਾ ਪਤਨੀ ਤੋਂ ਬਿਨਾਂ,
ਪਰ ਮਹਾਰਾਜ ਕਹਿੰਦੇ ਅਸੀਂ ਵਰਦਾਨ ਦਿੰਨੇ ਆ ਵੀ ਜਿਹੜਾ ਪੁੱਤ ਹੋਏਗਾ ਇਹਦੀ ਪਤਨੀ ਦੇ ਉਧਰੋਂ ਸੰਤ ਦਾਸ ਨਾਮ ਰੱਖਣਾ, ਤੇ ਉਹ ਸੰਤ ਦਾਸ ਤੋਂ ਅੱਗੇ ਦੀ ਅੱਗੇ ਇੰਨੀ ਭਾਰੀ ਇਹਨਾਂ ਦੀ ਅੰਸ ਬੰਸ ਵੱਧ ਜਾਏਗੀ, ਜਨਮ ਹੈ ਪੁੱਤਰ ਪਿਆਰ ਕਰ ਪਾਰੋ। ਤੇ ਕੋਈ ਪਾਰਾਵਾਰ ਨਹੀਂ ਹੋਏਗਾ, ਬੜੀ ਅੰਸ ਬੰਸ ਵਧੇਗੀ ਸੰਤ ਦਾਸ ਤੋਂ ਬਾਅਦ। ਤੇ ਉਹਦੀ ਬਾਬਾ ਜੀਵਨ ਦੀ ਪਤਨੀ ਨੂੰ ਆਖਣਾ, ਪੁੱਤਰੀ ਧੀ ਸਾਡੀ ਨੂੰ ਵੀ ਆਪਦੇ ਪੁੱਤਰ ਨੂੰ ਬੜੇ ਲਾਡ ਤੇ ਪਿਆਰ ਨਾਲ ਪਾਲਣਾ, ਗੁਰਮਤਿ ਦੀ ਗੁੜਤੀ ਦੇਣੀ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਦੇ ਨਾਲ ਜੋੜਨਾ ਹੈ। ਇਕ ਤੇ ਹਮ ਕਰ ਦੇਹ ਹਜ਼ਾਰੋਂ, ਤੇ ਇਹ ਨਹੀਂ ਪਰਵਾਹ ਕਰਨੀ ਜੇ ਇੱਕ ਗਿਆ ਹੈ ਨਾ ਬਾਬਾ ਜੀਵਨ ਤੇ ਅੱਗੇ ਇੱਕ ਹੀ ਰਹਿ ਗਿਆ, ਸੰਤ ਦਾਸ ਰਹਿ ਜਾਣਾ, ਪੁੱਤਰ ਕੱਲਾ ਜਵਾਕ। ਮਾਰੇ ਕਹਿੰਦੇ ਵੇਖੇਗਾ ਸੰਸਾਰ, ਇੱਕ ਸੰਤ ਦਾਸ ਤੋਂ ਅਸੀਂ ਵੇਖਿਆ ਜੇ ਹਜ਼ਾਰਾਂ ਹੀ ਪੁੱਤਰ ਅੱਗੇ ਕਰ ਦਿਆਂਗੇ, ਹਜ਼ਾਰਾਂ ਹੀ ਇਹਨਾਂ ਦੀ ਅੰਸ ਬੰਸ ਵੱਧ ਫੁੱਲ ਜਾਏਗੀ। ਬ੍ਰਿੰਦ ਬੰਸ ਫੈਲਹਿ ਜਗ ਮਾਹੀ, ਜਗ ਦੇ ਵਿੱਚ ਬਾਬਾ ਜੀਵਨ ਜੀ ਦੀ ਅੰਸ ਬੰਸ ਬਹੁਤ ਦੂਰ ਦੂਰ ਤੱਕ ਫੈਲ ਜਾਏਗੀ, ਕਈ ਪਿੰਡ ਹੋਣਗੇ ਇਹਨਾਂ ਦੇ। ਹਿਰਦੈ ਅਧਿਕ ਦੂਸਰ ਜਿਮ ਨਾਹੀ, ਦੂਜੇ ਕਿਸੇ ਦੀ ਭਾਵ ਭਗਤੂ ਜੀ ਦੇ ਦੋ ਪੁੱਤ ਸਨ, ਵੱਡੇ ਬਾਬਾ ਗੌਰਾ ਜੀ ਤੇ ਛੋਟੇ ਬਾਬਾ ਜੀਵਨ ਜੀ ਸਨ। ਸਤਿਗੁਰੂ ਕਹਿੰਦੇ ਵੀ ਬਾਬਾ ਗੌਰਾ ਜੀ ਦੀ ਅੰਸ ਬੰਸ ਵੀ ਵਧੇਗੀ, ਪਰ ਜਿੰਨੀ ਬਾਬਾ ਜੀਵਨ ਜੀ ਦੀ ਅੰਸ ਬੰਸ ਵਧੇਗੀ ਓਨੀ ਭਾਈ ਭਗਤੂ ਭਾਈ ਕਿਆਂ ਚੋਂ ਕਿਸੇ ਦੀ ਅੱਗੇ ਅੰਸ ਬੰਸ ਨਹੀਂ ਹੋਵੇਗੀ। ਜਿੰਨੀ ਇਹ ਭਾਵ ਗੌਰਾ ਦੀ ਨਹੀਂ ਓਨੀ ਹੋਵੇਗੀ ਜਿੰਨੀ ਬਾਬਾ ਜੀਵਨ ਦੀ ਹੋਵੇਗੀ। ਔਰ ਪ੍ਰਸੰਨ ਹੋਇਆ ਕਰ ਬਾਹੁ ਦੀਨੇ, ਮਹਾਰਾਜ ਨੇ ਹਿਰਦੇ ਕਰਕੇ ਪ੍ਰਸੰਨ ਹੋਏ ਸੱਚੇ ਪਾਤਸ਼ਾਹ ਦਾ ਬਚਨ ਜੂ ਮੰਨਿਆ ਕਰਕੇ, ਤੇ ਖੁਸ਼ ਹੋ ਕੇ ਹਜ਼ੂਰ ਨੇ ਬੜੇ ਵਰਦਾਨ ਦਿੱਤੇ ਹੈ। ਸੋ ਅਬ ਜਾਹਰ ਜਗ ਮਹਿ ਚੀਨੇ, ਕਵੀ ਸੰਤੋਖ ਸਿੰਘ ਸਾਹਿਬ ਕਹਿੰਦੇ ਵੀ ਸਰੋਤਾ ਜਿਹਨੂੰ ਹੁਣ ਬੇਸ਼ੱਕ ਕੋਈ ਪਰਖ ਕਰਕੇ ਵੇਖ ਲਵੇ, ਗੁਰੂ ਹਰਿਰਾਏ ਸਾਹਿਬ ਦਾ ਵਚਨ ਜਿਹੜਾ ਸੀ ਨਾ ਬਾਬਾ ਜੀਵਨ ਜੀ ਦੀ ਕੁੱਲ ਨੂੰ ਦਿੱਤਾ ਹੋਇਆ, ਉਹ ਅੱਜ ਪ੍ਰਗਟ ਪ੍ਰਤੱਖ ਸਾਰਾ ਸੰਸਾਰ ਵੇਖ ਸਕਦਾ ਹੈ। ਭਗਤੂ ਸਤ ਗੌਰਾ ਵੱਡ ਜੂਏ, ਉਹ ਸਾਧ ਸੰਗਤ ਜੀ, ਉਹ ਕਵੀ ਜੀ ਕਹਿੰਦੇ ਵੀ ਅਸੀਂ ਅੱਖੀਂ ਵੇਖੀ ਇਹ ਗੱਲ ਦੱਸਦੇ ਆਂ। ਜਦੋਂ ਇਹ ਗ੍ਰੰਥ ਲਿਖਿਆ ਕਹਿੰਦੇ ਵੀ ਭਗਤੂ ਜੀ ਦੇ ਦੋ ਪੁੱਤਰ ਸੀ, ਵੱਡੇ ਗੌਰਾ, ਛੋਟੇ ਬਾਬਾ ਜੀਵਨ ਜੀ। ਤਾਹੇ ਬੰਸ ਬੀਸਕ ਨਰ ਸੋਏ, ਜਿਹੜਾ ਵੱਡਾ ਸੀ ਗੌਰਾ ਜੀ, ਉਹਦੀ ਅੰਸ ਬੰਸ ਚੋਂ ਮਸਾਂ 20 ਕੁ ਮਨੁੱਖ ਘਰ ਹੋਏ ਆ, ਵੀ 20 ਕੁ ਘਰ ਅੱਗੇ ਬਣੇ ਆ ਭਾਈ ਗੌਰਾ ਜੀ ਦੀ ਅੰਸ ਬੰਸ ਵਿੱਚੋਂ। ਸੰਤ ਦਾਸ ਜੋ ਜੀਵਨ ਕੇਰਾ, ਤੇ ਜਿਹੜਾ ਜੀਵਨ ਬਾਬਾ ਜੀ ਸਮਾ ਗਏ ਸਨ ਤੇ ਉਹਦਾ ਪੁੱਤ ਸੀ ਨਾ ਸੰਤ ਦਾਸ ਭਾਈ ਭਗਤੂ ਦੇ ਛੋਟੇ ਪੁੱਤਰ ਦਾ ਪੁੱਤਰ ਤੇ ਬਾਬਾ ਭਗਤੂ ਦਾ ਪੋਤਰਾ। ਕਹਿੰਦੇ ਜਿਸ ਬੱਚੇ ਨੂੰ ਪੇਟ ਵਿੱਚ ਹੀ ਗੁਰੂ ਹਰਿਰਾਏ ਸਾਹਿਬ ਨੇ ਵਰਦਾਨ ਦਿੱਤੇ, ਉਹ ਸੰਤ ਦਾਸ ਨਾਮ ਦੇ ਬਾਲਕ ਤੋਂ ਬਾਬਾ ਜੀਵਨ ਜੀ ਦੀ ਜਿਹੜੀ ਅੰਸ ਵਧੀ ਹੈ। ਇਸ ਕੋ ਬੰਸ ਹਜ਼ਾਰੋਂ ਹੀਰਾ, ਹਜ਼ਾਰਾਂ ਉਹਨਾਂ ਦੇ ਘਰ ਹਨ। ਬਾਬਾ ਜੀਵਨ ਜੀ ਤੇ ਗੌਰਾ ਦੋ ਹੀ ਭਰਾ ਸੀ ਭਗਤੂ ਦੇ ਪੁੱਤਰ, ਗੌਰਾ ਜੀ ਦੇ 20 ਘਰ ਹੈ। ਕਵੀ ਸੰਤੋਖ ਸਿੰਘ ਸਾਹਿਬ ਕਹਿੰਦੇ ਹੁਣ ਵੇਖ ਲਓ ਜਾ ਕੇ ਪੁੱਛੋ ਦੇ ਅੰਦਰ ਜਾਂ ਹੋਰ ਲਾਗਲੇ ਪਿੰਡਾਂ 'ਚ ਜਿੱਥੇ ਜਿੱਥੇ ਵਸੇ ਆ ਭਗਤੂ ਕਾ ਪਰਿਵਾਰ, 20 ਘਰ ਗੌਰਾ ਜੀ ਦੇ, ਤੇ ਇਹ ਭਾਈ ਜੀਵਨ ਜੀ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਰਹੇ ਹਨ। 3 ਗ੍ਰਾਮ ਬਸ ਨਹੀਂ ਸਮਾਵੈ, ਤੇ 3 ਪਿੰਡ ਵਸ ਗਏ ਹੈ। ਬਾਬਾ ਜੀਵਨ ਜੀ ਦੀ ਅੰਸ਼ ਦੇ 3 ਪਿੰਡ ਵਸੇ ਹੈ, ਤੇ 3 ਪਿੰਡ ਵਸ ਕੇ ਵੀ ਲੋਕ ਉੱਥੇ ਉਹਦੀ ਅੰਸ਼ ਬੰਸ ਪੂਰੀ ਨਹੀਂ ਆਉਂਦੀ, ਬਾਹਰ ਖੇਤਾਂ ਦੇ ਵਿੱਚ ਥਾਂ ਪਾ ਪਾ ਕੇ ਰਹਿਣਾ ਪੈ ਰਿਹਾ। ਇੰਨਾ ਭਾਰੀ ਇਹਨਾਂ ਦਾ ਪ੍ਰਤਾਪ ਫੈਲਿਆ ਹੈ। ਮੋਹਰ ਅਗਾਰੀ ਬਦਤੋ ਜਾਵੈ, ਤੇ ਅੱਗੇ ਅਜੇ ਵਧੀ ਜਾਂਦੇ ਆ, ਪੁੱਤ ਪੋਤਰੇ ਦੋਤੇ ਅੱਗੇ ਦੀ ਅੱਗੇ ਤੁਰੀ ਵੰਸ ਜਾਂਦੀ ਹੈ। 3 ਪਿੰਡ ਵੱਜ ਗਏ ਹੈ ਤੇ ਅਜੇ 3 ਪਿੰਡਾਂ ਦੇ ਵਿੱਚ ਇਹ ਸਮਾ ਨਹੀਂ ਰਹੇ। ਇੰਨੀ ਭਾਰੀ ਇੱਕ ਬੱਚੇ ਤੋਂ ਜਦੋਂ ਬਾਪ ਚੜ੍ਹਾਈ ਕਰ ਗਿਆ, ਉਹ ਵੀ ਬੱਚਾ ਪੇਟ 'ਚ, ਘਰ ਬਿਲਕੁਲ ਖਤਮ ਹੋ ਗਿਆ। ਤੇ ਇਹ ਮਹਾਰਾਜ ਦੀ ਵਡਿਆਈ ਖਾਲਸਾ ਜੀ ਕੀੜਾ ਥਾਪ ਦੇ ਪਾਤਸ਼ਾਹੀ, ਸਤਿਗੁਰਾਂ ਨੇ ਕਿਰਪਾ ਕੀਤੀ। ਕਵੀ ਰਾਜ ਕਹਿੰਦੇ 3 ਪਿੰਡ ਵੱਜ ਕੇ ਵੀ ਅਜੇ ਉਹਦੇ ਵਿੱਚ ਲੋਕ ਨਹੀਂ ਸਮਾਉਂਦੇ, ਇੰਨਾ ਭਾਰੀ ਇਹਨਾਂ ਦਾ ਓੜਮਾ ਕੋੜਮਾ ਵੱਧ ਚੁੱਕਾ ਹੈ। ਜਿਸ ਪ੍ਰਕਾਰ ਬਰ ਗੁਰੂ ਉਬਾਚਾ, ਜਿਹੜਾ ਬਚਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਮੁੱਖੋਂ ਵਰਦਾਨ ਰੂਪ ਦਿੱਤਾ ਸੀ, ਜਗਤ ਪ੍ਰਸਿੱਧ ਦੇਖ ਲਿਓ ਸਾਚਾ, ਉਹ ਸੰਸਾਰ ਦੇ ਲੋਕੋ ਪ੍ਰਸਿੱਧ ਪ੍ਰਗਟ ਹੈ ਭਾਈ। ਜਾ ਕੇ ਬੇਸ਼ੱਕ ਵੇਖ ਲਓ, ਪੁੱਛੋ ਜਿਹਨੂੰ ਜਾ ਕੇ ਪੁੱਛੋ, ਬਾਬੇ ਜੀਵਨ ਦੀ ਅੰਸ ਵਿੱਚੋਂ ਹੀ ਆਖੇਗਾ ਐਡਾ ਭਾਰੀ ਇਹਨਾਂ ਦਾ ਪ੍ਰਤਾਪ ਵਧਿਆ ਹੈ। ਪੁਨ ਭਾਈ ਜੀਵਨ ਸੰਸਕਾਰਾ, ਚਲੋ ਰਹੋ ਵਿਚਾਰ। ਜਦੋਂ ਫਿਰ ਇਦਾਂ ਸਾਧ ਨੇ ਮਰ ਦੇ ਵਰਦਾਨ ਦਿੱਤੇ ਗਰੀਬ ਨਵਾਜ ਨੇ, ਫਿਰ ਭਾਈ ਜੀਵਨ ਜੀ ਨੂੰ ਇਸ਼ਨਾਨ ਪਾਣ ਕਰਾਇਆ, ਅੰਤਮ ਉਹਨਾਂ ਦੇ ਸਰੀਰ ਨੂੰ ਬਵਾਨ ਤਿਆਰ ਹੋਇਆ, ਅੰਤਮ ਸੰਸਕਾਰ ਕੀਤਾ ਗਿਆ ਹੈ। ਜਿਨ ਦੇ ਪ੍ਰਾਨ ਕੀਨ ਉਪਕਾਰਾ, ਤੇ ਇਦਾਂ ਜਿਸ ਗੁਰਮੁਖ ਪਿਆਰੇ ਨੇ ਮਹਾਰਾਜ ਦਾ ਬਚਨ ਮੰਨ ਕੇ ਤੇ ਆਪਦੇ ਪ੍ਰਾਣ ਦੇ ਦਿੱਤੇ, ਪਰਉਪਕਾਰ ਕੀਤਾ ਹੈ। ਸਤਿਗੁਰ ਧੰਨ ਸਿੱਖ ਵੀ ਧੰਨੇ, ਕਵੀ ਰਾਜ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਧੰਨ ਗੁਰੂ ਹਰਿਰਾਏ ਸਾਹਿਬ, ਗੁਰੂ ਵੀ ਧੰਨ ਹੈ। ਤੇ ਗੁਰੂ ਕੇ ਜਿਹੜੇ ਪੂਰੇ ਸੂਰੇ ਸਿੱਖ ਹੈ
ਉਹ ਵੀ ਬੜੇ ਧਨ ਹਨ, ਧਨਤਾ ਯੋਗ ਹਨ। ਪ੍ਰਭ ਕੇ ਬਾਕ ਦਾਸ ਜਨ ਮੰਨੇ। ਏਦਾਂ ਸੱਚੇ ਪਾਤਸ਼ਾਹ ਦੇ ਬਚਨ ਜਿਨ੍ਹਾਂ ਨੇ ਮੰਨੇ ਆ, ਉਹ ਗਰੀਬ ਨਵਾਜ ਪਾਤਸ਼ਾਹ ਦੇ ਪੂਰੇ ਸੂਰੇ ਸਿੱਖ ਵੀ ਗੁਰੂ ਤਾਂ ਧਨ ਹੈ ਹੀ, ਪਰ ਗੁਰੂ ਕੇ ਸਿੱਖ ਵੀ ਕਿੱਡੇ ਕਿੱਡੇ ਆ ਜਿਹੜੇ ਮਹਾਰਾਜ ਦਾ ਬਚਨ ਝੱਟ ਝੋਲੀ 'ਚ ਪਵਾ ਲੈਂਦੇ ਆ। ਤੇ 18 ਵਰੇ ਉਮਰ ਸੀ, ਭਰ ਜਵਾਨੀ, ਤੇ ਘਰ ਵਿੱਚ ਵਿਆਹੁਤਾ ਬੈਠੀ, ਪੇਟ 'ਚ ਬੱਚਾ ਪਲ ਰਿਹਾ, ਘਰ ਦਾ ਰੱਤੀ ਮਾਤਰ ਖਿਆਲ ਨਹੀਂ ਕੀਤਾ। ਸੱਚੇ ਪਾਤਸ਼ਾਹ ਦੇ ਨਾਲ ਡਾਢਾ ਪ੍ਰੇਮ ਜਣਾਇਆ ਹੈ। ਸ੍ਰੀ ਹਰਿ ਰਾਏ ਸੋ ਕੀਰਤ ਝੂਲੀ। ਏਦਾਂ ਸੰਗਤ ਜੀ ਧੰਨ ਗੁਰੂ ਹਰਿ ਸਾਹਿਬ ਮਹਾਰਾਜ ਜੀ ਦੀ ਵਡਿਆਈ, ਗੁਰਮੁਖ ਪਿਆਰਿਆਂ ਸਿੱਖਾਂ ਦੀ ਵਡਿਆਈ ਛਤਰ ਬਣ ਕੇ ਝੁੱਲ ਰਹੀ ਹੈ। ਕਰ ਕਰ ਮਨਹੁ ਮਾਲ ਤਿਹ ਫੂਲੀ। ਜਿਵੇਂ ਘਰਾਂ ਘਰਾਂ ਵਿੱਚ ਮਾਲ ਕੇਤਕੀ ਦੇ ਫੁੱਲ ਫੁੱਲੇ ਹੁੰਦੇ ਆ। ਦੇਸ ਵਿਦੇਸ਼ਨ ਐਸੇ ਭਈ। ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਕੇ ਸਿੱਖਾਂ ਤੇ ਗੁਰੂ ਹਰਿ ਸਾਹਿਬ ਦੀ ਏਦਾਂ ਵਡਿਆਈ ਹੋ ਰਹੀ ਹੈ। ਭਾਂਤ ਮਡਾਲਨ ਜਨ ਉੱਡ ਗਈ। ਜਿਵੇਂ ਸਾਧ ਸੰਗਤ ਜੀ ਹੰਸਾਂ ਦੀ ਜਿਹੜੀ ਹੈ ਡਾਰ, ਉਹ ਸਾਰੇ ਸੰਸਾਰ 'ਚ ਉੱਡੀ ਫਿਰਦੀ ਹੈ। ਏਦਾਂ ਪਾਤਸ਼ਾਹ ਦੀ ਸੋਭਾ ਘਰ ਘਰ ਵਿੱਚ ਪਹੁੰਚ ਰਹੀ ਹੈ। ਕਿਧੋ ਚੰਦਰਿਕਾ ਜਗਤ ਬਿਥਾਰੀ। ਜਿਵੇਂ ਚੰਦਰਮਾ ਦੀ ਚਾਨਣੀ ਘਰਾਂ ਘਰਾਂ ਵਿੱਚ ਫੈਲ ਰਹੀ ਹੁੰਦੀ ਹੈ। ਸੁਜਨ ਚਕੋਰਨ ਕੋ ਸੁਖਕਾਰੀ। ਏਦਾਂ ਮਹਾਰਾਜ ਦੀ ਵਡਿਆਈ ਹੋ ਰਹੀ, ਤੇ ਸ਼੍ਰੇਸ਼ਟ ਜਨ ਜਿਹੜੇ ਗੁਰੂ ਕੇ ਸਿੱਖ ਹੈ, ਉਹ ਗੁਰੂ ਹਰਿ ਸਾਹਿਬ ਮਹਾਰਾਜ ਦੀ ਵਡਿਆਈ ਚਾਂਦਨੀ ਵਰਗੀ ਹੈ, ਤੇ ਸਤਿਗੁਰੂ ਚੰਦਰਮਾ ਵਰਗੇ ਗੁਰੂ ਕੇ ਸਿੱਖ ਸਾਧ ਸੰਗਤ ਜੀ ਚਕੋਰਾਂ ਵਰਗੇ ਉਹਨਾਂ ਨੂੰ ਬੜੀ ਭਾ ਰਹੀ ਹੈ। ਜਜ ਆਨੰਦ ਭਾ ਨੰਦਨ ਜੀਓ। ਜਦੋਂ ਪੁੱਤਰ ਜਿਉਂਦਾ ਹੋਇਆ ਤੇ ਬ੍ਰਾਹਮਣ ਬੜਾ ਖੁਸ਼ ਪ੍ਰਸੰਨ ਹੋਇਆ ਹੈ। ਮਨਹੁ ਮ੍ਰਿਤਕ ਨੇ ਅੰਮ੍ਰਿਤ ਪੀਓ। ਜਿਵੇਂ ਮੁਰਦੇ ਨੂੰ ਅੰਮ੍ਰਿਤ ਮਿਲ ਗਿਆ ਹੋਵੇ, ਇੰਨੀ ਖੁਸ਼ੀ ਹੋ ਰਹੀ ਹੈ ਜੀ। ਇਮ ਵਾਸੀ ਗੁਰ ਪਰ ਕਰਤਾਰਾ। ਏਦਾਂ ਸਾਧ ਸੰਗਤ ਜੀ ਭਾਰੀ ਕੌਤਕ ਕਰਦਿਆਂ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਵਿੱਚ ਵਾਸਾ ਕਰ ਰਹੇ ਹੈ। ਕਰਹ ਚਰਿਤਰ ਅਨੇਕ ਪ੍ਰਕਾਰਾ। ਅਨੇਕਾਂ ਤਰ੍ਹਾਂ ਦੇ ਮਹਾਰਾਜ ਕੌਤਕ ਤੇ ਬਿਲਾਸ ਕਰ ਰਹੇ ਹਨ। ਕੇਤਕ ਬਾਸੁਰ ਬਹੁਰ ਬਿਤਾਏ। ਇਸ ਤਰ੍ਹਾਂ ਕਿੰਨੇ ਕੁ ਦਿਨ ਸੱਚੇ ਪਾਤਸ਼ਾਹ ਨੇ ਹੋਰ ਬਤੀਤ ਕੀਤੇ ਹੈ। ਦਾਸ ਉਧਾਰਤ ਹੈ ਸਮੁਦਾਏ। ਤੇ ਸਾਰੇ ਸਿੱਖਾਂ ਨੂੰ, ਦਾਸਾਂ ਨੂੰ ਮਹਾਰਾਜ ਕਲਿਆਣ ਕਰ ਰਹੇ, ਉਧਾਰ ਕਰ ਰਹੇ ਹਨ। ਇੱਕ ਦਿਨ ਵਹਿਰ ਕੂਪ ਗੁਰ ਕੀਰਾ। ਇੱਕ ਦਿਨ ਸਾਧ ਸੰਗਤ ਜੀ ਜਿਹੜਾ ਖੂਹ ਹੈ ਨਾ ਕਰਤਾਰਪੁਰ ਸਾਹਿਬ ਦੇ ਬਾਹਰ, ਜਿਹਨੂੰ ਗੰਗ ਸ਼ੱਕਰ ਵੀ ਕਹਿੰਦੇ ਆ, ਉਹ ਜਿਹੜਾ ਪਾਵਨ ਪਵਿੱਤਰ ਖੂਹ ਹੁਣ ਵੀ ਹੈ, ਉੱਥੇ ਨਾਲ ਤਲਾਬ ਵੀ ਬਣਿਆ ਹੋਇਆ ਹੈ। ਉਹ ਪਾਵਨ ਪਵਿੱਤਰ ਜਿਹੜਾ ਖੂਹ ਹੈ, ਜਿਹਨੂੰ ਸ਼ੱਕਰ ਗੰਗਾਦਿਕ ਕਹਿੰਦੇ ਹਨ। ਸਕਰ ਗੰਗ ਜਿਹ ਪੁੰਨਕ ਹੀਰਾ। ਜਿਹਦਾ ਪੁੰਨ ਬੜਾ ਜਾਣਿਆ ਜਾਂਦਾ, ਜਾਂ ਪੁੰਨ ਰੂਪ ਪਵਿੱਤਰ ਖੂਹ ਜਿਸ ਨੂੰ ਜਾਣਿਆ ਜਾਂਦਾ ਹੈ ਜੀ। ਜਿਤੀ ਜਾਮ ਮਹਿ ਸਤਿਗੁਰ ਗਏ। ਤੀਜਾ ਪਹਿਰ ਸੀ ਦਿਨ ਦਾ, ਜਿਵੇਂ ਸ਼ਾਮ ਪੈਂਦੀ, ਸਤਿਗੁਰੂ ਮਹਾਰਾਜ ਉਸ ਖੂਹ ਦੇ ਉੱਪਰ ਤੀਜੇ ਪਹਿਰ ਦਿਨ ਦੇ ਮਗਰਲੇ ਪਹਿਰ ਸੱਚੇ ਪਾਤਸ਼ਾਹ ਜੀ ਗਏ ਸੰਗਤਾਂ ਸਮੇਤ। ਵੇਖ ਰਮਨੀਕ ਥਾਨ ਥਿਤ ਤੇ ਭਏ। ਬੜੇ ਬਾਗ ਬੂਟੇ ਲੱਗੇ ਹੋਏ ਸੀ ਖੂਹ ਦੇ ਲਾਗੇ ਲਾਗੇ, ਮਿੱਠਾ ਜਲ ਹੈ ਤੇ ਬੜਾ ਫਲੀ ਭੂਤ ਹੋ ਰਿਹਾ ਬਾਗ। ਸੰਘਣੀ ਛਾਂ ਵੇਖ ਕੇ, ਸੋਹਣੀ ਜਗ੍ਹਾ ਵੇਖ ਕੇ ਪਾਤਸ਼ਾਹ ਜੀ ਇੱਥੇ ਠਹਿਰ ਗਏ ਹਨ। ਸੋਚ ਸਨਾਨ ਕਰਿਓ ਹਰ ਖਾਏ। ਇੱਥੇ ਮਹਾਰਾਜ ਨੇ ਸ਼ੌਚਾਚਾਰ ਕਰਿਆ ਤੇ ਇਸ਼ਨਾਨ ਪਾਣ ਠੰਡੇ ਜਲ ਦਾ ਖੂਹ ਦਾ ਕੀਤਾ। ਬੜੇ ਪਾਤਸ਼ਾਹ ਜੀ ਪ੍ਰਸੰਨ ਹੋਏ ਹਨ। ਬੈਠ ਬਹੁਰ ਦੀਵਾਨ ਲਗਾਏ। ਫਿਰ ਸੱਚੇ ਪਾਤਸ਼ਾਹ ਨੇ ਦੀਵਾਨ ਸਜਾ ਲਿਆ ਵੀ ਅੱਜ ਸੰਧਿਆ ਦਾ ਦੀਵਾਨ ਖੂਹ ਤੇ ਹੀ ਸਜੇਗਾ। ਮਹਾਰਾਜ ਦੇ ਹਜ਼ੂਰ ਵਿਛਾਈਆਂ ਹੋ ਗਈਆਂ ਤੇ ਸ਼ਾਮ ਦਾ ਦੀਵਾਨ ਸਜ ਗਿਆ ਹੈ। ਉਤੇ ਬ੍ਰਿਧ ਜੇ ਨਿਕਟ ਨਿਹਾਰੇ। ਜਿੰਨੇ ਸਾਧ ਸੰਗਤ ਜੀ ਬਜ਼ੁਰਗ ਸੀ ਨਾ ਕਰਤਾਰਪੁਰ ਸਾਹਿਬ ਦੇ, ਮਹਾਰਾਜ ਬੜੇ ਖੁਸ਼ ਹੁੰਦੇ ਸੀ ਪੁਰਾਣੀਆਂ ਸਾਖੀਆਂ ਸੁਣ ਕੇ ਬਜ਼ੁਰਗਾਂ ਪਾਸੋਂ। ਤੇ ਗੁਰੂ ਹਰਿ ਸਾਹਿਬ ਨੇ ਜਿੰਨੇ ਬਜ਼ੁਰਗ ਸੀ ਕਰਤਾਰਪੁਰ ਸਾਹਿਬ ਦੇ, ਉਹ ਸਾਰੇ ਬਜ਼ੁਰਗਾਂ ਨੂੰ ਆਪਦੇ ਪਾਸ ਸਦਾ ਲਿਆ। ਆਵਾਜ਼ ਮਰਵਾ ਲਈ ਸਿੱਖਾਂ ਨੂੰ ਭੇਜ ਕਰਕੇ। ਜਿਨ ਬੂਝਨ ਹਿਤ ਬੈਨ ਉਚਾਰੇ। ਉਹਨਾਂ ਨੂੰ ਪੁੱਛਿਆ ਮਹਾਰਾਜ ਨੇ, ਬਜ਼ੁਰਗਾਂ ਆਇਆ ਹੋਇਆਂ ਨੂੰ ਬਚਨ ਕੀਤਾ ਹੈ। ਸ੍ਰੀ ਅਰਜਨ ਗੁਰ ਵੱਡੇ ਹਮਾਰੇ। ਮਹਾਰਾਜ ਕਹਿੰਦੇ, ਬਜ਼ੁਰਗੋ, ਮਹਾਤਮਾ ਜੀ ਤੁਸੀਂ ਪੁਰਾਣੇ ਬਜ਼ੁਰਗੋ, ਤੇ ਆਪ ਜੀ ਕਿਰਪਾ ਕਰੋ ਵੀ ਧੰਨ 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 ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਜੋ ਸਾਡੇ ਵੱਡੇ ਵਡੇਰੇ ਸਤਿਗੁਰੂ ਪਾਤਸ਼ਾਹ ਸਾਡੇ ਪੜਦਾਦੇ ਲੱਗਦੇ ਆ, ਉਹਨਾਂ ਬਾਬਤ ਪੁੱਛਦੇ ਹਾਂ। ਜਗ ਪਰ ਜਿਨਹੁ ਕੀਨ ਉਪਕਾਰੇ। ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਸਭ ਜਾਣਦੇ ਵਡਿਆਈ ਬੜੀ ਵੀ ਗੁਰੂ ਅਰਜਨ ਦੇਵ ਸਾਹਿਬ ਨੇ ਸੰਸਾਰ ਤੇ ਬੜੇ ਬੜੇ ਪਰਉਪਕਾਰ ਕੀਤੇ। ਸਰੋਵਰ ਪਟਵਾਏ ਆ, ਹਰਮੰਦਰ ਬਣਵਾਇਆ, ਤਰਨ ਤਾਰਨ ਨਗਰ ਵਸਾਇਆ, ਕਰਤਾਰਪੁਰ ਸਾਹਿਬ ਨਗਰ ਵਸਾਇਆ ਹੈ, ਖੂਹ ਲਵਾਏ ਹੈ, ਤੇ ਗੁਰੂ ਕੀ ਵਡਾਲੀ ਨਗਰ ਤੇ ਬੜੀ ਭਾਰੀ ਕਿਰਪਾ ਕੀਤੀ ਹੈ। ਇਸ ਤਰ੍ਹਾਂ ਬੜੇ ਬੜੇ ਭਾਰੀ ਤੀਰਥ ਪ੍ਰਗਟ ਕੀਤੇ। ਸਤਿਗੁਰੂ ਅਰਜਨ ਦੇਵ ਸਾਹਿਬ ਸਾਡੇ ਪੜਦਾਦੇ ਸਤਿਗੁਰਾਂ ਨੇ ਬੜਾ ਭਾਰੀ ਸੰਸਾਰ ਤੇ ਪਰਉਪਕਾਰ ਕੀਤਾ ਹੈ। ਜਿਸ ਪ੍ਰਕਾਰ ਇਹ ਕੂਪ ਲਗਾਇਓ। ਤੇ ਅਸੀਂ ਇਹ ਪੁੱਛਣਾ ਚਾਹੁੰਦੇ ਵੀ ਜਿਹੜਾ ਇਹ ਖੂਹ ਹੈ, ਜਿਸ ਤਰੀਕੇ ਨਾਲ ਸਤਿਗੁਰੂ ਅਰਜਨ ਦੇਵ ਸਾਹਿਬ ਨੇ ਜਿਹੜਾ ਇਹ ਖੂਹ ਹੈ ਸ਼ੱਕਰ ਗੰਗ,
ਇਹ ਜਦੋਂ ਲਵਾਇਆ ਹੈ ਸੀ, ਨਵਾਂ ਬਣਵਾਇਆ ਸੀ। ਫਲ ਵਿਸਾਲ ਇਸਨਾਨ ਬਤਾਇਓ। ਸੁਣਿਆ ਵੀ ਮਹਾਰਾਜ ਨੇ ਬੜਾ ਵਰਦਾਨ ਦਿੱਤੇ ਸੀ ਵੀ ਇਸ ਖੂਹ ਦਾ ਇਸ਼ਨਾਨ ਕੀਤਾ, ਜਿਹੜਾ ਉਹਦਾ ਵਰਦਾਨ ਮਹਾਰਾਜ ਦਾ ਸੀ ਵੀ ਗੰਗਾ ਦਾ ਇਸ਼ਨਾਨ ਕਰ ਲਿਆ ਤੇ ਇਸ ਖੂਹ ਦਾ ਇਸ਼ਨਾਨ ਕਰ ਲਿਆ, ਇੱਕ ਬਰਾਬਰ ਹੋਵੇਗਾ। ਸੋ ਤੁਮ ਜਾਣਤ ਹਮਹਿ ਬਤਾਵੋ। ਤੇ ਆਪ ਜੀ ਬਜ਼ੁਰਗੋ ਮਹਾਰਾਜ ਸਾਨੂੰ ਦੱਸੋ, ਸਤਿਗੁਰੂ ਅਰਜਨ ਦੇਵ ਸਾਹਿਬ ਨੇ ਕੀ ਕੀ ਬਚਨ ਕਹੇ ਸੀ ਤੇ ਖੂਹ ਕਦੋਂ ਲਗਵਾਇਆ ਸੀ ਪਾਤਸ਼ਾਹ ਨੇ? ਮਹਿਮਾ ਮਹਾ ਮਹਾਨਮ ਸੁਨਾਵੋ। ਆਪ ਦੀ ਵੱਡੇ ਵਡੇਰੇ ਤੁਸੀਂ ਸਭ ਕੁਝ ਵੇਖਿਆ ਸੁਣਿਆ ਹੈ ਬਜ਼ੁਰਗੋ, ਉਹ ਇਸ ਖੂਹ ਦੀ ਮਹਾਨ ਮਹਿਮਾ ਵਡਿਆਈ ਆਪ ਦੀ ਸਾਨੂੰ ਦੱਸਣਾ ਕਰੋ ਜੀ। ਪੁਰ ਜਨ ਬ੍ਰਿਧ ਜੋ ਥੇ ਤਿਸ ਕਾਲ। ਉਹ ਜਿਹੜੇ ਫਿਰ ਸਾਧ ਸੰਗ ਜੀ ਜਿੰਨੇ ਬਜ਼ੁਰਗ ਉੱਥੇ ਮਹਾਰਾਜ ਦੇ ਲਾਗੇ ਬੈਠੇ ਹੋਏ ਆ ਕਰਤਾਰਪੁਰ ਦੇ, ਜੋ ਜਾਣਤ ਸਭ ਕੋ ਪਹਵਾਲ। ਉਹਨਾਂ ਨੇ ਹੱਥ ਜੋੜੇ, ਸਾਰੇ ਹੀ ਜਾਣਦੇ ਸੀ ਕਿਉਂਕਿ ਉਮਰਾਂ ਚੰਗੀ ਵਡੇਰੀ ਦੇ ਸੀਗੇ ਤੇ ਉਦੋਂ ਨਿਆਣੇ ਸੀ ਜਦੋਂ ਖੂਹ ਲੱਗ ਰਿਹਾ ਸੀਗਾ, ਤਾਂ ਇਹਨਾਂ ਸਾਰੇ ਬਜ਼ੁਰਗਾਂ ਨੇ ਜਾਣਦੇ ਆ ਜਿਹੜੇ ਹੱਥ ਜੋੜੇ ਮਹਾਰਾਜ ਦੇ ਅੱਗੇ। ਸੋ ਸਤਿਗੁਰ ਕੀ ਆਗਿਆ ਪਾਏ। ਸਤਿਗੁਰੂ ਹਰਿ ਰਾਇ ਸਾਹਿਬ ਦਾ ਹੁਕਮ ਪ੍ਰਾਪਤ ਕਰਦਿਆਂ ਹੋਇਆਂ ਬੋਲੇ ਹੱਥ ਜੋੜ ਸਿਰ ਨਿਆਏ। ਸਿਰ ਨਵਾ ਲਏ ਆ ਤੇ ਗੁਰੂ ਹਰਿ ਰਾਇ ਸਾਹਿਬ ਦੇ ਅੱਗੇ ਹੱਥ ਜੋੜ ਕੇ ਸਾਰੇ ਬਜ਼ੁਰਗ ਬੋਲੇ ਐ, ਸ੍ਰੀ ਪ੍ਰਭ ਜੀ ਤੁਮ ਅੰਤਰ ਜਾਮੀ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਨੂੰ ਕੀ ਲੁਕਿਆ? ਪਾਤਸ਼ਾਹ ਜੀ ਤੁਹਾਨੂੰ ਭੁੱਲ ਹੈ ਕਿਸੇ ਗੱਲ ਦੀ? ਆਪ ਜੀ ਮਹਾਰਾਜ ਅੰਤਰਜਾਮੀ ਹੋ। ਭੂਤ ਭਵਿੱਖ ਲਖੋ ਪ੍ਰਭ ਸੁਆਮੀ। ਪਿਛਲੇ ਸਮੇਂ ਤੇ ਆਉਣ ਵਾਲੇ ਸਮੇਂ ਬਾਬਤ ਸੁਆਮੀ ਜੀ ਆਪ ਸਾਰੀਆਂ ਗੱਲਾਂ ਤੋਂ ਚੰਗੀ ਤਰ੍ਹਾਂ ਵਾਕਫੀ ਰੱਖਦੇ ਹੋ। ਤੁਮ ਆਗੇ ਹਮ ਕਹਾਂ ਵਿਚਾਰੇ। ਤੇ ਤੁਹਾਡੇ ਅੰਤਰਜਾਮੀ ਪਾਤਸ਼ਾਹ ਅੱਗੇ ਅਸੀਂ ਤੁਛ ਜੀਵ ਮਹਾਰਾਜ ਕੀ ਸਮਝਾ ਸਕਦੇ ਹਾਂ? ਸੂਰਜ ਨੂੰ ਦੀਵਾ ਵਿਖਾਉਣ ਦੇ ਬਰਾਬਰ ਹੈ। ਜੋ ਬੀਤਿਓ ਬਿਰਤਾਂਤ ਉਚਾਰੇ। ਪਰ ਜੇ ਤੁਸੀਂ ਮਹਾਰਾਜ ਪੁੱਛਦੇ ਹੋ ਤੇ ਆਪ ਜੀ ਦਾ ਹੁਕਮ ਮੰਨ ਕੇ, ਵੈਸੇ ਤਾਂ ਪਤਾ ਹੀ ਆਪ ਜੀ ਨੂੰ, ਪਰ ਹੁਕਮ ਮੰਨ ਕੇ ਹੁਕਮ ਦੀ ਪਾਲਣਾ ਕਰਦੇ ਹਾਂ। ਜੋ ਉਦੋਂ ਅਸੀਂ ਵੇਖਿਆ ਸੁਣਿਆ ਜੋ ਬੀਤਿਆ ਹੈ ਸੀ, ਜੇ ਤਿਕ ਗੁਪਤ ਬਿਦਤ ਹੈ ਬਾਤ। ਮਹਾਰਾਜ ਉਹ ਸਾਰਾ ਦੱਸਦੇ, ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਹੜੀ ਗੁਪਤ ਬਾਤ ਹੁੰਦੀ ਉਹ ਵੀ ਤੁਹਾਨੂੰ ਪਤਾ, ਜਿਹੜੀ ਪ੍ਰਗਟ ਗੱਲ ਹੁੰਦੀ ਤੁਹਾਨੂੰ ਉਹ ਵੀ ਪਤਾ ਹੁੰਦੀ ਹੈ। ਕਰ ਬਦਰੀ ਫਲ ਸਮ ਵਖਿਆਤ। ਤੇ ਜਿਵੇਂ ਹੱਥ ਤੇ ਬੇਰੀ ਦਾ ਬੇਰ ਪਿਆ ਹੁੰਦਾ ਨਾ, ਫਲ ਹੱਥ ਤੇ ਬੇਰ ਰੱਖਾ ਜਿਵੇਂ ਸਾਫ਼ ਦੀਦਾ, ਤੁਹਾਨੂੰ ਮਹਾਰਾਜ ਗੁਪਤ ਪ੍ਰਗਟ ਤੇ ਭੂਤ ਭਵਿੱਖ ਸਭ ਕੁਝ ਸਾਫ਼ ਪ੍ਰਤੱਖ ਦਿਸਦਾ ਹੈ। ਤਉ ਆਪਨੇ ਬੂਝਨ ਕੀਨੀ। ਪਰ ਫਿਰ ਵੀ ਮਹਾਰਾਜ ਆਪ ਜੀਆਂ ਨੇ ਹੁਕਮ ਕਰਕੇ ਸਾਨੂੰ ਇਸ ਖੂਹ ਸਾਹਿਬ ਦੀ ਕਥਾ ਪੁੱਛਣਾ ਕੀਤੀ ਹੈ। ਕਰੋ ਉਚਾਰਨ ਜਿਮ ਪੇਖ ਚੀਨੀ। ਮਹਾਰਾਜ ਜਿਵੇਂ ਅਸੀਂ ਵੇਖੀ ਜਾਣੀ ਸੁਣੀ ਹੈ, ਇਹ ਖੂਹ ਦੇ ਲੱਗਣ ਦੀ ਬਣਨ ਦੀ ਅਸੀਂ ਕਥਾ ਆਪ ਜੀ ਨੂੰ ਸ਼ਰਵਣ ਕਰਾਉਂਦੇ ਹਾਂ। ਪੂਰਬ ਸ੍ਰੀ ਅਰਜਨ ਉਪਕਾਰੀ। ਗੱਲ ਇਸ ਤਰ੍ਹਾਂ ਪਾਤਸ਼ਾਹ ਜੀ ਵੀ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜਿਹੜੇ ਬੜੇ ਭਾਰੀ ਪਰਉਪਕਾਰ ਦੀ ਮੂਰਤ ਹੋਏ ਹਨ। ਪੁਰਖ ਤਾਹਰ ਬਸਾਇਓ ਭਾਰੀ। ਜਦੋਂ ਸਤਿਗੁਰੂ ਪੰਚਮ ਪਾਤਸ਼ਾਹ ਨੇ ਦੁਆਬੇ ਅੰਦਰ ਇਹ ਸਾਡਾ ਨਗਰ ਸ੍ਰੀ ਕਰਤਾਰਪੁਰ ਸਾਹਿਬ ਖੁੱਲਾ ਡੁੱਲਾ ਮਹਾਨ ਨਗਰ ਵਸਾਇਆ ਸੀ। ਪੁਨ ਇੱਕ ਦਿਨ ਆਈ ਇਸ ਥਾਨ। ਜਦੋਂ ਨਗਰ ਵਸ ਗਿਆ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇੱਕ ਦਿਨ ਇਸ ਸਥਾਨ ਤੇ ਜਿੱਥੇ ਹੁਣ ਆਪ ਜੀ ਖੜੇ ਹੋਏ ਖੂਹ ਸਾਹਿਬ ਦੇ ਕੰਢੇ ਤੇ, ਗੁਰੂ ਅਰਜਨ ਦੇਵ ਸਾਹਿਬ ਜੀ ਕਰਤਾਰਪੁਰ ਸਾਹਿਬ ਨਗਰ ਵਸਾਉਣ ਤੋਂ ਬਾਅਦ ਇਸ ਖੂਹ ਸਾਹਿਬ ਉਦੋਂ ਹੈ ਨਹੀਂ ਸੀ, ਮਹਾਰਾਜ ਇਸ ਜਗ੍ਹਾ ਤੇ ਆਏ ਸਨ। ਬੈਠੇ ਰੁਚਰ ਲਗਾਏ ਦੀਵਾਨ। ਤੇ ਚਲੋ ਥਾਂ ਮਹਾਰਾਜ ਸੋਹਣਾ ਸੀ, ਉੱਚਾ ਤੇ ਖੁੱਲਾ ਥਾਂ, ਵੇਲਾ ਤੇ ਰੁੱਖ ਆਦਿਕ ਰਮਣੀਕ ਛਾਂ ਵੇਖ ਕੇ ਸਤਿਗੁਰੂ ਅਰਜਨ ਦੇਵ ਸਾਹਿਬ ਨੇ ਇੱਥੇ ਦੀਵਾਨ ਸਜਾ ਲੈਣਾ ਕੀਤਾ। ਪਾਵਨ ਥਲ ਕੋ ਹੀਰ ਵਿਚਾਰਾ। ਮਹਾਰਾਜ ਨੇ ਸੋਹਣਾ ਤੇ ਸਾਫ ਸੁਥਰਾ ਤੇ ਸਾਂਝਾ ਜਿਹਾ ਥਾਂ ਜਿਹੜਾ ਪਿੰਡ ਦੇ ਬਾਹਰ ਵੇਖ ਕੇ ਮਨ ਵਿੱਚ ਵਿਚਾਰ ਕੀਤੀ ਸੀ। ਲਗਹ ਇਹਾਂ ਉਦਪਾਨ ਉਦਾਰਾ। ਵੀ ਜੇ ਕਿਤੇ ਇੱਥੇ ਚੰਗਾ ਵੱਡਾ ਭਾਰੀ ਖੂਹ ਲੱਗ ਜਾਵੇ ਤਾਂ ਇਸ ਪੁਰ ਸੰਗਤ ਨਿਤ ਹੀ ਤੇ ਆਵੇ। ਸਭ ਦਾ ਭਲਾ ਹੋ ਜਾਏ, ਕਿਉਂਕਿ ਹੁਣ ਕਰਤਾਰਪੁਰ ਨਗਰ ਵਸ ਗਿਆ ਤੇ ਨਗਰ ਨਿਵਾਸੀਆਂ ਕੋਲ ਪਾਣੀ ਦਾ ਸਾਧਨ ਹੈ ਨਹੀਂ, ਖੂਹ ਹੈ ਨਹੀਂ ਇੱਥੇ, ਤੇ ਦਰਿਆ ਦੂਰ ਪੈਂਦਾ ਤੇ ਔਖੇ ਹੋਣਗੇ। ਹੁਣ ਸੰਗਤਾਂ ਜੁੜਨਗੀਆਂ ਕਿਉਂਕਿ ਨਗਰ ਵਸ ਗਿਆ ਤੇ ਸਿੱਖਾਂ ਨੇ ਇੱਧਰ ਆਇਆ ਕਰਨਾ। ਇਹ ਮਨ ਵਿੱਚ ਵਿਚਾਰ ਕਰਕੇ ਪੰਚਮ ਪਾਤਸ਼ਾਹ ਜੀ ਨੇ ਗੁਰ ਥਲ ਦਰਸਹ ਔਰ ਹਰ ਖਾਵੇ। ਤੇ ਇੱਥੇ ਹੁਣ ਸੰਗਤਾਂ ਨੇ ਆਉਣਾ ਤੇ ਗੁਰੂ ਕੇ ਨਗਰ ਦੇ ਦਰਸ਼ਨ ਕਰ ਕਰਕੇ ਖੁਸ਼ ਹੋਇਆ ਹੋਣਗੀਆਂ, ਤੇ ਇੱਥੇ ਅਸੀਂ ਖੂਹ ਲਵਾ ਦਈਏ ਤਾਂ ਕਿ ਖੂਹ ਦਾ ਜਲ ਛਕ ਕੇ ਇਸ਼ਨਾਨ ਕਰਕੇ ਸੰਗਤਾਂ ਖੁਸ਼ੀਆਂ ਮਾਣਨ। ਇਹਾਂ ਇਸ਼ਨਾਨ ਹੋਏ ਤਨ ਪਾਵਨ। ਤੇ ਮਹਾਰਾਜ ਨੇ ਵਿਚਾਰ ਕੀਤੀ ਵੀ ਇੱਥੇ ਐਸਾ ਸੁੰਦਰ ਖੂਹ ਲਾਵਾਂਗੇ ਜਿਹਦਾ ਇਸ਼ਨਾਨ ਕਰਕੇ ਸਭ ਦੇ ਸਰੀਰ ਪਵਿੱਤਰ ਹੋ ਜਾਇਆ ਕਰਨ, ਕਿਉਂਕਿ ਜ਼ਖਮ ਆਦਿਕ ਹੈ, ਕੋੜ ਦੇ ਰੋਗ ਹੁਣ ਵੀ ਵਰਦਾਨ ਹੈ ਇਸ ਖੂਹ ਨੂੰ। ਮਹਾਰਾਜ ਨੇ ਵਿਚਾਰਿਆ ਵੀ ਕੋੜ ਦੇ ਰੋਗ ਕੋ ਜ਼ਖਮ ਆਦਿਕ ਫੋੜੇ ਫਿੰਸੀ ਆਦਿਕ ਜਿਹੜੇ ਹੈ ਇਹ ਇੱਥੇ ਚੜ੍ਹਦੀ ਕਲਾ 'ਚ ਜਿਹੜਾ ਉਹ ਸਰੀਰ ਨਰੋਲ ਪਵਿੱਤਰ ਕੰਚਨ ਵਰਗੀ ਕਾਇਆ ਹੋਇਆ ਕਰੇਗੀ। ਜਾਂ ਤੇ ਕਰਹ ਕੂਪ ਲਗ ਪਾਵਨ। ਇਸ ਕਰਕੇ ਮਹਾਰਾਜ ਨੇ ਵਿਚਾਰ ਕੀਤੀ ਵੀ ਅਸੀਂ
ਇਸ ਸੁੰਦਰ ਸਥਾਨ ਤੇ ਸੋਹਣਾ ਖੂਹ ਲਵਾ ਦੇਈਏ ਜੀ। ਕਹਿਓ ਤਬਹਿ ਆਨਹੁ ਮਿਸਟਾਨ। ਤਾਂ ਮਹਾਰਾਜ ਨੇ ਫਿਰ ਇੱਥੇ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਆਖਿਆ, ਨਗਰ ਦਿਆਂ ਨੂੰ, ਇਹ ਬਜ਼ੁਰਗ ਸੁਣਾਉਂਦੇ ਪਏ ਕਥਾ ਗੁਰੂ ਹਰਿਰਾਏ ਸਾਹਿਬ ਨੂੰ ਖੂਹ ਲੱਗਣ ਦੀ। ਕਹਿੰਦੇ ਪਾਤਸ਼ਾਹ ਜੀ ਫਿਰ ਸਾਡੇ ਨਗਰ ਦੇ ਬਜ਼ੁਰਗਾਂ ਨੂੰ ਪੰਚਮ ਪਾਤਸ਼ਾਹ ਨੇ ਮਿੱਠਾ ਮੰਗਵਾਇਆ, ਮਠਿਆਈ ਗੁੜ ਪਤਾਸੇ ਆਦਿਕ ਜੀ। ਬਹੁ ਨਰ ਸਿਰ ਉਚਵਾਈ ਮਹਾਨ। ਤੇ ਬੜੇ ਸਿੱਖ ਮਹਾਰਾਜ ਭਰ ਭਰ ਕੇ ਟੋਕਰੇ, ਪਰਾਤਾਂ, ਛਾਬੀਆਂ, ਟੋਕਰੀਆਂ ਮਿੱਠੇ ਦੀਆਂ, ਮਠਿਆਈ ਦੀਆਂ, ਲੱਡੂਆਂ ਦੀਆਂ, ਮਿਸ਼ਰੀ ਦੀਆਂ, ਹੋਰ ਬੜੇ ਤਰ੍ਹਾਂ ਦੇ ਮਿੱਠੇ ਪਦਾਰਥ। ਸੁਨ ਕਰੋ ਹੁਕਮ ਮਸੰਦ ਪਿਆਨੇ। ਤੇ ਇੱਥੇ ਲਿਆ ਮਹਾਰਾਜ ਮਠਿਆਈ ਦਾ ਪ੍ਰਸ਼ਾਦ ਰੱਖ ਦਿੱਤਾ ਪਾਤਸ਼ਾਹ ਜੀ। ਫਿਰ ਮਸੰਦਾਂ ਨੂੰ ਜਿਵੇਂ ਸਤਿਗੁਰਾਂ ਦਾ ਹੁਕਮ ਹੋਇਆ ਸੀ, ਪੁਰ ਤੇ ਮੋਲ ਲੀਨ ਤਹ ਆਨੇ। ਤੇ ਮਹਾਰਾਜ ਨੇ ਆਖਿਆ ਵੀ ਜਾਓ ਨਗਰ ਦੀ ਸੰਗਤ ਸਾਰੀ ਕਰਤਾਰਪੁਰ ਸਾਹਿਬ ਤੇ ਇਲਾਕੇ ਦੇ ਹੋਰ ਪਿੰਡਾਂ ਚੋਂ ਸਿੱਖਾਂ ਨੂੰ ਇਕੱਠੇ ਕਰਕੇ ਲਿਆਓ। ਬਹੁਤ ਗਿਣਤੀ ਵਿੱਚ ਸੰਗਤਾਂ ਪਹੁੰਚਣ ਲੱਗੀਆਂ ਜੀ। ਸ੍ਰੀ ਸਤਿਗੁਰ ਕੇ ਆਗੇ ਧਰਿਓ। ਤੇ ਉਹ ਸਾਧ ਸੰਗਤ ਜੀ ਮਹਾਰਾਜ ਨੂੰ ਸੁਣਾਇਆ ਪ੍ਰਸੰਗ। ਬਜ਼ੁਰਗ ਕਹਿੰਦੇ ਵੀ ਟੋਕਰਾ ਲਿਆ ਕੇ ਸਤਿਗੁਰੂ ਅਰਜਨ ਦੇਵ ਸਾਹਿਬ ਦੇ ਅੱਗੇ ਰੱਖ ਦਿੱਤਾ ਜੀ। ਕਾਰੀ ਗੁਰ ਨਹ ਕਾਰਨ ਕਰਿਓ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਨੇ ਸੱਦਿਆ ਵੀ ਭਾਈ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦ ਕੇ ਲਿਆਂਦਾ ਜਾਏ। ਭਾਈ ਬ੍ਰਿਧ ਤੇ ਤਬ ਅਰਦਾਸ। ਜਦੋਂ ਬਾਬਾ ਬੁੱਢਾ ਸਾਹਿਬ ਜੀ ਆ ਗਏ ਤੇ ਕਾਰੀਗਰ ਵੀ ਆ ਗਏ ਜਿਨ੍ਹਾਂ ਨੇ ਖੂਹ ਪਟਣਾ ਹੈ, ਤਾਂ ਪਾਤਸ਼ਾਹ ਜੀ ਫਿਰ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤੋਂ ਪੰਚਮ ਪਾਤਸ਼ਾਹ ਮਹਾਰਾਜ ਨੇ ਅਰਦਾਸਾ ਸਦਵਾਇਆ, ਅਰਦਾਸ ਕਰਵਾਈ ਸੀ। ਕਰਵਾਈ ਵਕਾਰਜ ਹੋਈ ਰਾਸ। 10 ਪਾਤਸ਼ਾਹੀਆਂ ਦਾ ਨਾਮ ਲੈ ਕਰਕੇ ਬਾਬਾ ਬੁੱਢਾ ਸਾਹਿਬ ਨੇ ਵਾਹਿਗੁਰੂ 5 ਪਾਤਸ਼ਾਹੀਆਂ ਦਾ ਨਾਮ ਗੁਰੂ ਅਰਜਨ ਦੇਵ ਸਾਹਿਬ ਤੱਕ ਧਿਆਉਂਦਿਆਂ ਹੋਇਆਂ ਤੇ ਅਰਦਾਸ ਕੀਤੀ ਵੀ ਹੇ ਅਕਾਲ ਪੁਰਖ ਪਰਮੇਸ਼ਰ ਗੁਰੂ ਨਾਨਕ ਸਾਹਿਬ ਜੀ, ਖੂਹ ਪੱਟਣ ਲੱਗੇ ਆ ਨਿਰਵਿਘਨਤਾ ਸਹਿਤ, ਇਹ ਕਿਰਪਾ ਕਰਕੇ ਪੂਰਾ ਕਰਨਾ ਜੀ। ਸਭ ਸਤਿਗੁਰ ਕੇ ਨਾਮ ਸਿਮਰ ਕਰ। ਤਾਂ ਸਭ ਪਾਤਸ਼ਾਹੀਆਂ ਦੇ ਨਾਮ ਦਾ ਸਿਮਰਨ ਕਰਦਿਆਂ ਹੋਇਆਂ ਮੂਰਤ ਰੁਚਿਰ ਧਿਆਨ ਕੋ ਉਰ ਧਰ। ਤੇ ਗੁਰੂ ਨਾਨਕ ਸਾਹਿਬ ਦੀ ਸੁੰਦਰ ਮੂਰਤ ਨੂੰ ਧਿਆਨ ਵਿੱਚ ਧਾਰਦਿਆਂ ਹੋਇਆਂ ਬਾਬਾ ਬੁੱਢਾ ਜੀ ਨੇ ਹੱਥ ਜੋੜ ਕਰ ਮਸਤਕ ਟੇਕਾ। ਅਰਦਾਸ ਕੀਤੀ ਤੇ ਸਭ ਸੰਗਤਾਂ ਨੇ ਹੱਥ ਜੋੜ ਲਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਧਰਤੀ ਤੇ ਮੱਥਾ ਟੇਕ ਦਿੱਤਾ ਸੀ। ਉਠੇ ਆਪ ਤਬ ਜਲਦ ਵਿਵੇਕਾ। ਫਿਰ ਗਿਆਨ ਦੇ ਸਮੁੰਦਰ ਸਤਿਗੁਰੂ ਅਰਜਨ ਦੇਵ ਮਹਾਰਾਜ ਆਪ ਸੰਗਤ ਵਿੱਚੋਂ ਖੜੇ ਹੋ ਕਰਕੇ ਕਰ ਮਹਿ ਕਸੀ ਧਾਰ ਕਰ ਖੜੇ। ਪਾਤਸ਼ਾਹ ਨੇ ਆਪਦੇ ਹੱਥ ਵਿੱਚ ਕਈ ਪਕੜਨਾ ਕੀਤੀ ਜੀ। ਪੂਰਬ ਟਕ ਲਗਾਵਨ ਕਰੇ। ਤੇ ਪਹਿਲਾ ਟਕ ਧੰਨ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਪਾਤਸ਼ਾਹ ਜੀ ਤੁਹਾਡੇ ਪੜਦਾਦੇ ਸਤਿਗੁਰਾਂ ਨੇ ਇਸ ਖੂਹ ਦਾ ਪਹਿਲਾ ਟਕ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਤੋਂ ਅਰਦਾਸ ਕਰਵਾ ਕੇ ਤੇ ਆਪ ਲਾਇਆ ਹੈ ਸੀ। ਕਨ ਸੰਗਤ ਦਰਸ਼ਨ ਜੋ ਆਏ। ਫਿਰ ਜਿਹੜੀ ਸੰਗਤ ਮਹਾਰਾਜ ਦੇ ਦਰਸ਼ਨਾਂ ਨੂੰ ਕਰਤਾਰਪੁਰ ਸਾਹਿਬ ਜੁੜੀ ਸੀ, ਸਭ ਕੋ ਮਹਿਮਾ ਕਹ ਸੁਨਾਈ। ਮਹਾਰਾਜ ਨੇ ਸਾਰੀ ਸੰਗਤ ਨੂੰ ਇਸ ਖੂਹ ਦੀ ਕਾਰ ਸੇਵਾ ਕਰਨ ਦਾ ਫਲ ਕੀ ਹੋਵੇਗਾ ਉਹ ਮਹਿਮਾ ਵਡਿਆਈ ਜਣਾਈ ਸੁਣਾਈ ਸੀ। ਖੁਸ਼ੀ ਗੁਰੂ ਕੀ ਕਾਰਜ ਕਰੇ। ਮਹਾਰਾਜ ਕਹਿੰਦੇ ਜਿਹੜਾ ਇੱਥੇ ਖੁਸ਼ੀ ਗੁਰੂ ਕੀ ਕਾਰ ਸੇਵਾ ਖੂਹ ਪੱਟਣ ਦੀ ਸੇਵਾ ਟੋਕਰੀ ਢੋਏਗਾ, ਪਰਹ ਕਾਮਨਾ ਜੋ ਉਰ ਧਰੇ। ਉਹਦੀ ਜੋ ਇੱਛਾ ਰੱਖ ਕੇ ਅਰਦਾਸ ਵੀ ਨਾ ਕਰੇ, ਜਿਹੜੀ ਮਨ 'ਚ ਭਾਵਨਾ ਰੱਖ ਕੇ ਗੁਰੂ ਕੇ ਖੂਹ ਦੀ ਪਟਾਈ ਕਰਦਿਆਂ ਟੋਕਰੀ ਢੋਵੇਗਾ, ਮਿੱਟੀ ਢੋਵੇਗਾ, ਮਰ ਕਹਿੰਦੇ ਉਹਦੀ ਕਾਮਨਾ ਭਾਵਨਾ ਇੱਥੇ ਹੁੰਦਿਆਂ ਇਸ ਖੂਹ ਬਣਨ ਤੋਂ ਪਹਿਲਾਂ ਪੂਰੀ ਹੋ ਜਾਏਗੀ। ਰਹਾ ਸੰਗ ਦੇ ਸਿੱਖ ਹਮੇਸ਼ਾ। ਮਹਾਰਾਜ ਫਿਰ ਕੀ ਦਸੀਏ, ਜਿਹੜੇ ਸਿੱਖ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਦਾ ਨਾਲ ਰਹਿਣ ਵਾਲੇ ਹਜੂਰੀ ਸਨ, ਕਾਰ ਕਰਨ ਕੋ ਲੱਗੇ ਅਸ਼ੇਸ਼। ਉਹ ਫਿਰ ਝਾਟੀ ਮਹਾਰਾਜ ਦਾ ਵਰਦਾਨ ਜਾਣ ਕੇ ਵੀ ਸੇਵਾ ਕਰ ਲਈਏ ਤੇ ਮਹਾਰਾਜ ਦੇ ਘਰੋਂ ਖੁਸ਼ੀਆਂ ਲੈ ਲਈਏ। ਟੋਕਰੀਆਂ ਢੋਣ ਲੱਗੇ, ਸਾਰੇ ਸਿੱਖ ਗੱਜ ਪਏ ਐ ਤੇ ਮਹਾਰਾਜ ਭਾਰੀ ਖੂਹ ਦੀ ਸੇਵਾ ਆਰੰਭ ਹੋ ਗਈ ਜੀ। ਜੋ ਜੋ ਕਰਹਿ ਕਾਮਨਾ ਕੋਈ। ਤੇ ਮਹਾਰਾਜ ਦਾ ਵਚਨ ਵਾਕਈ ਅਸੀਂ ਪੂਰਾ ਹੁੰਦਾ ਵੇਖਿਆ। ਜੋ ਵੀ ਕਾਮਨਾ ਭਾਵਨਾ ਮਨ 'ਚ ਰੱਖ ਕੇ ਕੋਈ ਟੋਕਰੀ ਦੀ ਸੇਵਾ ਕਰਦਾ ਸੀ, ਕੂਪ ਕਾਰ ਤੇ ਪੂਰਨ ਹੋਈ। ਉਹ ਖੂਹ ਦੀ ਕਾਰ ਸੇਵਾ ਪੂਰੀ ਹੁੰਦਿਆਂ ਮਹਾਰਾਜ ਦੀ ਇੱਛਾ ਭਾਵਨਾ ਪੂਰੀ ਹੋ ਜਾਂਦੀ ਸੀ। ਇਹ ਕਲਾ ਸੀ ਆਪ ਮਹਾਰਾਜ ਬਜ਼ੁਰਗ ਕਹਿੰਦੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ, ਇਹ ਕਿਰਪਾ ਅਸੀਂ ਆਪ ਵਰਤਦੀ ਵੇਖੀ ਹੈ। ਭਏ ਆਨੰਦ ਸੰਗਤਾਂ ਸਾਰੇ। ਸਭ ਪਾਸੇ ਸੰਗਤਾਂ ਵਿੱਚ ਆਨੰਦ ਹੀ ਆਨੰਦ, ਜੈ ਜੈਕਾਰ ਤੇ ਸਿਮਰਨ ਹੁੰਦਾ ਹੈ। ਸੇਵਹਿ ਭਾਉ ਹਿਰਦੈ ਬਹੁ ਧਾਰੇ। ਹਿਰਦੇ ਵਿੱਚ ਭਾਉ ਭਗਤੀ ਪ੍ਰੇਮ ਰੱਖ ਕੇ ਸੰਗਤਾਂ ਬੜੀ ਸੇਵਾ ਕਰਦੀਆਂ ਤੇ ਟੋਕਰੀ ਢੋਂਦੀਆਂ ਜੀ। ਖਨਿਓ ਗਇਓ ਤਤ ਸਿਨ ਜਲ ਤਾਈ। ਜਦੋਂ ਸਾਧ ਸੰਗਤ ਜੀ ਮਹਾਰਾਜ ਨੂੰ ਕਹਿੰਦੇ ਸਿੱਖ ਕਹਿੰਦੇ ਵੀ ਜਦੋਂ ਖੂਹ ਫਿਰ ਪੱਟਦਿਆਂ ਜਿੱਥੋਂ ਤੱਕ ਜਲ ਦਾ ਤਾਲਾ ਆ ਜਾਂਦਾ, ਜਿਵੇਂ ਕਾੜਾ ਆ ਜਾਂਦਾ, ਜਿੱਥੇ ਪਾਣੀ ਦਾ ਲੈਵਲ ਹੁੰਦਾ, ਉਹ ਪਾਣੀ ਦੀ ਸਤਹ ਤੱਕ ਜਦੋਂ
ਮਹਾਰਾਜ ਖੂਹ ਪੂਰਾ ਹੋ ਗਿਆ, ਪਟਿਆ ਗਿਆ। ਪੁਨ ਕਾਸ਼ਟ ਕੋ ਚੱਕ ਕਰਵਾਈ। ਫਿਰ ਮਹਾਰਾਜ ਨੇ ਇੱਕ ਕਾਸ਼ਟ ਲੱਕੜ ਦਾ ਚੰਗਾ ਜਿਹੜਾ ਤਗੜਾ ਪਹੀਆ, ਜਿਹੜਾ ਪਹੀਏ ਨੁਮਾ ਜਿਹਨੂੰ ਚੱਕ ਕਹਿ ਦਿੰਦੇ ਆ, ਉਹ ਚੱਕ ਲੱਕੜ ਦਾ ਕਢਵਾ ਲੈਣਾ ਕੀਤਾ, ਜਿਵੇਂ ਰੱਥ ਦਾ ਪਹੀਆ ਹੁੰਦਾ ਹੈ। ਬਹੁ ਨਰ ਲਾਹੇ ਉਤਾਰੀ ਉਤਰੇ। ਤੇ ਬੜੇ ਸੰਗਤਾਂ ਲਾ ਕੇ ਤੇ ਉਹ ਪਹੀਏ ਨੂੰ, ਚੱਕ ਨੂੰ, ਲੱਕੜ ਦੇ ਨੂੰ ਥੱਲੇ ਤਾਰਿਓ। ਏਦਾਂ ਜਿਹੜਾ ਖੂਹ ਹੁੰਦਾ ਸੰਗਤ ਜੀ ਡੂੰਘਾ, ਉਹਦੀ ਫਿਰ ਮਣਾ ਮੁਣਾ ਨਾ ਡਿੱਗ ਪੈਣ ਤੇ ਚਣਾਈ ਪੁੱਠੀ ਹੁੰਦੀ ਹੈ, ਬਜ਼ੁਰਗ ਜਾਣਦੇ ਆ। ਉਹ ਲੱਕੜ ਦਾ ਚੱਕ ਪਾ ਲੈਂਦੇ ਸੀ ਵਿਚਕਾਰ, ਉਹਦੇ ਉੱਪਰ ਚਣਾਈ ਕਰੀ ਜਾਂਦੇ ਸੀਗੇ। ਥੱਲਿਓ ਮਿੱਟੀ ਕੱਢ ਕੱਢ ਕੇ ਜਦੋਂ ਸੁੱਕ ਜਾਣਾ ਉੱਤੋਂ, ਤੇ ਥੱਲਿਓ ਨੀਵਾਂ ਕਰ ਲੈਣਾ, ਉੱਤੋਂ ਸਮੇਤ ਬਣੀ ਬੱਤਰੀ ਕੰਧ ਥੱਲੇ ਆ ਜਾਣੀ, ਤੇ ਉਹ ਚਣਾਈ ਉਹਦੇ ਉੱਤੇ ਹੀ ਕਰ ਦਿੰਦੇ ਸੀ। ਚੰਗਾ ਚੌੜਾ ਲੱਕੜ ਦਾ ਗੋਲ ਪਹੀਆ ਬਣਵਾ ਲੈਣਾ, ਜਿੱਡਾ ਕੁ ਖੂਹ ਦਾ ਆਕਾਰ ਰੱਖਣਾ, ਉਹਦੇ ਉੱਪਰ ਇੱਟਾਂ ਚਿਣ ਚਿਣ ਕੇ ਤੇ ਜਿਵੇਂ 5 ਫੁੱਟ ਦੀ ਕੱਢ ਲਈ। ਜਦੋਂ ਸੁੱਕ ਗਈ ਥੱਲਿਓ ਮਿੱਟੀ ਕੱਢ ਕੇ ਧੀਰੇ ਧੀਰੇ ਉਹਨੂੰ ਰੱਸੇ ਪਾ ਕੇ ਥੱਲੇ ਲੈ ਗਏ। ਉਹਨਾਂ ਕੁ ਉੱਤੋਂ ਨੀਵਾਂ ਉੱਤੋਂ ਚਿਣੀ ਜਾਣਾ ਤੇ ਥੱਲੇ ਤੋਰੀ ਜਾਣੀ। ਉਹ ਜਿਹੜੀ ਉਹਨੂੰ ਮਹਿਲ ਕਹਿੰਦੇ ਹੁੰਦੇ ਸੀ। ਇੱਦਾਂ ਹੀ ਬਾਪੂ ਜੀ ਮਹਿਲ ਕਿਹਾ ਕਰਦੇ ਸਨ ਉਹਨੂੰ। ਤੋ ਇੱਦਾਂ ਉਹ ਕਵੀ ਜੀ ਦੱਸਦੇ ਆ ਜਾਂ ਉਹ ਬਜ਼ੁਰਗ ਕਹਿੰਦੇ, ਇਹ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਫਿਰ ਲੱਕੜ ਦਾ ਪਹੀਆ ਪਾ ਕੇ ਤੇ ਮਹਾਰਾਜ ਉੱਤੇ ਚਣਾਈ ਆਦਿਕ, ਪਹਿਲਾਂ ਲੱਕੜ ਦਾ ਪਹੀਆ ਮਹਾਰਾਜ ਨੇ ਬਣਵਾਇਆ, ਖੂਹ ਦਾ ਜਿਹੜਾ ਆਕਾਰ ਸੀ ਉਹਦੇ ਵਿੱਚ ਫਿਰ ਤਾਰ ਦਿੱਤਾ, ਰੱਸੇ ਪਾ ਕੇ ਆਦਿਕ ਬੜੀ ਸੰਗਤ ਲਾਈ ਜੀ। ਉਪਰ ਮਹਿਲ ਨੀਵ ਕੋ ਧਰੇ। ਤੇ ਉੱਪਰ ਮਹਿਲ ਦੀ ਨੀਂਹ ਰੱਖ ਦਿੱਤੀ, ਉਹ ਮਮਟੀ ਮਹਾਰਾਜ ਬਣਾਉਣੀ ਸ਼ੁਰੂ ਕਰ ਦਿੱਤੀ ਜੀ। ਚੂਨਾ ਅਪਰ ਈਟ ਕਹ ਧਰ ਧਰ। ਇੱਟਾਂ ਤੇ ਚੂਨਾ ਪੀ ਪੀ ਕੇ ਮਹਾਰਾਜ ਚੂਨਾ ਪੀਸ ਕੇ ਮਸਾਲਾ ਬਣਾਇਆ ਤੇ ਮਹਾਰਾਜ ਉਹਦੇ ਨਾਲ ਇੱਟਾਂ ਲਾਈਆਂ ਜਾਂਦੀਆਂ ਸੀ। ਚਨ ਚਨ ਊਚ ਉਤਾਇਲ ਕਰ ਕਰ। ਤੇ ਜਿੰਨਾ ਕੁ ਉੱਚਾ ਹੁੰਦਾ ਸੀ ਉਹਨਾਂ ਕੁ ਪਹੀਏ ਨੂੰ ਮਿੱਟੀ ਕੱਢ ਕੇ ਥੱਲੇ ਤੋਰ ਲਿਆ ਜਾਂਦਾ ਸੀ, ਜਾਂ ਤੁਲਾ ਆਦਿਕ ਲਾਈਆਂ ਹੁੰਦੀਆਂ ਸਨ। ਬ੍ਰਿੰਦ ਨਰਨ ਤਹ ਸੇਵ ਕਮਾਈ। ਏਦਾਂ ਮਹਾਰਾਜ ਬੇਅੰਤ ਸਿੱਖਾਂ ਨੇ ਪਾਤਸ਼ਾਹ ਜੀ ਆਪ ਜੀ ਕੇ ਦਰ ਕਰਦੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਖੂਹ ਦੀ ਕਾਰ ਸੇਵਾ ਕਮਾਈ ਕੀਤੀ ਜੀ। ਕਾਰੀਗਰਨ ਰਚੀ ਚਤੁਰਾਈ। ਤੇ ਬੜੀ ਚਤੁਰਾਈ ਸਿਆਣਪ ਵਰਤੀ, ਕਾਰੀਗਰਾਂ ਸੋਹਣਾ ਖੂਹ ਬਣਾ ਦਿੱਤਾ ਜੀ। ਤਰ ਉਤਾਰਿਓ ਕਰਿਓ ਪਾਏ। ਏਦਾਂ ਮਹਾਰਾਜ ਹੌਲੀ ਹੌਲੀ ਉੱਤੇ ਚੜਾਈ ਕਰੀ ਜਾਂਦੇ ਤੇ ਉਹ ਮਹਿਲ ਨੂੰ ਥੱਲੇ ਮਮਟੀ ਨੂੰ ਪਹੀਏ ਦੇ ਨਾਲ ਜਿੱਥੇ ਚੱਕ ਨੂੰ ਥੱਲੇ ਧੱਕ ਧੱਕ ਕੇ ਹੌਲੀ ਹੌਲੀ ਮਹਾਰਾਜ ਸਾਰਾ ਖੂਹ ਥੱਲੇ ਤੱਕ ਮੁਕੰਮਲ ਪੱਕਾ ਕੀਤਾ ਜੀ। ਵੇਖ ਆਛੋ ਥਲ ਦੀਨ ਟਿਕਾਏ। ਮਹਾਰਾਜ ਜਿੱਥੇ ਚੰਗਾ ਥਾਂ ਵੇਖਿਆ ਵੀ ਇੱਥੋਂ ਹੁਣ ਹਿੱਲੇਗੀ ਨਹੀਂ, ਚੰਗੀ ਨੀਂਹ ਗੱਡ ਕੇ ਉਥੇ ਮਹਾਰਾਜ ਉਹ ਪਹੀਏ ਨੂੰ ਆਦਿਕ ਨੂੰ ਟਿਕਾ ਦਿੱਤਾ ਤੇ ਪੱਕਾ ਕਰ ਦਿੱਤਾ ਜੀ। ਉਪਰ ਤੇ ਪੁਨ ਮਨ ਬਧਵਾਈ। ਮਹਾਰਾਜ ਥੱਲੇ ਤੋਰ ਕੇ ਤੇ ਉੱਪਰਲੇ ਪਾਸੇ ਫਿਰ ਮੌਣ ਜਿਹੜੀ ਹੈ, ਮਨ ਦੀ ਥਾਂ ਤੇ ਮੌਣ ਪਾਠ ਕਰ ਲਓ। ਮੌਣ ਹੁੰਦੀ ਜਿਹੜੀ ਉੱਪਰਲੇ ਪਾਸੇ ਖੂਹ ਦੀ ਮਮਤੀ ਹੁੰਦੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਖੂਹ ਦੇ ਵਿੱਚ ਜਿਵੇਂ ਕੋਈ ਬਾਲਕ ਬੱਚੇ ਤੋਂ ਬਚਾ ਰਵੇ, ਚੰਗੀ ਉੱਚੀ ਲੱਕ ਦੇ ਬੰਨ ਤੱਕ ਪਾਤਸ਼ਾਹ ਜੀ ਇਹ ਮੌਣ ਜਿਹੜੀ ਹੈ ਘੇਰਾ ਉਹ ਵਲਗਣ ਕਰ ਦਿੱਤਾ ਜੀ। ਸ੍ਰੀ ਮੁਖ ਤੇ ਤਬ ਮਹਿਮਾ ਗਾਈ। ਤੇ ਫਿਰ ਮਹਾਰਾਜ ਜਦੋਂ ਖੂਹ ਮੁਕੰਮਲ ਹੋ ਗਿਆ ਨਾ ਸਤਿਗੁਰੂ ਜੀ, ਫਿਰ ਸਤਿਗੁਰੂ ਅਰਜਨ ਦੇਵ ਸਾਹਿਬ ਨੇ ਇਸ ਖੂਹ ਸਾਹਿਬ ਦੀ ਬੜੀ ਮਹਿਮਾ ਕੀਤੀ ਮੁੱਖੋਂ ਜੀ। ਗੰਗਾ ਸਰੋਤ ਹਮ ਹੋ ਇਤ ਆਨਾ। ਮਹਾਰਾਜ ਕਹਿੰਦੇ ਵੀ ਗੰਗਾ ਦਾ ਝਰਨਾ ਜਿਹੜਾ ਨਾ, ਉਹ ਪਾਤਸ਼ਾਹ ਕਹਿੰਦੇ ਸੀ ਗੰਗਾ ਦਾ ਪ੍ਰਵਾਹ ਹੀ ਸਮਝੋ ਇੱਥੇ ਸਿੱਖੋ ਲਿਆਂਦਾ ਹੋਇਆ ਹੈ। ਬਾਵਨ ਕੀਨ ਲਾਈ ਉਤਪਾਨਾ। ਤੇ ਇਹ ਪਵਿੱਤਰ ਖੂਹ ਜਿਹੜਾ ਅਸੀਂ ਇੱਥੇ ਲਾਉਣਾ ਕੀਤਾ, ਜੋ ਇਹ ਬੜਾ ਪਵਿੱਤਰ ਖੂਹ ਹੈ, ਮਹਾਰਾਜ ਨੇ ਵਰਦਾਨ ਦਿੱਤਾ ਸੀ। ਜਿਮ ਇਸ਼ਨਾਨ ਸਰਸਰੀ ਕੇਰਾ। ਜਿਵੇਂ ਕੋ ਸਰਸਵਤੀ ਜਾਂ ਗੰਗਾ ਦਾ ਇਸ਼ਨਾਨ ਕੀਤਾ ਜਾਂਦਾ ਹੈ, ਹਿੰਦੂ ਧਰਮ ਵਿੱਚ ਬੜਾ ਮਹੱਤਵ ਮੰਨਿਆ ਜਾਂਦਾ ਹੈ। ਮਟਹ ਬ੍ਰਿੰਦ ਅਗ ਪਾਵਨ ਫੇਰਾ। ਤੇ ਬੜੇ ਪਾਪ ਹਿੰਦੂ ਕਹਿੰਦੇ ਮਿਟ ਜਾਂਦੇ ਤੇ ਪਵਿੱਤਰ ਹੋ ਜਾਂਦਾ ਹੈ, ਸਾਰਾ ਮੁੜ ਕੇ ਪਵਿੱਤਰ ਹੋ ਜਾਈਦਾ। ਤਾਂ ਸਤਿਗੁਰੂ ਕਹਿੰਦੇ ਇਹ ਖੂਹ ਜਿਹੜਾ ਸਿੱਖਾਂ ਵਿੱਚ ਗੰਗਾ ਦਾ ਜਿਵੇਂ ਮਹਾਤਮ ਹਿੰਦੂਆਂ 'ਚ ਹੈ, ਉਵੇਂ ਇਸ ਖੂਹ ਸਾਹਿਬ ਦਾ ਮਹਾਤਮ ਸਿੱਖਾਂ ਵਿੱਚ ਹੋਵੇਗਾ। ਸ੍ਰੀ ਸਤਿਗੁਰ ਇਤ ਕਰਤ ਸਨਾਨੇ। ਤੇ ਇਸ ਤਰ੍ਹਾਂ ਮਹਾਰਾਜ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਜਿੰਨਾ ਸਮਾਂ ਕਰਤਾਰਪੁਰ ਸਾਹਿਬ ਰਹੇ ਹੈ, ਮਹਾਰਾਜ ਇਸੇ ਖੂਹ ਦਾ ਇਸ਼ਨਾਨ ਕਰਿਆ ਕਰਦੇ ਸਨ। ਕਈ ਵਾਰ ਸ੍ਰੀ ਬਦਨ ਬਖਾਨੇ। ਤੇ ਆਪਦੇ ਸ਼੍ਰੀ ਸੁਭਾਏਮਨ ਮੁਖ ਤੋਂ ਸਤਿਗੁਰਾਂ ਕਈ ਵਾਰੇ ਬਚਨ ਵੀ ਕਹੇ ਸਨ। ਯਾ ਤੇ ਮਹਿਮਾ ਯੁਤ ਉਦਪਾਨ। ਵੀ ਇਹ ਬੜਾ ਭਾਰੀ ਮਹਾਤਮ ਭਰਿਆ ਸਥਾਨ ਹੈ, ਇੱਥੇ ਜਿਹੜਾ ਦਰਸ਼ਨ ਇਸ਼ਨਾਨ ਕਰੇਗਾ ਉਹਦੀ ਜੈ ਜੈਕਾਰ ਸਭ ਇੱਛੇ ਮਨ ਦੀਆਂ ਇੱਛਾ ਪੂਰੀਆਂ ਹੋਣਗੀਆਂ। ਇਸ ਕਰਕੇ ਪਾਤਸ਼ਾਹ ਜੀ ਇਹ ਭਾਰੀ ਮਹਿਮਾ ਇਸ ਪਾਵਨ ਪਵਿੱਤਰ ਖੂਹ ਸਾਹਿਬ ਦੀ। ਕਰਹ ਸੰਗਤਾਂ ਆਨ ਇਸ਼ਨਾਨ। ਸੰਗਤਾਂ ਮਹਾਰਾਜ ਹੁਣ ਤੀਕਰ ਇਸ ਖੂਹ ਸਾਹਿਬ ਦਾ ਬੜਾ ਭਾਰੀ ਇਸ਼ਨਾਨ ਕਰਦੀਆਂ ਹਨ। ਤਬ ਕੋ ਇਹ ਸ੍ਰੀ ਅਰਜਨ ਨਾਥ। ਇਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੁਆਮੀ ਪਾਤਸ਼ਾਹ ਜੀ ਦਾ ਕੂਪ ਕਰਾਇਓ ਮਹਿਮਾ ਸਾਥ। ਇਹ ਖੂਹ ਬਣਵਾਇਆ ਹੋਇਆ ਲਗਾਇਆ ਹੋਇਆ ਮਾਰੇ ਤੇ ਬੜੀ ਮਹਿਮਾ ਵਡਿਆਈ ਗੁਰੂ ਅਰਜਨ ਦੇਵ ਸਾਹਿਬ ਨੇ ਜੋ ਮੁੱਖੋਂ ਗਾਈ ਹੈ
ਉਹ ਅਸੀਂ ਆਪ ਜੀ ਨੂੰ ਪਾਤਸ਼ਾਹ ਦੀ ਸਰਵਣ ਕਰਵਾਈ ਹੈ ਜੀ। ਸ੍ਰੀ ਹਰਿ ਰਾਏ ਸੁਨਤ ਹਰਿ ਖਾਏ। ਸਤਿਗੁਰੂ ਹਰਿ ਰਾਏ ਸਾਹਿਬ ਇਹਨਾਂ ਬਜ਼ੁਰਗਾਂ ਤੋਂ ਸੁਣ ਕੇ ਨਾ ਖੂਹ ਗੰਗ ਸ਼ੱਕਰ ਨਾਮ ਦਾ ਜਿਹੜਾ ਖੂਹ ਹੈ, ਹੁਣ ਕਰਤਾਰਪੁਰ ਸਾਹਿਬ ਖਾਲਸਾ ਜੀ ਜਦੋਂ ਹੁਣ ਤਾਂ ਉਹ ਬਾਰ-ਬਾਰ ਉਹ ਘਰ ਆਦਿਕ ਪੈ ਗਿਆ ਤੇ ਵਿੱਚ ਹੀ ਆ ਗਿਆ, ਪਰ ਜਦੋਂ ਦੁਆਬੇ 'ਚ ਕਰਤਾਰਪੁਰ ਸਾਹਿਬ ਜਾਓ ਤੇ ਉਹ ਖੂਹ ਹੈ ਬਾਰ-ਬਾਰ ਕਰਤਾਰਪੁਰ ਸਾਹਿਬ ਦੇ ਥੰਮ ਸਾਹਿਬ ਦਰਬਾਰ ਤੋਂ ਥੋੜ੍ਹਾ ਦੂਰ ਹੈ ਨਗਰ 'ਚ ਹੀ ਹੈ ਲਾਗੇ ਉਸ ਤਰ੍ਹਾਂ, ਤੇ ਉਹਨਾਂ ਸਮਿਆਂ 'ਚ ਬਾਰ-ਬਾਰ ਸੀਗਾ ਤੇ ਹੁਣ ਤਾਂ ਨਗਰ ਦੇ ਵਿੱਚ ਆ ਗਿਆ ਵਸੋਂ ਵਧਣ ਕਰਕੇ। ਉਸੇ ਖੂਹ ਦੀ ਕਥਾ ਕਵੀ ਜੀ ਸਰਵਣ ਕਰਾ ਰਹੇ ਹੈ। ਬਜ਼ੁਰਗਾਂ ਸਾਰੀ ਕਥਾ ਸੁਣਾਈ, ਸਤਿਗੁਰੂ ਹਰਿ ਰਾਏ ਸਾਹਿਬ ਜੀ ਬੜੇ ਪ੍ਰਸੰਨ ਹੋਏ ਹੈ। ਧੰਨ ਧੰਨ ਬਖਤਾ ਪ੍ਰਤ ਗਾਏ। ਮਹਾਰਾਜ ਕਹਿੰਦੇ ਵੀ ਧੰਨ ਹੈ, ਧੰਨ ਭਾਈ ਸਿੱਖੋ ਤੁਸੀਂ, ਧੰਨ ਹੋ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਵਡਿਆਈ ਨੂੰ ਵੇਖਿਆ ਸੁਣਿਆ ਤੇ ਅੱਗੇ ਸਾਨੂੰ ਸੁਣਾਇਆ ਹੈ। ਉਠ ਕਰ ਆਏ ਪੁਨ ਨਿਜ ਡੇਰੇ। ਫਿਰ ਮਹਾਰਾਜ ਉੱਥੋਂ ਉੱਠ ਕੇ ਤੇ ਆਪਣੇ ਨਿਜ ਸਥਾਨ ਮਹਿਲੀ ਆ ਗਏ ਆ ਕਰਤਾਰਪੁਰ ਨਗਰ ਵਿੱਚ। ਖਾਨ ਪਾਨ ਸੁਪਤੇ ਇਸ ਬੇਰੇ। ਤੇ ਰਾਤ ਹੋ ਚੁੱਕੀ ਸੀ, ਮਹਾਰਾਜ ਬਰਾਜ ਗਏ, ਪ੍ਰਸ਼ਾਦਾ ਪਾਣੀ ਛਕਿਆ ਤੇ ਆਪਣੇ ਨਿਜ ਸਥਾਨ ਤੇ ਪਾਤਸ਼ਾਹ ਜੀ ਸੁਭਾਈਮਾਨ ਹੋ ਗਏ ਆ। ਸਵਾ ਜਾਮ ਤੇ ਜਾਗਰਣ ਕਰੈ। ਜਦੋਂ ਸਵਾ ਜਾਮ ਭਾਵ ਸਵਾ ਪਹਿਰ ਰਾਤ ਰਹਿ ਗਈ ਹੈ, ਦਿਨ ਚੜ੍ਹ ਗਿਆ ਭਾਵ ਜਿਵੇਂ ਕੋਈ ਦਿਨ ਚੜ੍ਹਨ ਵਿੱਚ ਸਵਾ ਪਹਿਰ ਰਹਿ ਜਾਵੇ, 3 ਕੁ ਵੱਜਦੇ 2:30 ਪਾਤਸ਼ਾਹ ਜੀ ਉੱਠ ਖਲੋਤੇ ਹਨ। ਸੋਤ ਸਨਾਨ ਆਦ ਸਭ ਧਰੈ। ਸੌਚਾ ਚਾਰ ਇਸ਼ਨਾਨ ਪਾਣੀ 101 ਗਾਗਰ ਦਾ ਇਸ਼ਨਾਨ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਜਿਵੇਂ ਨਿਤਾ ਪ੍ਰਤੀ ਕਰਦੇ ਕੀਤਾ ਹੈ, ਇਸ ਤਰ੍ਹਾਂ ਸਮਾਧੀ ਲਾ ਕੇ ਮਾਰੇ ਸਮਾਧੀ 'ਚ ਲੀਨ ਹੋਏ, ਫਿਰ ਤਿਆਰ ਬਰ ਤਿਆਰ ਹੋਏ। ਇਹ ਸਾਧ ਸੰਗਤ ਦੀ ਸਤਿਗੁਰੂ ਹਰਿ ਰਾਏ ਸਾਹਿਬ ਜੀ ਦੇ ਪਾਵਨ ਪਵਿੱਤਰ ਜੀਵਨ ਦੇ ਕੌਤਕ ਮਹਾਰਾਜ ਦੀ ਵੱਡੀ ਸੋਭਾ ਵਡਾਈ ਆਪ ਦੀਆਂ ਸਰਵਣ ਕੀਤੀ ਇੱਥੇ ਸਮਾਪਤਾ ਹੈ ਜੀ। ਤੋ ਅਗਲੀ ਜਿਹੜੀ ਕੋ ਕਥਾ ਹੈ ਉਹ ਆਪਾਂ ਅਗਲੇ ਦੀਵਾਨ ਵਿੱਚ, ਜਿਵੇਂ ਰਾਮ ਰਾਏ ਨੇ ਫਿਰ ਆਪਦੇ ਤਾਏ ਧੀਰਮਲ ਨੂੰ ਚਿੱਠੀ ਲਿਖੀ ਸੀ ਵੀ ਮਹਾਰਾਜ ਨੂੰ ਬੇਨਤੀ ਕਰੋ ਮੇਰਾ ਸੁਲਾਹ ਕਰਾਓ ਵੀ ਮੇਥੋਂ ਭੁੱਲ ਹੋ ਗਈ ਹੈ, ਤੇ ਨਾਲ ਦਾਅਵਾ ਵੀ ਕੀਤਾ ਵੀ ਗੁਰਤਾ ਗੱਦੀ ਦਾ ਮਾਲਕ ਮੈਂ ਹੀ, ਕਿਉਂਕਿ ਤਾਇਆ ਵੀ ਹੋ ਜਾਈ ਸੀ ਧੀਰਮਲ। ਤੋ ਇਸ ਕਰਕੇ ਨਾ ਜਿਹੜਾ ਰਾਮ ਰਾਏ ਹੈ ਗੁਰੂ ਹਰਿ ਰਾਏ ਸਾਹਿਬ ਦਾ ਪੁੱਤਰ ਵੱਡਾ, ਉਹਨੇ ਆਪਦੇ ਤਾਏ ਨੂੰ ਚਿੱਠੀ ਲਿਖਣੀ। ਉਹ ਸਾਰਾ ਵਰਤਾਂਤ ਅੱਗੇ ਜਿਵੇਂ ਸਾਧ ਸੰਗਤ ਜੀ ਵਰਤਿਆ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣ ਵਿਚਾਰਾਂਗੇ। ਇੱਥੇ ਸਮਾਪਤਾ ਹੈ। ਹੋਈਆਂ ਭੁੱਲਾਂ ਦੀ ਖਿਮਾ ਪਾਤਸ਼ਾਹ ਸਰਬੱਤ ਸਾਧ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਉਠ ਕਰ ਆਏ ਪੁਨ ਨਿਜ ਡੇਰੇ। ਖਾਨ ਪਾਨ ਸੁਪਤੇ ਇਸ ਵੇਰੇ। ਸਵਾ ਜਾਮ ਤੇ ਜਾਗਰਣ ਕਰੈ। ਸੋਚ ਸਨਾਨ ਆਦ ਸਭ ਧਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।